ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਅੱਜ ਚਰਚਾ ਪ੍ਰੋਗਰਾਮ ਦੇ 61ਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਥੋੜ੍ਹੀ ਜਿਹੀਆਂ ਤਕਨੀਕੀ ਮੁਸ਼ਕਲਾਂ ਕਰਕੇ ਅਸੀਂ ਚੰਦ ਮਿੰਟ ਲੇਟ ਸ਼ੁਰੂ ਹੋ ਰਹੇ ਹਾਂ, ਪਰ ਉਹਨੂੰ ਕੰਪਨਸੇਟ ਕਰਨ ਲਈ ਅਸੀਂ 5-7 ਮਿੰਟ ਜੇ ਐਕਸਟਰਾ ਵੀ ਲੈ ਲਏ ਤੁਹਾਤੋਂ ਤਾਂ ਸਾਡਾ ਜੀ ਨਹੀਂ ਕਰਨਾ ਵਿਛੜਨ ਨੂੰ ਇੱਕ ਦੂਸਰੇ ਤੋਂ। ਅੱਜ ਦੀ ਜੋ ਸ਼ਖਸੀਅਤ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਜਿਨ੍ਹਾਂ ਨੇ ਸਾਡਾ ਮਾਣ ਵਧਾਇਆ, ਉਹ ਨੇ ਮੇਰੇ ਭੈਣ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ। ਆਓ ਪਹਿਲਾਂ ਉਹਨਾਂ ਨਾਲ ਫਤਿਹ ਸਾਂਝੀ ਕਰੀਏ। ਭੈਣ ਹਰਸ਼ਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਾਣ ਬਖਸ਼ਿਆ ਜੀ ਤੁਸੀਂ। ਇੰਝ ਹੀ ਲੱਗਦਾ ਜਿਵੇਂ ਬਸ 2 ਹੀ ਫੁੱਟ ਦੂਰ ਬੈਠੇ ਨੇ ਸਾਰੇ। ਸੋ ਜਿੰਨੇ ਵੀ ਦੁਨੀਆ ਭਰ ਦੇ ਵੀਰ ਭੈਣ ਬਜ਼ੁਰਗ ਬੱਚੇ ਸੁਣ ਸਕਦੇ ਨੇ, ਸਭਨਾਂ ਨੂੰ ਨਿੱਘੀ ਫਤਿਹ। ਮੈਂ ਤੁਹਾਤੋਂ ਮਾਈਕ੍ਰੋਫੋਨ ਫੜ ਕੇ ਪਹਿਲਾਂ ਤੁਹਾਡੀ ਇੰਟਰੋਡਕਸ਼ਨ, ਤੁਹਾਡੀ ਵਾਕਫੀਅਤ 'ਚ ਚੰਦ ਲਫ਼ਜ਼ ਕਹਿਣੇ ਚਾਹੁੰਦਾ। ਜੇ ਮੈਂ ਸਾਰੇ ਤੁਹਾਡੇ ਸਨਮਾਨ, ਸਾਰੇ ਤੁਹਾਡੇ ਹਿਸਟੋਰੀਕਲ, ਤੁਹਾਡੀ ਕਰੋਨੋਗ੍ਰਾਫੀ ਸਾਰੀ ਜੇ ਟੱਚ ਕਰਨਾ ਚਾਹਾਂ, ਤੁਹਾਡੀ ਬਾਇਓਗ੍ਰਾਫੀ ਟੱਚ ਕਰਨੀ ਚਾਹਾਂ ਤਾਂ ਸਾਰਾ ਟਾਈਮ ਇਹਦੇ 'ਚ ਹੀ ਲੰਘ ਜਾਊਗਾ। ਪਰ ਸਭ ਤੋਂ ਪਹਿਲਾਂ ਮੈਂ ਇਸ ਗੱਲ 'ਚ ਬਹੁਤ ਮਾਣ ਸਮਝਦਾ ਕਿ ਤੁਹਾਡੇ ਨਾਨਾ ਜੀ ਮਸ਼ਹੂਰ ਹਸਤੀ ਪੰਥ ਦੀ ਗੁਰਮਤਿ ਵਿਦਵਾਨ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ, ਤੇ ਉਧਰੋਂ ਤੁਹਾਡੇ ਪਿਤਾ ਜੀ ਸਰਦਾਰ ਪ੍ਰੀਤਮ ਸਿੰਘ ਜੀ, ਜਿਹੜੇ ਕਿ ਸਾਹਿਤਕਾਰ ਤੇ ਖੋਜੀ ਨੇ, ਜਿਨ੍ਹਾਂ ਦੀ ਵੀ ਨਿਸ਼ਕਾਮ ਤੇ ਨਿਧੜਕ ਸਮਾਜ ਸੇਵਾ ਵਾਲੀ ਸ਼ਖਸੀਅਤ ਸੀ। ਤੇ ਤੁਸੀਂ ਜਦੋਂ ਦੇ ਡਾਕਟਰ ਬਣ ਕੇ ਆਏ ਹੋ ਤੇ 1996 'ਚ ਜਦੋਂ ਦੇ ਤੁਸੀਂ ਡਾਕਟਰ ਗੁਰਪਾਲ ਜੀ ਦੇ ਕੰਟੈਕਟ 'ਚ ਆ ਕੇ ਸਮਾਜ ਸੇਵਾ ਦੇ ਤੁਸੀਂ ਕੰਮ ਆਰੰਭੇ ਨੇ, ਜਿਹੜੀ ਤੁਹਾਡੀ ਕੰਟਰੀਬਿਊਸ਼ਨ ਹੈ, ਚਾਹੇ ਉਹ ਪੰਜਾਬੀ ਲਈ, ਪੰਜਾਬੀਅਤ ਲਈ ਤੇ ਪੰਜਾਬ ਲਈ, ਉਹ ਅਨਮੈਚਡ ਹੈ। ਉਹਦੇ 'ਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਕੰਪੇਅਰ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਡਾਕਟਰ ਹੋਣ ਤੋਂ ਇਲਾਵਾ ਤੁਸੀਂ ਮਾਂ ਬੋਲੀ ਲਈ ਐਜ਼ ਏ ਡਾਕਟਰ, ਫੀਮੇਲ ਫੀਟੀਸਾਈਡ, ਇਨਫੈਂਟੀਸਾਈਡ, ਤੁਹਾਡੇ ਤੇ ਡਾਕੂਮੈਂਟਰੀਜ਼ ਬਣੀਆਂ ਨੇ, ਤੁਹਾਡੇ ਤੇ ਮੂਵੀਜ਼ ਬਣੀਆਂ ਨੇ, ਤੁਹਾਡੇ ਤੇ ਹਾਲੀਵੁੱਡ ਮੂਵੀ ਬਣੀ ਹੈ, ਤੁਹਾਡੇ ਤੇ ਡੱਚ ਮੂਵੀ ਬਣੀ ਹੈ। ਤੁਸੀਂ ਔਰਤਾਂ ਦੇ ਜ਼ੁਲਮ ਦੇ ਬਰਾਬਰ ਅਗੇਂਸਟ ਬੋਲੇ ਹੋ, ਭਰੂਣ ਹੱਤਿਆ। ਤੁਸੀਂ 421 ਬੱਚਿਆਂ ਦੇ ਕਰੀਬ ਦੀ ਫੀਸ ਲੜਕੀਆਂ ਦੇ ਬੱਚਿਆਂ ਦੀ ਪੜ੍ਹਾਈ ਹੈ ਜੀ। ਤੇ ਤੁਸੀਂ 44 ਕਿਤਾਬਾਂ ਲਿਖ ਚੁੱਕੇ ਹੋ। ਤੁਹਾਡੇ ਕੋਲ 2300 ਦੇ ਕਰੀਬ ਅਵਾਰਡ ਨੇ, ਨੈਸ਼ਨਲ ਤੇ ਇੰਟਰਨੈਸ਼ਨਲ। ਮੈਂ ਆਪਣੇ ਆਪ ਨੂੰ ਬਹੁਤ ਹੀ ਸੁਭਾਗਾ ਸਮਝਦਾ ਕਿ ਭੈਣ ਅੱਜ ਮੈਨੂੰ ਤੁਹਾਡੇ ਨਾਲ ਇਸ ਮੀਡੀਅਮ ਰਾਹੀਂ, ਇਸ ਪਲੇਟਫਾਰਮ ਰਾਹੀਂ ਤੁਹਾਨੂੰ ਜੀ ਆਇਆਂ ਕਹਿਣ ਦਾ ਮੌਕਾ ਮਿਲਿਆ ਜੀ। ਬਹੁਤ ਬਹੁਤ ਧੰਨਵਾਦ। ਤੇ ਮੇਰੀ ਪਛਾਣ ਮੈਨੂੰ ਲੱਗਦਾ ਬਸ ਇੰਨੀ ਕੀ ਬਹੁਤ ਏ ਕਿ ਮੇਰਾ ਨਾਨਾ ਅੱਤ ਦਾ ਗਰੀਬ ਸੀ। ਉਹਨੂੰ ਆਪਣੀ ਕੰਮ ਵਾਲੀ ਬਾਈ ਤੋਂ 2 ਰੁਪਏ ਲੈ ਕੇ ਘਰੋਂ ਨਿਕਲਣਾ ਪਿਆ ਸੀ। ਸੋ ਕਰਜ਼ਾਈ ਸੀ ਸਾਰੀ ਉਮਰ। ਜਿਸ ਤਰੀਕੇ ਦੀ ਗਰੀਬੀ ਹੰਢਾਈ, ਸੋ ਮੈਂ ਤੇ ਅੱਤ ਦੀ ਨੀਵਿਆਂ ਤੋਂ ਅੱਤ ਨੀਵੀਂ ਵਿੱਚ ਆ। ਸੋ ਇਸੇ ਕਰਕੇ ਜਿਵੇਂ ਮੇਰੇ ਨਾਨਾ ਨਿਧੜਕ ਸੀ, ਬਿਲਕੁਲ ਮੈਨੂੰ ਲੱਗਦਾ ਸਭ ਤੋਂ ਵੱਡਾ ਮੇਰਾ ਪੁਰਸਕਾਰ ਉਹੀ ਹੈ ਕਿ ਮੈਂ ਉਹਨਾਂ ਤੋਂ ਇਹੋ ਚੀਜ਼ ਸਿੱਖੀ ਹੈ। ਮਰਨਾ ਕੱਲ ਵੀ ਹੈ, ਮਰਨਾ ਅੱਜ ਵੀ ਹੈ, ਪਰ ਮਰਨਾ ਮਿਸਾਲੀ ਕਰ ਦਈਏ, ਜਿਹੜਾ ਜੰਮਣ ਤੋਂ ਮੌਤ ਤੱਕ ਦਾ ਸਫ਼ਰ ਕੁਝ ਜ਼ਰੂਰ ਅਸੀਂ ਕਿਸੇ ਹੋਰ ਲਈ ਜੀ ਸਕੀਏ। ਜਿੱਥੇ ਤੱਕ ਮੈਨੂੰ ਯਾਦ ਹੈ, ਮੈਂ ਕਦੇ ਤੁਹਾਤੋਂ, ਆਪਾਂ ਇੰਨੀ ਵਾਰ ਮਿਲਿਆ, ਪਰ ਮੈਂ ਕਦੇ ਪੁੱਛਣਾ ਭੁੱਲ ਹੀ ਗਿਆ ਕਿ ਤੁਹਾਡੀ ਬਰੌਟ ਅਪ ਅੰਮ੍ਰਿਤਸਰ ਦੀ ਹੈ। ਜੀ ਮੈਂ ਜੰਮੀ ਪਟਿਆਲੇ ਸਾਂ ਪਰ ਜ਼ਿਆਦਾ ਸਮਾਂ ਅੰਮ੍ਰਿਤਸਰ। ਵੈਸੇ ਮੈਂ ਫਰੀਦਕੋਟ ਵੀ, ਜਿੱਥੇ ਜਿੱਥੇ ਪਾਪਾ ਜੀ ਜਾਂਦੇ ਸੀ, ਲੁਧਿਆਣੇ ਵੀ, ਸੋ ਚੰਡੀਗੜ੍ਹ ਵੀ, ਉਹਨਾਂ ਦੇ ਨਾਲ ਨਾਲ ਘੁੰਮ ਕੇ ਮੁੜ ਘਿੜ ਕੇ ਫਿਰ ਪਟਿਆਲੇ, ਜਿੱਥੇ ਮੈਂ ਜੰਮੀ ਐਕਚੁਅਲੀ ਰਜਿੰਦਰਾ ਹਸਪਤਾਲ 'ਚ ਸੀ, ਉੱਥੇ ਹੀ ਫਿਰ ਕੰਮ ਕਰਨਾ ਫਿਰ ਆ ਕੇ ਬਹਿ ਗਈ ਹਾਂ। ਮੈਂ ਵੀ ਤੁਹਾਡੇ ਕੋਲ ਉੱਥੇ ਹੀ, ਡਾਕਟਰ ਗੁਰਪਾਲ ਜੀ ਕੋਲ ਕਿੰਨੀ ਵਾਰ ਤੁਹਾਡੇ ਕੋਲ ਚਾਹ ਪੀਤੀ ਹੈ ਉੱਥੇ। ਤੇ ਤੁਹਾਡਾ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਨਾਲ ਤੁਹਾਡੇ ਪਿਤਾ ਜੀ ਹੋਰਾਂ ਦੀ ਕਾਫੀ ਸਾਂਝ ਸੀ ਜੀ। ਜੀ ਸਾਡੇ ਘਰ ਕਈ ਵਾਰ ਉਹ ਰੁਕੇ। ਦਰਅਸਲ ਇੱਕ ਵਾਰ ਦੀ ਮੈਨੂੰ ਅਜੇ ਵੀ ਚੇਤੇ ਹੈ, ਇੱਕ ਬਜ਼ੁਰਗ ਸਨ ਜਿਨ੍ਹਾਂ ਦੀ ਯਾਦਾਸ਼ਤ ਭੁੱਲ ਚੁੱਕੀ ਹੋਈ ਸੀ, ਤੇ ਉਹ ਲੈ ਕੇ ਮੋਢੇ ਉੱਤੇ ਚੁੱਕ ਕੇ ਸਾਡੇ ਘਰ ਉਸ ਦਿਨ ਰਾਤ ਰੁਕੇ ਸਨ।
ਤੇ ਉਹਨਾਂ ਦਾ ਮੈਂ ਬਹੁਤ ਛੋਟੀ ਸੀ ਉਦੋਂ, ਤੇ ਉਹਦੀ ਡਾਇਰੀ ਸੀ ਨਾਲ, ਜਿਹਦੇ ਵਿੱਚੋਂ ਪੜ੍ਹ ਕੇ ਉਹ ਕੁਝ ਸੁਣਾਉਂਦੇ ਰਹੇ ਪਾਪਾ ਜੀ ਨੂੰ ਰਾਤ। ਤੇ ਪਾਪਾ ਜੀ ਦੇ ਮੈਂ ਅੱਖਾਂ 'ਚ ਪਹਿਲੀ ਵਾਰ ਉਦੋਂ ਹੰਝੂ ਦੇਖੇ ਸਨ। ਤੇ ਮੈਂ ਛੋਟੀ ਸਾਂ, ਮੈਨੂੰ ਉਦੋਂ ਬਹੁਤੀ ਸ਼ਾਇਦ ਸਮਝ ਹੀ ਨਹੀਂ ਸੀ ਜੋ ਵੀ ਉਹ ਮੈਨੂੰ ਸੁਣਾਉਂਦੇ। ਪਰ ਜਦੋਂ ਮੈਂ ਥੋੜੀ ਵੱਡੀ ਹੋਈ ਤਾਂ ਮੈਨੂੰ ਜਦੋਂ ਉਹਨਾਂ ਨੇ ਸੁਣਾਇਆ, ਮੈਂ ਸਮਝ ਸਕੀ ਸਾਂ ਉਸ ਸਪੀਡ ਨੂੰ। ਤੇ ਮੈਂ ਚਾਹੁੰਦੀ ਹਾਂ 2 ਕੁ ਜੇ ਮਿੰਟ ਹੁਣ ਉਹ ਡਾਇਰੀ 'ਚ ਜੋ ਉਦੋਂ ਲਿਖਿਆ ਸੀ ਉਸ ਬਜ਼ੁਰਗ ਦੀ, ਜਿਹਨੂੰ ਚੁੱਕ ਕੇ ਲਿਆਏ ਸਨ ਭਗਤ ਪੂਰਨ ਸਿੰਘ ਜੀ, ਜ਼ਰਾ ਸਾਂਝੀ ਕਰਾਂ ਕਿ ਕਿਹੋ ਜਿਹੇ ਲੋਕ ਉਹ ਅਸੀਂ, ਸਾਡਾ ਅੰਦਰਲਾ ਸੱਚ ਦਿਸੇਗਾ ਅਸੀਂ ਕਿਹੋ ਜਿਹੇ ਹਾਂ। ਕਿਉਂਕਿ ਉਸ ਡਾਇਰੀ ਦੇ ਕੁਝ ਪੰਨੇ ਜੋ ਮੈਨੂੰ ਬਾਅਦ ਵਿੱਚ ਪਾਪਾ ਜੀ ਨੇ ਯਾਦ ਕਰਵਾਏ, ਦੱਸੇ ਹੋਏ ਸਨ ਕਿ ਮੇਰੀ ਪਿੱਠ ਇਹ ਉਹੀ ਹੈ। ਉਹ ਡਾਇਰੀ ਸਹੀ ਉਹਨਾਂ ਦੀ, ਜਿਹੜੇ ਹੁਣ ਆਪਣੀ ਯਾਦਾਸ਼ਤ ਗਵਾ ਚੁੱਕੇ ਸਨ, ਜਿਨ੍ਹਾਂ ਨੂੰ ਉਹਨਾਂ ਦੇ ਪੁੱਤਰ ਨੇ ਘਰੋਂ ਬਾਹਰ ਕੱਢ ਦਿੱਤਾ ਸੀ, ਪੁੱਤਰ ਤੇ ਨੂੰਹ ਨੇ, ਮੈਂ ਦੋਨਾਂ ਦਾ ਕਸੂਰ ਗਿਣਦੀ ਹਾਂ। ਤੇ ਉਹ ਸਨ ਜਿਨ੍ਹਾਂ ਨੂੰ ਚੁੱਕ ਕੇ ਲੈ ਕੇ ਜਾ ਰਹੇ ਸਨ, ਤੇ ਉਹਨਾਂ ਦੇ ਡਾਇਰੀ ਪੜ੍ਹ ਕੇ ਲਿਖ ਰਹੇ ਸਨ, ਅੱਜ ਉਹੀ ਪਿੱਠ ਏ ਜਿੱਥੇ ਮੈਂ ਚੁੱਕ ਕੇ ਕੰਧਾੜੇ ਤੈਨੂੰ ਸਾਰਾ ਦਿਨ ਘੋੜਾ ਬਣਿਆ ਫਿਰਦਾ ਸਾਂ। ਅੱਜ ਇਸੇ ਪਿੱਠ ਤੇ ਤੇਰੇ ਤੋਂ ਲੱਤ ਖਾਧੀ, ਮੇਰੇ ਤੋਂ ਬਰਦਾਸ਼ਤ ਨਹੀਂ ਹੋ ਸਕਿਆ। ਸੋ ਇਸ ਤਰ੍ਹਾਂ ਦੇ ਪੰਨੇ ਸਨ ਉਸ ਡਾਇਰੀ 'ਚ, ਜਿਹੜੇ ਮੈਨੂੰ ਉਹਨਾਂ ਨੇ ਸੁਣਾਏ। ਸੱਚ ਜਾਣਿਓ, ਅੱਜ ਵੀ ਗੱਲ ਕਰਦੇ ਹਾਂ, ਹੁਣ ਤੇ ਕਿੰਨੇ ਸਾਲ ਲੰਘ ਗਏ ਨੇ, ਪਰ ਉਸ ਡਾਇਰੀ ਦੇ ਪੰਨੇ ਜੇ ਸੁਣਾਉਣ ਲੱਗ ਜਾਵਾਂ ਤਾਂ ਸ਼ਾਇਦ ਮੇਰੇ ਤੋਂ ਬੋਲਿਆ ਹੀ ਨਹੀਂ ਜਾਣਾ, ਦਿਲ ਭਰ ਜਾਂਦਾ ਹੈ। ਪਰ ਇਹੋ ਜਿਹੇ ਦਰਦਨਾਕ ਮੇਰੇ ਰਿਸ਼ਤੇ ਗੰਢੇ ਗਏ ਸਮਾਜ ਦੇ ਨਾਲ, ਬਹੁਤ ਛੋਟੀ ਹੋਣ ਤੋਂ। ਤੁਸੀਂ ਛੋਟੀ ਉਮਰ ਤੋਂ ਹੀ, ਕਿਉਂਕਿ ਘਰ ਦੇ ਮਾਹੌਲ ਇਹੋ ਜਿਹੇ ਸਨ, ਤੇ ਕਹਿੰਦੇ ਹੁੰਦੇ ਕਿ ਗੁਰਮਤ ਹੰਡਾਉਣ ਦੀ ਹੈ, ਦਿਖਾਉਣ ਦੀ ਨਹੀਂ। ਤੁਹਾਡੇ ਲੈਕਚਰਾਂ ਚੋਂ, ਤੁਹਾਡੀਆਂ ਕਿਤਾਬਾਂ ਚੋਂ, ਤੁਹਾਡੀ ਜਿਹੜੇ ਜਿੰਨਾ ਵੀ ਤੁਹਾਡੀ ਕੰਟਰੀਬਿਊਸ਼ਨ ਹੈ ਪੰਜਾਬੀ ਤੇ ਪੰਜਾਬੀਅਤ ਲਈ, ਉਹ ਡੁੱਲ ਪੈਂਦੀ ਹੈ ਤੁਹਾਡੇ ਹਰ ਇੱਕ ਲੈਕਚਰ ਚੋਂ, ਹਰ ਇੱਕ ਸਪੀਚ ਚੋਂ, ਹਰ ਇੱਕ ਬੁੱਕ ਚੋਂ, ਹਰ ਇੱਕ ਮੈਸੇਜ ਚੋਂ। ਬਹੁਤ ਕੌਮ ਨੂੰ ਹਮੇਸ਼ਾ ਭਾਵਕ ਕਰਦੀਆਂ ਨੇ, ਕੌਮ ਨੂੰ ਜਗਾਉਂਦੀਆਂ ਨੇ। ਬੜੀਆਂ ਐਨਾਲਿਟੀਕਲ ਤੁਹਾਡੀਆਂ ਜਿਹੜੀਆਂ ਲਿਖਤਾਂ, ਖੋਜ ਭਰਪੂਰ, ਫੈਕਟਸ ਐਂਡ ਫਿਗਰਸ ਭਰਪੂਰ ਹੁੰਦੀਆਂ ਨੇ। ਸੋ ਆਓ ਅੱਜ ਦੇ ਟੌਪਿਕ ਵੱਲ ਵਧਦੇ ਹੋਏ ਨਾਲ ਦੀ ਨਾਲ, ਕਿਉਂਕਿ ਜੀ ਜੋ ਦੁੱਖ ਦਰਦ ਸਾਡੇ ਭੈਣ ਵੀਰ, ਨੌਜਵਾਨ, ਬੀਬੀਆਂ, ਬੱਚੇ ਪਿਛਲੇ 2 ਮਹੀਨਿਆਂ ਤੋਂ ਘੱਟੋ ਘੱਟ ਹੰਢਾ ਰਹੇ ਨੇ, ਸਿੱਧਾ ਐਜੀਟੇਸ਼ਨ ਦੇ ਵਿੱਚ, ਪਰ ਪਿਛਲੇ 5-6 ਦਹਾਕਿਆਂ ਤੋਂ ਗਰੀਬੀ ਦੀ ਜੋਨ ਹੰਢਾ ਰਹੇ ਨੇ। ਮੈਨੂੰ ਯਾਦ ਹੈ ਕਿ 1960 ਤੋਂ 1970 ਦੇ ਵਿੱਚ ਤਕਰੀਬਨ ਗ੍ਰੀਨ ਰੈਵੋਲੂਸ਼ਨ ਆਇਆ, ਜਦੋਂ ਤੋਂ ਇਹ ਕਹਿ ਲਓ ਕਿ ਅੰਨਦਾਤਾ ਦਾ ਨਾਂ ਮਸ਼ਹੂਰ ਹੋਇਆ। ਪੰਜਾਬ ਬ੍ਰੈਡ ਬਾਸਕਟ ਸੀਗੀ, ਪਰ ਉਸ ਤੋਂ ਬਾਅਦ ਪੰਜਾਬ ਨੇ ਦਰਦ ਹੀ ਹੰਢਾਏ ਨੇ। ਭਾਰਤ ਦਾ ਢਿੱਡ ਭਰ ਕੇ ਵੀ ਹਾਕਮਰਾਨਾਂ ਦੇ ਨਾਲ ਤਕਰੀਬਨ ਉਹਨਾਂ ਦੇ ਜ਼ੁਲਮ ਦਾ ਸ਼ਿਕਾਰ ਹੀ ਹੋਏ ਨੇ, ਚਾਹੇ ਸਾਡੀ 1978 ਦੀ ਵਿਸਾਖੀ ਹੋਵੇ, ਚਾਹੇ ਸਾਡਾ 1984 ਦਾ ਹੋਵੇ, ਚਾਹੇ ਹੁਣ ਵਾਲੀਆਂ ਹੋਣ। ਸੋ ਮੇਰੀ ਭੈਣ, ਆਪਣੇ ਆਪ ਤੁਸੀਂ ਦੱਸੋ ਕਿ ਸਾਡਾ ਸੰਘਰਸ਼ ਕਿੱਥੋਂ ਆਇਆ ਤੇ ਕੀ ਇਹਦੇ ਬਾਰੇ ਤੁਸੀਂ ਦੇਖਦੇ ਹੋ ਇੰਨੇ ਸਮੇਂ ਦਾ? ਹਾਂ, ਤੁਸੀਂ ਥੋੜਾ ਜਿਹਾ ਅਗਾਂਹ ਨੂੰ ਲੈ ਆਇਓ, ਮੈਂ ਪਿਛਾਂਹ ਲੈ ਜਾਂਦੀ ਹਾਂ ਥੋੜਾ ਜਿਹਾ। ਕਿ ਦੇਖੋ, ਹਾਂਜੀ, ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਸਾਡੇ ਹੀ ਸਨ ਵੱਡੇ ਵਡੇਰੇ। 9 ਮਹੀਨੇ, ਕੋਈ ਉਂਗਲਾਂ ਤੇ ਘੰਟੇ ਵੀ ਗਣਨੇ ਸ਼ੁਰੂ ਹੋਈਏ ਤਾਂ ਕਿੰਨੇ ਲੱਗਦੇ ਨੇ। 9 ਮਹੀਨੇ ਤੜੇ ਰਹਿਣਾ ਚੁਫੇਰੇ ਦੁਸ਼ਮਣਾਂ ਦੇ ਵਿੱਚ, ਫਿਰ ਇਹ ਪਤਾ ਹੋਵੇ ਕਿ ਮੌਤ ਯਕੀਨੀ ਹੈ। ਉਸ ਹਾਲ ਵਿੱਚ ਜਦੋਂ ਪਾਣੀ ਤੱਕ ਕੱਟ ਦਿੱਤਾ ਗਿਆ, ਯਾਨੀ ਅੱਜ ਦੇ ਦਿਨ ਅਸੀਂ ਇਹ ਗੱਲ ਕੀਤੀ, ਹੁਣ ਕੱਲ ਹੀ ਇਹ ਵਾਪਰਿਆ ਕਿ ਦਿੱਲੀ ਤੋਂ ਪਾਣੀ ਦੇ ਦੇਣਾ, ਤੇ ਮੈਨੂੰ ਹਰਫ ਹਰਫ ਉਹ ਸਾਰਾ ਯਾਦ ਆ ਰਿਹਾ ਸੀ ਇਤਿਹਾਸ ਵਿੱਚ ਕਿ ਪਾਣੀ ਉਦੋਂ ਵੀ ਕੱਟਿਆ ਗਿਆ ਸੀ। ਤੇ ਕਿਵੇਂ ਸਾਡੇ ਨਿੱਕੇ ਬਾਲ ਸਨ 6 ਵਰਿਆਂ ਦਾ, ਤੁਸੀਂ ਅੰਦਾਜ਼ਾ ਤਾਂ ਲਾਓ ਕਿ ਉਸ ਵੱਲੋਂ ਵੀ ਕੋਈ ਵਿਦਰੋਹ ਨਹੀਂ ਸੀ। ਸ਼ਾਂਤਮਈ ਢੰਗ ਨਾਲ ਉੱਥੇ ਡਟੇ ਰਹਿਣਾ, ਸਿਰਫ ਆਪਣੀ ਅਣਖ ਬਰਕਰਾਰ ਰੱਖ ਕੇ। ਤੇ ਫਿਰ ਉੱਥੇ ਵੀ ਦਰਖਤਾਂ ਦੀਆਂ ਛਿੱਲੜਾਂ ਲਾ ਕੇ ਵੀ ਸਬਰ ਤੇ ਸੰਤੋਖ ਦਾ ਜੋ ਉਸ ਸਮੇਂ ਮੁਜੱਸਮਾ ਬਣ ਕੇ ਉਹ ਸਾਡੇ ਸਾਹਮਣੇ, ਸਾਰੇ ਸਾਡੇ ਹੀ ਵੱਡੇ ਵਡੇਰੇ ਨਾਲ ਜੁੜੇ ਸਨ ਗੁਰੂ ਸਾਹਿਬਾਨ ਦੇ, ਜੋ ਉਸ ਸਮੇਂ ਲੰਘਾ ਸਕੇ ਸਨ। ਤੇ ਸਾਡੇ ਅੰਦਰ ਜੀਨਸ ਤਾਂ ਉਹੀ ਨੇ, ਅਸੀਂ ਉਹੀ ਆ। ਤੇ ਅੱਜ ਵੀ ਇਹੋ ਜਿਹਾ ਸੰਘਰਸ਼, ਜਿੱਥੇ ਔਕੜਾਂ ਸਿਖਰ ਦੀਆਂ, ਯਾਨੀ ਤੁਸੀਂ ਸਮਝੋ ਕਿ ਕਿਸ ਨੂੰ ਡਰਾ ਰਹੇ ਨੇ ਤੇ ਕਿਵੇਂ ਡਰਾ ਰਹੇ ਨੇ। ਭਾਈ, ਅਸੀਂ ਖੋਪਰੀਆਂ ਲਵਾਉਣ ਵਾਲੇ ਨੇ ਸਾਡੇ ਵੱਡੇ ਵਡੇਰੇ, ਚਰਖੜੀਆਂ ਤੇ ਚੜਨ ਵਾਲੇ ਆ ਅਸੀਂ, ਤੇ ਫਿਰ
ਜੰਬੂਰਾ ਨਾਲ ਮਾਸ ਪਟਵਾ ਸਕਦੇ ਆ, ਆਪਣੇ ਪੁੱਤਰਾਂ ਦੇ ਟੋਟੇ ਕਰਾ ਕੇ ਜਿਹੜੀਆਂ ਮਾਵਾਂ ਗਲੇ ਦੁਆਲੇ ਬਣਵਾ ਸਕਦੀਆਂ ਨੇ, ਜਿਨ੍ਹਾਂ ਦੇ ਮੂੰਹ 'ਚ ਉਹਨਾਂ ਦੇ ਬੱਚੇ ਦਾ ਦਿਲ ਤੁੰਨਿਆ ਜਾਂਦਾ ਹੋਵੇ ਤੇ ਪੂਰਾ ਉੱਥੇ ਖੜੀ ਖਲਕਤ ਇਹ ਮੰਨੇ ਕਿ ਮੱਥੇ ਤੇ ਸ਼ਿਕਨ ਤੱਕ ਨਹੀਂ, ਸਿਰਫ ਇੱਕੋ ਹੀ ਸ਼ਬਦ ਉਚਾਰਦੇ ਹੋਣ, ਤੇਰਾ ਕੀਆ ਮਿੱਠਾ ਲੱਗੇ। ਉਹਨਾਂ ਨੂੰ ਡਰਾ ਕਿਸ ਤੋਂ ਰਹੇ ਨੇ? ਪਾਣੀ ਦੀਆਂ ਬੁਛਾਰਾਂ ਤੋਂ। ਕਿਸ ਚੀਜ਼ ਤੋਂ ਡਰਾ ਰਹੇ ਨੇ? ਸੋਟੀਆਂ ਤੋਂ, ਗੋਲੀਆਂ ਤੋਂ। ਯਾਨੀ ਇਹ ਚੀਜ਼ਾਂ ਇਹਨਾਂ ਨੂੰ ਡਰਾ ਸਕਦੀਆਂ? ਜ਼ਰਾ ਸੋਚ ਕੇ ਤਾਂ ਵੇਖੋ, ਇਹ ਕੀ ਇਹਨਾਂ ਨੂੰ ਸ਼ਾਇਦ ਪਿਛੋਕੜ ਇਤਿਹਾਸ ਪਤਾ ਹੀ ਨਹੀਂ ਕਿ ਜਿਹੜੀਆਂ ਮਾਵਾਂ ਇੰਨੀਆਂ ਸਖਤ ਹੋਣ, ਇੰਨੀਆਂ ਕੱਟੜ ਹੋਣ, ਉਹਨਾਂ ਦੇ ਪੁੱਤਰ ਇਹੋ ਜਿਹੇ ਜਰਨ ਵਾਲੇ ਹੀ ਹੁੰਦੇ ਨੇ। ਯਾਨੀ ਇਹ ਸਾਰੇ ਇਤਿਹਾਸ ਚੋਂ ਮੈਨੂੰ ਇੱਕ ਯੋਧਾ ਦਿਖਾ ਦਿਓ ਜਿਹੜਾ ਅਸੀਂ ਕਹਿ ਸਕੀਏ ਛਾਤੀ ਤੇ ਹੱਥ ਠੋਕ ਕੇ ਪੂਰੇ ਹਿੰਦੁਸਤਾਨ ਚੋਂ ਕਿ ਉਸਨੇ ਦर्रा खैबर ਤੋਂ ਹੋਏ ਹੱਲੇ ਬੰਦ ਕਰਾ ਸਕੇ ਸਨ। ਪੂਰਾ ਹਿੰਦੁਸਤਾਨ ਲੁੱਟ ਕੇ ਜਾਂਦਾ ਰਿਹਾ, ਸਾਨੂੰ ਸਭ ਨੂੰ ਪਤਾ ਕਿੰਨੀ ਵਾਰ ਹੱਲੇ ਹੋਏ, ਤੇ ਰੋਕਣ ਵਾਲਾ ਤਾਂ ਇੱਕੋ ਹੀ ਯੋਧਾ ਸੀ। ਅੱਜ ਕਹਿੰਦੇ ਨੇ ਇਹਨਾਂ ਯੋਧਿਆਂ ਨੂੰ ਖਤਮ ਕਰ ਦੇਣਾ, ਤਾਂ ਪੁੱਛੋ ਇਹ ਸਾਰੀਆਂ ਸਰਹੱਦਾਂ ਤੇ ਛਾਤੀਆਂ ਕਿੱਥੋਂ ਲਿਆਣੀਆਂ ਗੋਲੀਆਂ ਖਾਣ ਲਈ? ਪਰ ਇੱਕ ਬਹੁਤ ਵੱਡਾ ਸਵਾਲ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਰਾਹੀਂ, ਕਿਉਂਕਿ ਅਸੀਂ ਫੇਸਬੁੱਕ ਲਾਈਵ ਆ। ਦੁਆ ਕਰਦੀ ਹਾਂ ਕਿ ਕੋਈ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਤੱਕ ਇੱਕ ਗੱਲ ਜ਼ਰੂਰ ਪਹੁੰਚਾ ਦੇਵੇ। ਅਸੀਂ ਅੱਜ ਗੱਲ ਕਰਦੇ ਹਾਂ, ਦਾਅਵੇ ਦਿੰਨੇ ਆ ਕਿ ਸਾਡੇ 56 ਇੰਚ ਨੇ ਇਹ ਕੁਛ ਕਰ ਵਿਖਾਇਆ ਜੋ ਦੁਨੀਆ ਦੇ ਕਿਸੇ ਹਿੱਸੇ ਵਿੱਚ ਨਹੀਂ ਹੋਇਆ। ਜ਼ਰਾ ਸਮਾਜ ਦੇ ਉੱਪਰੋਂ ਥੋੜਾ ਜਿਹਾ ਮੈਂ ਮੁਖੌਟਾ ਚੁੱਕ ਕੇ, ਜੋ ਕਿ ਸਰਕਾਰੀ ਅੰਕੜੇ ਨੇ, ਸਾਹਮਣੇ ਦੱਸਣਾ ਚਾਹੁੰਦੀ ਹਾਂ ਕਿ ਪਿਛਲੇ 5 ਸਾਲਾਂ ਵਿੱਚ ਸਾਡੀ ਸਰਕਾਰੀ ਰਿਪੋਰਟਾਂ ਦੱਸਾਂਗੀ, ਸਿਰਫ ਪਿਛਲੇ 5 ਸਾਲਾਂ ਵਿੱਚ 1,95,000 ਰੇਪ ਹੋਏ ਨੇ। ਮੈਂ ਇਸੇ ਹੀ ਮੁਲਕ ਦੀ ਗੱਲ ਕਰ ਰਹੀ ਹਾਂ ਜੋ ਰਿਕਾਰਡ ਬੋਲਦਾ, ਜਿੱਥੇ ਇਹਨਾਂ ਦੇ ਯੋਧੇ, ਮੈਂ ਸ਼ਬਦ ਵਰਤ ਰਹੀ ਹਾਂ, ਇਹਨਾਂ ਦੇ ਯੋਧੇ ਸਮੂਹਕ ਬਲਾਤਕਾਰ ਕਰਦੇ ਨੇ 8 ਵਰਿਆਂ ਦੀ ਬਾਲੜੀ ਦਾ ਧਾਰਮਿਕ ਥਾਂ ਦੇ ਵਿੱਚ, ਫਿਰ ਉਹਨੂੰ ਪਾੜ ਮੁਕਾਉਂਦੇ ਨੇ। ਇਹ ਦਾਅਵੇ ਕਰਦੇ ਨੇ ਸਾਡੇ ਤੇ ਉਂਗਲ ਕੇ ਇਹ ਯਾਨੀ ਤੁਸੀਂ ਵਿਰੋਧੀ ਹੋ ਇਸ ਮੁਲਕ ਦੇ, ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ, ਜਿਹੜੇ ਤਿਰੰਗੇ 'ਚ ਲਿਪਟ ਕੇ ਆਉਂਦੇ ਹੁਣ ਉਹਨਾਂ ਨੂੰ ਵਿਰੋਧੀ ਗਿਣਦੇ ਨੇ। ਇਸੇ ਦੇ ਵਿੱਚ ਜਿਹੜੇ ਨੇ ਤੁਸੀਂ ਦੇਖੋ ਕਿ ਇਹ ਅਸੈਂਬਲੀਆਂ ਵਿੱਚ ਵੇਖ ਕੇ ਪੌਰਨ ਮੂਵੀਜ਼ ਵੇਖਦੇ ਹੋਣ, ਇਹ ਦਾਅਵੇ ਕਰਦੇ ਨੇ ਕਿ ਅਸੀਂ ਇਹਨਾਂ ਦੀ ਰਾਖੀ ਕਰਾਂਗੇ, ਦਾਅਵੇ ਕਰਦੇ ਨੇ ਕਿ ਤੁਸੀਂ ਔਰਤਾਂ ਆਪਣੀਆਂ ਵਾਪਸ ਮੋੜ ਦਿਓ। ਜਿਹੜੇ ਸੈਕਸ ਰੈਕਟ ਤੱਕ ਚਲਾਉਂਦੇ ਹੋਣ ਉਹਨਾਂ ਨੂੰ ਕੀ ਅਸੀਂ ਆਖਰ ਕਹਿ ਸਕਦੇ ਹਾਂ? ਤੁਸੀਂ ਹਿਸਾਬ ਲਾਓ, ਅੱਜ ਦੇ ਦਿਨ ਭਾਰਤ ਵਿੱਚ ਜੇ ਅਸੀਂ ਤਰੱਕੀ ਦੀ ਗੱਲ ਕਰਦੇ ਹਾਂ ਤਾਂ 6000 ਕੁੜੀਆਂ ਨੇ ਜਿਹੜੀਆਂ ਹਰ ਸਾਲ, ਇਹ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਦੱਸ ਰਹੀ ਹਾਂ, ਹਰ ਸਾਲ ਬੱਚੇ ਜੰਮਣ ਲੱਗਿਆਂ ਮਰ ਰਹੀਆਂ ਨੇ। ਅਸੀਂ ਉਹ ਵੀ ਨਹੀਂ ਉਹਨਾਂ ਨੂੰ ਪਹੁੰਚਾ ਸਕੇ, ਤੇ ਕੀ ਕਿਸਾਨਾਂ ਦਾ ਪਾਣੀ ਰੋਕਣਗੇ? ਅਸੀਂ ਪਾਣੀ ਲੈਣਾ ਹੀ ਨਹੀਂ ਦਿੱਲੀ ਤੋਂ, ਇਹ ਰੱਤ ਪੀਣੀ ਡਾਢੀ ਦਿੱਲੀ, ਸਾਨੂੰ ਕਦੇ ਪਾਣੀ ਦੇਣ ਜੋਗੀ ਸੀ ਨਹੀਂ, ਲਹੂ ਪੀਣੀ ਏ। ਅਸੀਂ ਪਾਣੀ ਆਪਣੇ ਪੰਜਾਬ ਦਾ ਪੀਵਾਂਗੇ, ਸਾਨੂੰ ਗੁਰੂਆਂ ਪੀਰਾਂ ਵੱਲੋਂ ਬਖਸ਼ਿਸ਼ ਮਿਲੀ ਏ, ਰੋਟੀ ਅਸੀਂ ਉੱਥੋਂ ਲਈ ਨਹੀਂ। ਪਰ ਭਾਈ ਸਵਾਲ ਸਿਰਫ ਇਹ ਹੈ, ਤੁਸੀਂ ਬੈਠੇ ਹੋ ਜਿਸ ਮੁਲਕ ਵਿੱਚ, ਤੁਸੀਂ ਚੁਫੇਰੇ ਸਾਰੀ ਦੁਨੀਆ ਵੱਲ ਨਜ਼ਰ ਦੌੜਾ ਸਕਦੇ ਹੋ। ਇਸ ਪੂਰੀ ਦੁਨੀਆ ਵਿੱਚ ਜਿੰਨੇ ਵੀ ਅੱਜ ਤੱਕ ਕਿਸੇ ਵੀ ਥਾਂ ਤੇ ਇਸ ਇਤਿਹਾਸਕ ਭਾਵੇਂ ਵਿਰੋਧ ਹੋਏ ਹੋਣ ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਸੰਘਰਸ਼ ਵਿੱਢਿਆ ਗਿਆ ਹੋਵੇ, ਮੈਨੂੰ ਇੱਕ ਮਿਸਾਲ ਦੱਸਿਓ, ਇੱਕ ਸਿਰਫ, ਜਿੱਥੇ ਸੰਘਰਸ਼ੀ ਲੋਕਾਂ ਨੇ ਲਹੂ ਦਾਨ ਦਿੱਤਾ ਹੋਵੇ, ਸਰੀਰ ਦਾਨ ਦੇ ਪੇਪਰ ਭਰੇ ਹੋਣ, ਅੰਗ ਦਾਨ ਭਰਿਆ ਹੋਵੇ, ਅੱਖਾਂ ਦਾਨ ਕੀਤੀਆਂ ਹੋਣ, ਤੇ ਫਿਰ ਉੱਥੇ ਲੰਗਰ ਛਕਾਇਆ ਹੋਵੇ, ਦਿਨ ਰਾਤ ਤੋੜਨਾ ਪੈਂਦੀ ਹੋਵੇ, ਛਿੜਕਾਅ ਕੀਤਾ ਹੋਏ ਕਿ ਇੱਥੇ ਬਿਮਾਰੀ ਨਾ ਹੋਵੇ, ਗੰਦਗੀ ਫੈਲਣ ਨਾ ਦਿੱਤੀ ਹੋਵੇ, ਇੱਕ ਫੁੱਲ ਤੱਕ ਨਾ ਤੋੜਿਆ ਗਿਆ ਹੋਵੇ, ਜਿੰਨੇ ਚੁਫੇਰੇ ਬੈਠੇ ਸਨ ਸਭਨਾਂ ਨੂੰ ਮਹੀਨਿਆਂ ਬੱਦੀ ਦਾ ਰਾਸ਼ਨ ਦਿੱਤਾ ਹੋਵੇ, ਫਿਰ ਉਸ ਦੇ ਬਾਅਦ ਉਹਨਾਂ ਦੇ ਕੱਪੜੇ ਧੋਣ ਲਈ ਲਿਆਉਂਦੇ ਹੋਣ, ਵਾਸ਼ਿੰਗ ਮਸ਼ੀਨਾਂ ਸਾਈਡਾਂ ਤੇ ਲੱਗੀਆਂ ਹੋਣ, ਗੁਸਲਖਾਨੇ ਤਿਆਰ ਕੀਤੇ ਹੋਣ, ਤੇ ਫਿਰ ਉੱਥੋਂ ਗੁਸਲਖਾਨੇ ਦਾ ਗੰਦ ਸਾਂਭਣ ਲਈ ਰੋਜ਼ ਦਾ 1.5 ਲੱਖ ਸਾਡਾ NRI ਵੀਰ ਇੱਕ ਕਰੇ ਕਿ ਮੈਂ ਗੰਦਗੀ ਸਾਫ਼ ਕਰਨੀ ਹੈ, ਕਿਤਾਬਾਂ ਲਾਈਆਂ ਹੋਣ, ਸਕੂਲ ਖੋਲ ਦਿੱਤੇ ਹੋਣ ਗਰੀਬਾਂ ਲਈ। ਇਸ ਦੀ ਮਿਸਾਲ ਮੈਨੂੰ ਦੱਸਿਓ, ਤੁਸੀਂ ਤਾਂ ਬਹੁਤ ਦੁਨੀਆ ਵੇਖੀ ਹੋਣੀ ਹੈ, ਦੁਨੀਆ ਦੇ ਕਿਸੇ ਹਿੱਸੇ ਵਿੱਚ ਇਹ ਹੋਈ ਹੈ, ਤੇ ਫਿਰ ਉਸ ਦੇ ਬਾਵਜੂਦ ਇਹ ਸ਼ਬਦ ਵਰਤੇ ਜਾਣ, ਇਹ ਬਾਗੀ ਨੇ। ਕਮਾਲ ਹੀ ਜੇ ਇਹੋ ਜਿਹੇ ਬਾਗੀ। ਮੈਂ ਤੇ ਅਰਦਾਸਾਂ ਕਰਦੀ ਹਾਂ ਦੁਨੀਆ ਦੇ ਹਰ ਹਿੱਸੇ ਵਿੱਚ ਜੇ ਹੋ ਜਾਣ, ਤੇ ਜ਼ਰਾ ਜ਼ਮੀਨੀ ਪੱਧਰ ਤੇ ਆ ਕੇ ਉਹਨਾਂ ਲੋਕਾਂ ਵੱਲ ਦੇਖੀਏ
ਜਿਹੜੇ ਲੋੜਵੰਦ ਉੱਥੋਂ ਰੋਜ਼ ਢਿੱਡ ਭਰਦੇ ਨੇ, ਜਿਹੜੇ ਅਰਦਾਸਾਂ ਇਹ ਕਰਦੇ ਨੇ ਕਦੇ ਨਾ ਇੱਥੋਂ ਜਾਣ। ਇਹੋ ਜਿਹਾ ਸੰਘਰਸ਼ ਕਿਤੇ ਦਿਸਿਆ? ਭੈਣ ਜੀ, ਤਿਲਕ ਜਨਿਉ ਰਾਖਾ ਪ੍ਰਭ ਤਾਂਕਾ, ਇਸ ਕੌਮ ਨੇ ਕਿਸੇ ਸ਼ਹਾਦਤ ਦਾ, ਚਾਹੇ ਉਹ ਸਿੱਖੀਜ਼ਮ ਨਾਲ ਹਿਸਟੋਰੀਕਲ ਬੈਕਗਰਾਉਂਡ ਦੇ ਨਾਲ ਸੰਬੰਧਿਤ ਹੋਵੇ, ਚਾਹੇ ਆਜ਼ਾਦੀ ਤੋਂ ਪਹਿਲਾਂ ਹੋਵੇ, ਚਾਹੇ ਡਿਊਰਿੰਗ ਆਜ਼ਾਦੀ ਹੋਵੇ, ਚਾਹੇ ਉਹ ਮਾਡਰਨ ਸ਼ਹੀਦਾਂ ਤੇ ਆ ਕੇ ਰੁਕਦਾ ਹੋਵੇ, ਆਪਾਂ ਨੂੰ ਕਲੀਅਰਲੀ ਪਤਾ ਹੈ ਕਿ ਇਹਨਾਂ ਰਾਜਸੀ ਲੋਕਾਂ ਨੇ ਉਹਨਾਂ ਦਾ ਨਾਮ ਵਰਤਿਆ ਤੇ ਉਹਦਾ ਫਾਇਦਾ ਉਠਾਇਆ, ਪਰ ਉਹ ਯੋਧਿਆਂ ਨੂੰ, ਉਹ ਸ਼ਹੀਦਾਂ ਨੂੰ ਨਾ ਕਦੇ ਇਹਨਾਂ ਨੇ ਉਹਨਾਂ ਨੂੰ ਪ੍ਰੋਪਰਲੀ ਰਿਕੋਗਨਾਈਜ਼ ਕੀਤਾ ਤੇ ਨਾ ਹੀ ਉਹਨਾਂ ਨੂੰ ਕਿਸੇ ਜਗ੍ਹਾ ਤੇ ਲਿਆ ਕੇ ਇਹ ਇੰਨਾ ਕੁ ਯੋਗ ਸਮਝਿਆ ਕਿ ਘੱਟੋ ਘੱਟ ਸਨਮਾਨਿਤ ਕਰਕੇ ਉਹਨਾਂ ਦੇ ਹੱਕਾਂ ਲਈ, ਉਹਨਾਂ ਦੇ ਪਰਿਵਾਰਾਂ ਦੇ ਹੱਕਾਂ ਲਈ ਤੇ ਉਹਨਾਂ ਦੇ ਬੱਚਿਆਂ ਲਈ, ਉਹਨਾਂ ਦੀ ਪੜ੍ਹਾਈ ਲਈ ਅਸੀਂ ਐਵੇਂ ਹੀ ਫੋਕੇ ਨਾਅਰੇ ਹੁਣ ਤਾਈਂ ਲਾਉਂਦੇ ਆਏ ਹਾਂ ਕਿ ਅਸੀਂ ਜੈ ਜਵਾਨ ਤੇ ਜੈ ਕਿਸਾਨ ਦੇ ਹਾਮੀ ਹਾਂ। ਦੋਨੀ ਜਗ੍ਹਾ ਤੇ ਇਹਨਾਂ ਨੇ, ਉੱਥੇ ਜਵਾਨ ਮਰਵਾਉਂਦੇ ਨੇ ਤੇ ਇੱਥੇ ਕਿਸਾਨ ਮਰਵਾਉਂਦੇ ਨੇ, ਤੇ ਕੋਈ ਸ਼ੱਕ ਨਹੀਂ ਕਿ ਆਪ ਮੁੜ ਕੇ ਆਪਣੀਆਂ ਕੁਰਸੀਆਂ ਤੇ ਕਾਬਜ ਹੋ ਕੇ ਇਹਨਾਂ ਹੀ ਲੋਕਾਂ ਨੂੰ ਤੇ ਇਹਨਾਂ ਦੇ ਹੀ ਪਰਿਵਾਰਾਂ ਨੂੰ ਦਬਾਉਂਦੇ ਨੇ। ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇੱਕ ਸਵਾਲ ਹੈ ਕਿ ਇੱਥੇ ਜਿਨ੍ਹਾਂ ਨੂੰ ਇਹ ਮਾਰ ਰਹੇ ਨੇ, ਇਹਨਾਂ ਨੂੰ ਭੁੱਲ ਹੀ ਰਹੇ ਨੇ ਵੀ ਇਹ ਸਿਰਫ ਇਕੱਲੇ ਖੁਰਾਕ ਨਹੀਂ ਦਿੰਦੇ, ਇਹ ਤਾਂ ਛਾਤੀਆਂ ਦਿੰਦੇ ਨੇ। ਉਹ ਭੁੱਲ ਗਏ ਨੇ ਕਿ ਕਿਸੇ ਵੀ ਥਾਂ ਤੇ ਰੱਜੇ ਪੁੱਜਿਆਂ ਨੇ ਸਾਡੇ ਇੱਥੇ ਮੁਲਕ ਦੇ ਵਿੱਚ ਕਦੇ ਆਪਣੇ ਪੁੱਤਰ ਧੀਆਂ ਲੜਨ ਲਈ ਨਹੀਂ ਭੇਜੇ। ਜਿਹੜੇ ਸਰਹੱਦਾਂ ਤੇ ਮਰਨ ਜਾ ਰਹੇ ਨੇ, ਸ਼ਹੀਦ ਹੋਣ ਜਾ ਰਹੇ ਨੇ, ਜਿਹੜੇ ਦੋ ਹਿੱਸਿਆਂ ਵਿੱਚ ਵੱਢ ਕੇ ਆਉਂਦੇ ਨੇ, ਉੱਥੋਂ 12-12 ਨੂੰ ਝਟਕਾ ਕੇ, ਤੇ ਉਦੋਂ ਕੀ ਗੱਜਦੇ ਨੇ। ਇੱਕ ਸਵਾਲ ਹੈ ਕਿ ਜੇ ਅੱਜ ਉਹੀ ਸ਼ਬਦ ਇੱਥੇ ਬੋਲਿਆ ਗਿਆ, ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ, ਪਹਿਲਾਂ ਸਪਸ਼ਟ ਕਰਦਿਆਂ, ਇਹ ਕਿਤੇ ਸਿੱਖਾਂ ਦਾ ਸੰਘਰਸ਼ ਨਹੀਂ ਹੈ, ਕਿਰਤੀਆਂ ਦਾ ਸੰਘਰਸ਼ ਹੈ, ਜਿਹਦੇ ਵਿੱਚ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ, ਹਰ ਧਰਮ ਦੇ ਲੋਕ ਸ਼ਾਮਲ ਨੇ, ਜਿੱਥੇ ਵਕੀਲ ਸ਼ਾਮਲ ਨੇ, ਡਾਕਟਰ ਸ਼ਾਮਲ ਨੇ, ਜਿੱਥੇ ਟੀਚਰਸ ਸ਼ਾਮਲ ਨੇ, ਜਿੱਥੇ IAS IPS ਰਿਟਾਇਰਡ, ਕਮਾਂਡਰ, ਬ੍ਰਿਗੇਡੀਅਰ ਰਿਟਾਇਰਡ, ਹਰ ਥਾਂ ਤੋਂ ਲੈ ਕੇ ਚਪੜਾਸੀ ਤੱਕ ਸ਼ਾਮਲ ਹੈ, ਜਿੱਥੇ ਨਿੱਕੀ 6 ਮਹੀਨੇ ਦੀ ਬਾਲੜੀ ਵੀ ਉੱਥੇ ਉਹਦੀ ਪ੍ਰੈਮ ਦੇ ਨਾਲ ਇੱਕ ਡੰਡਾ ਖੜਾ ਕਿ ਮੈਂ ਸਭ ਤੋਂ ਵੱਡੀ ਅੱਤਵਾਦੀ ਹਾਂ, ਤੇ ਉਸ ਤੋਂ ਲੈ ਕੇ ਬਜ਼ੁਰਗ 100 ਵਰਿਆਂ ਦੀ ਮਾਂ ਵੀ ਸ਼ਾਮਲ ਹੈ। ਇਹਨੂੰ ਪਹਿਲੀ ਗੱਲ ਸਿੱਖੀ ਰੂਪ ਦੇ ਕੇ ਖਾਲਿਸਤਾਨ ਕਹਿਣਾ। ਮੈਂ ਉਹਨਾਂ ਲਈ ਤੁਹਾਡੇ ਇਸ ਪ੍ਰੋਗਰਾਮ ਰਾਹੀਂ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਇਹ ਬਾਗੀ ਨੇ ਤਾਂ ਫਿਰ ਇਸ ਝੰਡੇ ਦੀ ਬੇਅਦਬੀ ਕਰਨ ਵਾਲੇ ਨੇ। ਤਾਂ ਮੈਨੂੰ ਜਵਾਬ ਚਾਹੀਦਾ ਹੈ ਕਿ ਯੂਪੀ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ, ਉਸ ਥਾਂ ਤੇ ਹਿੰਦੁਸਤਾਨ ਦਾ ਸਾਡਾ, ਮੈਂ ਫਖਰ ਕਰਦੀ ਹਾਂ, ਮੈਂ ਇਸ ਭਾਰਤ ਦੀ ਬਸ਼ਿੰਦਾ, ਮੈਂ ਆਪਣੇ ਮੁਲਕ ਤੇ ਫਖਰ ਕਰਦੀ ਹਾਂ, ਜਿਵੇਂ ਤੁਸੀਂ ਕਰਦੇ ਹੋ। ਅਸੀਂ ਸਾਰੇ ਵੱਖੋ ਵੱਖਰੀ ਆਪਣੀ, ਪਰ ਇਸ ਮੁਲਕ ਦੇ ਵਿਚਲੀ ਗੰਦਗੀ ਜੋ ਕੁਰਸੀਆਂ ਤੇ ਬੈਠ ਚੁੱਕੀ ਆ, ਉਹਦੇ ਵਿਰੁੱਧ ਮੈਨੂੰ ਬੋਲਣ ਦਾ ਓਨਾ ਹੀ ਹੱਕ ਹੈ ਜਿੰਨਾ ਇਸ ਭਾਰਤ ਦਾ, ਕਿਉਂਕਿ ਇਹ ਕਿਸੇ ਦੀ ਜਾਗੀਰ ਨਹੀਂ ਹੈ, ਇਹ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਸਿਰਜਿਆ। ਆਜ਼ਾਦੀ ਐਵੇਂ ਹੀ ਇਹਨਾਂ ਨੇ ਨਹੀਂ ਸੀ ਲਈ। ਤਾਂ ਇਹਨਾਂ ਨੂੰ ਸਵਾਲ ਤਾਂ ਇਹ ਪੁੱਛ ਸਕਦੇ ਆ ਕਿ ਭਾਈ ਹਿੰਦੁਸਤਾਨ ਦਾ ਝੰਡਾ ਉਦੋਂ ਕਿਉਂ ਨੀਵਾਂ ਸੀ, ਕਿਉਂ ਇੱਕ ਭਗਵਾਂ ਝੰਡਾ, ਇੱਕ ਹਿੰਦੂ ਰਾਸ਼ਟਰ ਕਹਿ ਕੇ ਇਹਨੂੰ ਉੱਤੇ ਚੁੱਕ ਕੇ ਉੱਥੇ, ਤੇ ਸਾਡੇ ਪ੍ਰਧਾਨ ਮੰਤਰੀ ਉੱਥੇ ਖੜੇ ਰਹੇ, ਦੇਖਦੇ ਰਹੇ ਕਿ ਭਾਰਤ ਦਾ ਝੰਡਾ ਨੀਵਾਂ ਹੈ ਤੇ ਇੱਕ ਭਗਵਾਂ ਝੰਡਾ ਉੱਤੇ ਹੈ। ਦੂਸਰੀ ਗੱਲ, ਇਹਨਾਂ ਦਾ ਇੱਕ ਮੁੱਖ ਮੰਤਰੀ ਕਿਉਂ ਸਲਾਮ ਲੈ ਰਿਹਾ ਸੀ 26 ਜਨਵਰੀ ਵਾਲੇ ਦਿਨ? ਸਲਾਮ ਵੀ ਕੀਤੀ, ਨੈਸ਼ਨਲ ਐਂਥਮ ਵੀ ਪੜਿਆ ਗਿਆ, ਤੇ ਹਿੰਦੁਸਤਾਨ ਦਾ ਝੰਡਾ ਨਹੀਂ ਸੀ ਉੱਥੇ, ਝੰਡਾ ਭਗਵਾ ਸੀ। ਕਿਉਂ? ਆਖਰ ਕਿਉਂ? ਉਹ ਕੀ ਬੇਅਦਬੀ ਨਹੀਂ ਸੀ? ਤੀਸਰਾ ਸਵਾਲ, ਪਾਰਲੀਮੈਂਟ ਨਵੀਂ ਬਿਲਡਿੰਗ ਬਣੀ, ਸਭ ਜਾਣਦੇ ਨੇ, ਉੱਥੇ ਜੋ ਧਰਤੀ ਪੂਜਨ ਕੀਤਾ ਗਿਆ, ਭੂਮੀ ਪੂਜਨ, ਮੈਨੂੰ ਦੱਸ ਦਿਓ ਕਿ ਇਹ ਸੁਤੰਤਰ ਭਾਰਤ ਕੀ ਸਿਰਫ ਇੱਕ ਧਰਮ ਨਾਲ ਸੰਬੰਧਿਤ ਜਾਂ ਸੈਕੂਲਰਿਜ਼ਮ ਦਾ, ਜਿੱਥੇ ਅਸੀਂ ਰੌਲਾ ਪਾ ਰਹੇ ਹਾਂ ਦੁਨੀਆ ਭਰ ਵਿੱਚ, ਉਹ ਸੈਕੂਲਰਿਜ਼ਮ ਕਿੱਥੇ ਉੱਡ ਗਿਆ? ਕਿਉਂ ਅਸੀਂ ਉਹਨੂੰ ਧਾਰਮਿਕ ਰੰਗਤ ਦੇ ਰਹੇ ਹਾਂ, ਜਦਕਿ ਅਸੀਂ ਚਾਹੁੰਦੇ ਹਾਂ ਕਿ ਨਿਆਂ ਜੇ ਮਿਲਣਾ ਹੈ, ਧਰਮ ਨੂੰ ਕਿਤੇ ਵੱਖਰੇ ਰੱਖੋ, ਮਨਾਂ ਦੇ ਅੰਦਰ ਰੱਖੋ, ਇਹਨੂੰ ਕਿਉਂ ਬਾਹਰ ਲਿਆ ਰਹੇ ਹੋ? ਜਾਣ ਬੁੱਝ ਕੇ ਪਾੜ ਪਾਉਣ ਲਈ ਇੱਕ ਧਰਮ ਦਾ ਉੱਥੇ ਦੱਸਣ ਦਾ ਕੀ ਮਤਲਬ ਹੈ ਕਿ ਪਾਰਲੀਮੈਂਟ ਸਿਰਫ ਇੱਕ ਧਰਮ ਨੂੰ ਮੰਨਣ ਵਾਲਿਆਂ ਲਈ ਹੈ? ਜਾਂ ਤਾਂ ਜੇ ਧਰਮ ਹੀ ਵਿੱਚ ਲਿਆਉਣਾ ਸੀ, ਜਾਂ ਤਾਂ ਸਰਬ ਧਰਮ ਅਸੀਂ ਕਹਿੰਦੇ ਜੀ ਉੱਥੇ ਕਰ ਦਿੱਤਾ,
ਨਹੀਂ ਤਾਂ ਧਰਮ ਦੀ ਲੋੜ ਹੀ ਨਹੀਂ। ਆਪਾਂ ਇਹ ਖਿਮਾ ਕਰਿਓ ਸ਼ਬਦ ਬਹੁਤ ਕੌੜਾ ਜੇ, ਪਖੰਡ ਕਿਉਂ ਕਰ ਰਹੇ ਹਾਂ? ਪਖੰਡ ਇਸ ਕਰਕੇ ਕਿਹਾ ਕਿ ਉਸੇ ਹੀ ਰੱਬ ਦਾ ਨਾਂ ਲੈ ਕੇ, ਜਿਹੜੀ ਕਹਿੰਦੀ ਏ, ਜਿਨ੍ਹਾਂ ਦੇ ਵਿੱਚ ਸਾਡੀ ਇੱਕ ਮਾਂ ਚੰਡੀ ਕਹਿੰਦੀ ਹੈ ਦੁਸ਼ਟਾਂ ਨੂੰ ਖਤਮ ਕਰ ਦਿਓ, ਮਾਰ ਮੁਕਾ ਦਿਓ, ਤੇ ਉਹ ਦੁਸ਼ਟ ਮੰਦਿਰ ਦੇ ਅੰਦਰ ਹੀ ਸਮੂਹਕ ਬਲਾਤਕਾਰ ਕਰਦੇ ਹੋਣ। ਇਸ ਤਰ੍ਹਾਂ ਦੀ ਨੀਵੀਂ ਸੋਚ ਵਾਲੇ ਅੱਜ ਉਹ ਕਿਸ ਜਿਗਰੇ ਨਾਲ ਕਹਿ ਰਹੇ ਨੇ ਕਿ ਅਸੀਂ ਝੰਡੇ ਦਾ ਉੱਥੇ ਯਾਨੀ ਮਾਣ ਕਿਤੇ ਨੀਵਾਂ ਕਰ ਦਿੱਤਾ। ਸਾਡੇ ਨੌਜਵਾਨ ਲਿਪਟ ਕੇ ਆਉਂਦੇ ਨੇ, ਸਾਡੇ ਵੀਰ ਨਿੱਕੇ ਨਿੱਕੇ ਬੱਚੇ ਇਸੇ ਝੰਡੇ ਦੇ ਵਿੱਚ, ਤੇ ਜਦੋਂ ਉੱਥੇ ਗੱਜਦੇ ਨੇ ਬੋਲੇ ਸੋ ਨਿਹਾਲ, ਉਦੋਂ ਖਾਲਿਸਤਾਨੀ ਨਹੀਂ ਹੁੰਦੇ। ਉਦੋਂ ਕਿਉਂ ਕਹਿੰਦੇ ਨੇ ਕਿ ਯਰਕ ਗਏ? ਪਾਕਿਸਤਾਨ ਦੀ ਸਰਹੱਦ ਤੇ ਨਾਰਾ ਗੱਜਿਆ ਜਾਂਦਾ ਤਾਂ ਵੀ ਨਹੀਂ ਹੁੰਦੇ ਖਾਲਿਸਤਾਨੀ, ਚੀਨ ਦੀ ਸਰਹੱਦ ਤੇ ਨਹੀਂ ਹੁੰਦੇ। ਤਾਂ ਫਿਰ ਆਖਰ ਕਿਉਂ ਜਦੋਂ ਵੀ ਇਸ ਚੀਜ਼ ਨਾਲ ਲਹੂ ਗਰਮਾਉਣ ਦੀ ਗੱਲ ਹੋਏ, ਉਹ ਹਿੰਦੁਸਤਾਨ ਵਿੱਚ ਜੇ ਕੋਈ ਕਹਿੰਦਾ ਅੱਲਾਹੂ ਅਕਬਰ, ਮੇਰਾ ਹੀ ਭਰਾ ਹੋਏਗਾ, ਤੇ ਜੋ ਆਪਣਾ ਲਹੂ ਗਰਮਾਉਣ ਲਈ ਇਹ ਬੋਲਦਾ ਹੈ, ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਹਿੰਦੁਸਤਾਨ ਦੇ ਵਿਰੁੱਧ ਹੈ। ਤੇ ਜੇ ਇਸੇ ਧਰਤੀ ਦੇ ਉੱਤੇ ਕੋਈ ਆਪਣੇ ਰੱਬ ਦਾ ਨਾਂ ਲੈਂਦਿਆਂ ਭਾਵੇਂ ਉਹ ਬੰਬ ਬੋਲੇ ਵੀ ਕਹਿੰਦਾ ਹੋਵੇ, ਤਾਂ ਉਹ ਆਪਣੇ ਅੰਦਰਲੇ ਲਹੂ ਨੂੰ ਗਰਮਾਉਣ ਲਈ ਗੱਲ ਕਰਦਾ ਹੈ। ਉਸੇ ਤਰ੍ਹਾਂ ਜੇ ਕੋਈ ਬੋਲੇ ਸੋ ਨਿਹਾਲ ਕਹਿੰਦਾ ਤਾਂ ਕੱਲਾ ਇਹ ਕਿਉਂ, ਆਖਰ ਕਿਉਂ ਇਸ ਧਰਤੀ ਦੇ ਉੱਤੇ ਨਿਸ਼ਾਨੇ ਉੱਤੇ ਆ ਜਾਂਦਾ, ਜਦੋਂ ਕਿ ਗੱਲ ਹੋਏ ਅੱਜ ਟਾਇਰ ਪਾ ਕੇ ਸਾੜਨ ਦੀ ਜਾਂ ਗੱਲ ਹੋਏ ਗੱਡੀਆਂ ਸਾੜਨ ਦੀ? ਕਿਹੜੀ ਸਰਕਾਰ ਹੈ ਜਿਨੇ ਸਹੀ ਮਾਇਨਿਆਂ ਵਿੱਚ ਇੱਥੇ ਸੈਕੂਲਰਿਜ਼ਮ ਨੂੰ ਕਿਤੇ ਵੀ ਉੱਗਣ ਦਿੱਤਾ? ਸਿਰਫ ਆਪਣੀਆਂ ਕੁਰਸੀਆਂ ਤੱਕ ਸੀਮਤ, ਆਪਣੇ ਗਿਰੇਬਾਨ 'ਚ ਝਾਤ ਮਾਰਨ ਕਿ ਇਹ ਕਿਉਂ ਕਿਰਤੀਆਂ ਨੂੰ ਮਿੱਝ ਕੇ ਉਹਨਾਂ ਦੇ ਲਹੂ ਦੇ ਉੱਤੇ ਆਪਣੀਆਂ ਕੁਰਸੀਆਂ ਟਿਕਾਉਣਾ ਚਾਹੁੰਦੇ ਨੇ। ਜੋ ਕੁਝ ਉੱਥੇ ਕੱਲ ਤੇ ਪਰਸੋਂ ਬਾਰਡਰਸ ਤੇ ਹੋਇਆ ਜੀ, ਖਾਸ ਕਰਕੇ ਜਿੱਥੇ ਟਕੈਤ ਸੀਗੇ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਿੱਖ ਭਰਾ, ਖਾਲਸਾ ਏਡ, ਸਾਰੇ ਜਿੰਨੇ ਵੀ ਉੱਥੇ ਲੰਗਰਾਂ ਦਾ ਪ੍ਰਬੰਧ ਹੈ, ਜਿੱਥੇ ਵੀ ਮੈਡੀਕਲ ਦਾ ਪ੍ਰਬੰਧ ਹੈ, ਕੰਬਲਾਂ ਦਾ ਪ੍ਰਬੰਧ ਹੈ, ਹੋਰ ਸਾਰੀਆਂ ਫੈਸਿਲਿਟੀਜ਼, ਜੁੱਤੀਆਂ ਤੱਕ ਸਾਡੇ ਬਾਹਰੋਂ ਬੈਠੇ NRI ਭਰਾ ਕੰਬਲ, ਸਰਦੀਆਂ ਦੀਆਂ ਚੀਜ਼ਾਂ ਭੇਜ ਰਹੇ ਨੇ। ਅਸੀਂ ਹਮੇਸ਼ਾ ਹੀ, ਮੈਂ ਅਸਲੀ ਸਿੱਖ ਤੇ ਸੱਚੇ ਸਿੱਖ ਦੀ ਗੱਲ ਕਰਦਾ ਕਿ ਅਸਲ 'ਚ ਅਸੀਂ ਇਨਸਾਨੀਅਤ ਦੇ ਪ੍ਰਮੋਟਰ ਹਾਂ। ਅਸੀਂ ਸ਼ਾਂਤੀ ਦੇ ਪੁੰਜ ਹਾਂ, ਪਰ ਇਨਸਾਨੀਅਤ ਦੇ ਹੱਕਾਂ ਦੀ ਰਾਖੀ ਕਰਨੀ ਚਾਹੁੰਦੇ ਹਾਂ। ਇਹ ਜੋ ਅਡਾਨੀ ਅੰਬਾਨੀ ਦੇ ਨਾਲ ਰਲ ਕੇ ਜਿਹੜੇ ਬਿੱਲ ਬਣਾਏ ਜਾ ਰਹੇ ਨੇ, ਇਹ ਇਕੱਲੇ ਕਿਸਾਨਾਂ ਤੇ ਮਜ਼ਦੂਰਾਂ ਤੋਂ ਇਲਾਵਾ ਦੇਸ਼ ਦੀ ਬਹੁਤ ਸਾਰੀ ਕਰਪਸ਼ਨ ਨੂੰ ਐਕਸਪੋਜ਼ ਕਰਦੇ ਨੇ, ਕਿਉਂਕਿ ਪ੍ਰਧਾਨ ਮੰਤਰੀ ਦੇ ਜਿੰਨੇ ਵੀ ਫੋਰਨ ਦੇ ਦਾਇਰੇ ਹੋਏ ਨੇ, ਉਹਨਾਂ 'ਚ ਬੇਹੱਦ ਕਰਪਸ਼ਨ ਹੋਈ ਹੈ। ਇਹਨਾਂ ਅਡਾਨੀਆਂ ਅੰਬਾਨੀਆਂ ਦੀ ਝੋਲੀ ਭਰੀ ਗਈ ਹੈ। ਮੈਂ ਇਹ ਸਵਾਲ ਇਸ ਕਰਕੇ ਇੱਥੇ ਲਿਆ ਰਿਹਾ ਕਿਉਂਕਿ ਜਿਹੜਾ ਪੈਸਾ ਉਹਨਾਂ ਦੀ ਝੋਲੀ 'ਚ ਜਾਂਦਾ, ਉਹ ਗਰੀਬਾਂ ਤੋਂ ਖੋਹ ਕੇ ਜਾਂਦਾ। ਉਹ ਗਰੀਬਾਂ ਦੀ ਹੱਕ ਤੇ ਉਹਨਾਂ ਦੀ ਇਨਫਰਾਸਟਰਕਚਰ, ਉਹਨਾਂ ਦੀ ਪੜ੍ਹਾਈ, ਉਹਨਾਂ ਦੀ ਹੈਲਥ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਜੌਬਸ, ਉਹਨਾਂ ਦੀ ਬੈਟਰ এনवायरमेंट, ਬੈਟਰ 에ਅਰ ਤੇ ਪੋਲੂਸ਼ਨ ਕੰਟਰੋਲ, ਬੈਟਰ ਰੇਲਵੇ, ਬੈਟਰ ਟਰਾਂਸਪੋਰਟੇਸ਼ਨ ਵਗੈਰਾ ਤੋਂ ਖੋਹ ਕੇ ਇਹ ਪੈਸਾ ਉਹਨਾਂ ਦੀ ਕਾਰਪੋਰੇਟ ਘਰਾਣਿਆਂ ਦੀ ਜੇਬ 'ਚ ਜਾਂਦਾ। ਮੈਨੂੰ ਪਤਾ ਕਿ ਤੁਸੀਂ ਤੇ ਮੈਂ ਕਈ ਵਾਰੀ ਵਿਚਾਰਾਂ ਕੀਤੀਆਂ ਨੇ, ਸਾਡੇ ਪੰਜਾਬ ਨੂੰ ਵੀ ਕਾਰਪੋਰੇਟ ਘਰਾਣਿਆਂ ਨੇ ਇਸੇ ਤਰੀਕੇ ਨਾਲ ਗਰੀਬਾਂ ਤੋਂ, ਕਿਸਾਨਾਂ ਤੋਂ, ਮਜ਼ਦੂਰਾਂ ਤੋਂ ਖੂਹ ਕੇ ਇਹਨਾਂ ਦੇ ਮੂੰਹਾਂ ਤੇ ਖੂਨ ਲੱਗਿਆ ਹੋਇਆ। ਸੋ ਇਸ ਤੋਂ ਅੱਗੇ ਤੁਸੀਂ ਗੱਲ ਤੋਰੋ ਜੀ। ਬਿਲਕੁਲ, ਕਿਰਤੀਆਂ ਦਾ ਹਾਲ ਹੀ ਦੱਸਣ ਲੱਗੀ ਹਾਂ ਕਿ ਇਹਨਾਂ ਦਾ ਜੇ ਇਹ ਕਹਿੰਦੇ ਨੇ ਅਸੀਂ 1% ਵੀ ਕੁਝ ਸਵਾਰਿਆ, ਤਾਂ 47%, ਮੈਂ ਹੁਣ ਸਿਰਫ ਪਿਛਲੇ ਵਰੇ ਦੀ ਗੱਲ ਕਰਦੀ ਹਾਂ, 47% ਨੇ ਸਾਡੀਆਂ ਟੀਨੇਜ ਗਰਲਸ, ਜਿਹੜੀਆਂ 15 ਤੋਂ 19 ਸਾਲ ਦੀਆਂ, ਜਿਹੜੀਆਂ ਅੰਡਰ ਨਰਿਸ਼ਡ ਨੇ, ਉਹਨਾਂ ਨੂੰ ਪੂਰਾ ਖਾਣਾ ਹੀ ਨਹੀਂ ਮਿਲ ਰਿਹਾ। ਤੇ 56% ਨੇ ਉਹਨਾਂ 'ਚ ਜਿਨ੍ਹਾਂ 'ਚ ਲਹੂ ਦੀ ਕਮੀ ਹੈ, ਆਇਰਨ ਡੈਫੀਸ਼ੀਐਂਸੀ ਲੱਭੀ ਗਈ ਜੇ। ਯਾਨੀ ਇਹ ਹਕੀਕਤ ਹੈ ਸਾਡੇ ਇਸ ਵੇਲੇ ਮੁਲਕ ਦੀ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਹਨਾਂ ਨਾਲ ਅਸੀਂ ਬਹੁਤ ਕੁਝ ਸਵਾਰ ਦਿੱਤਾ, ਤੇ ਸਾਡੀਆਂ ਅੱਜ ਵੀ ਧੀਆਂ ਮਜਬੂਰ ਨੇ ਸਕੂਲਾਂ ਨੂੰ ਛੱਡਣ ਲਈ, ਭਾਵੇਂ ਕਿੰਨੀਆਂ ਹੀ ਲਾਇਕ ਹੋਣ, ਕਿਉਂਕਿ ਸਕੂਲਾਂ ਵਿੱਚ ਅਜੇ ਤੱਕ ਅਸੀਂ ਉਹਨਾਂ ਨੂੰ ਵਾਸ਼ਰੂਮਸ ਪ੍ਰੋਵਾਈਡ ਨਹੀਂ ਕਰਕੇ ਦਿੱਤੇ, ਪੀਣ ਦਾ ਪਾਣੀ ਨਹੀਂ ਦੇ ਸਕੇ। ਇਸ ਹਾਲ ਤੇ ਲਿਆ ਕੇ ਤੇ ਅਜੇ ਹੁਣ ਅਸੀਂ ਕਹਿੰਦੇ ਆ ਕਿ ਤੁਹਾਡਾ ਲਹੂ ਅਸੀਂ ਤਾਂ ਨਿਚੋੜ ਹੀ ਲਿਆ, ਹੁਣ ਚਮੜੀ ਉਧੇੜਨੀ ਹੈ। ਤੇ ਫਿਰ ਉੱਤੋਂ ਕਿਆ ਕਮਾਲ ਦਾ, ਦੇਖੋ ਮੈਂ ਇੱਕ ਸਿੰਪਲ ਜੀ ਲੌਜਿਕ ਦੱਸਣਾ ਚਾਹੁੰਦੀ ਆ ਕਿ ਇੱਕ ਪੁੱਤਰ ਨੂੰ ਇੱਕ ਪਿਓ ਜਬਰੀ ਕਹਿ ਰਿਹਾ ਤੂੰ ਪੈਰ ਵਿੱਚ ਜੁੱਤੀ ਪਾ, ਉਹ ਕਹਿੰਦਾ ਜੀ ਤੰਗ ਹੈ, ਨਹੀਂ ਆ ਰਹੀ, ਨਹੀਂ ਤੂੰ ਪਾਏਗਾ, ਭਾਈ ਮੇਰਾ ਪੈਰ ਛਿੱਲਿਆ ਜਾਂਦਾ, ਨਹੀਂ ਆ ਰਹੀ, ਚੰਗਾ ਇਹਨੂੰ ਰੱਖ ਲੈ, 2 ਸਾਲ ਬਾਅਦ ਅੱਗੋਂ ਪਾ ਲਈ।
ਯਾਨੀ ਕੀ ਦੱਸਣਾ ਚਾਹੁੰਦੇ ਆ ਕਿ 2 ਸਾਲ ਬਾਅਦ ਜਦੋਂ ਬੱਚਾ ਹੋਰ ਵੱਧ ਜਾਏਗਾ ਤਾਂ ਉਹੀ ਜੁੱਤੀ ਤੰਗ ਉਹਨੂੰ ਫਿਰ ਉਦੋਂ ਵੀ ਕੀ ਪੂਰੀ ਆਏਗੀ। ਇਹੋ ਜਿਹਾ ਮਜ਼ਾਕ, ਮੈਂ ਕੋਝਾ ਮਜ਼ਾਕ ਕਹਿੰਨੀ ਆ ਜੋ ਅਸੀਂ ਕਰ ਰਹੇ ਆ, ਇੱਕ ਅੜੀ, ਇੱਕ ਜ਼ਿੱਦ। ਫ੍ਰੈਂਚ ਰੈਵੋਲਿਊਸ਼ਨ ਜੇ ਆਪਾਂ ਯਾਦ ਕਰੀਏ, ਇਨ ਬਿਨ ਹੂ ਬਹੂ ਉਹੀ ਮਾਹੌਲ ਸਿਰਜਿਆ ਗਿਆ ਇਸ ਵੇਲੇ, ਜਿੱਥੇ ਸਿਰ ਤਾਣ ਕੇ ਅਸੀਂ ਕਹਿੰਦੇ ਆ ਸਿਰਫ ਇੱਕੋ ਪਾਸੇ ਦੀ ਗੱਲ ਸੁਣੀ ਜਾਏਗੀ, ਦੂਜੀ ਪਾਸੇ ਦੀ ਸੁਣੀ ਨਹੀਂ ਜਾਣੀ। ਤੇ ਜਿਵੇਂ ਉਹ ਕਹਿ ਰਹੇ ਸਨ ਕਿ ਭਾਈ ਜੇ ਤੁਹਾਨੂੰ ਨਹੀਂ ਮਿਲਦੀ ਬ੍ਰੈਡ ਕੇਕ ਖਾ ਲਓ, ਇਨ ਬਿਨ ਇਹੋ ਗੱਲ ਏ ਕਿ ਭਾਈ ਤੁਸੀਂ ਇਹਨਾਂ ਨੂੰ ਵੇਚੋ ਤਾਂ ਸਹੀ, ਫਿਰ ਦੇਖਦੇ ਆ। ਤੇ ਜਿਹੜਾ ਅੱਗੇ ਹੀ ਸਾਡਾ ਹਰ ਜੰਮਦਾ ਬੱਚਾ ਅੱਜ 2.5 ਲੱਖ ਦੇ ਕਰਜ਼ੇ ਦੇ ਅਧੀਨ ਹੈ, ਉਹਨੂੰ ਅਜੇ ਹੋਰ ਕਰਜ਼ਈ ਕਰਨਾ, ਉਹਨਾਂ ਤੋਂ ਸਭ ਕੁਝ ਖੋਹ ਲੈਣਾ, ਜ਼ਮੀਨਾਂ ਖੋਹ ਲੈਣੀਆਂ। ਸਾਨੂੰ ਪਤਾ ਹੈ ਯੂਪੀ ਵਿੱਚ ਕੀ ਹੋਇਆ, ਇਹੋ ਕੁਝ ਲਾਗੂ ਹੋਇਆ ਸੀ, ਜਿੱਥੇ ਮਜਬੂਰ ਹੋ ਗਏ ਉੱਥੋਂ ਬਿਹਾਰ ਤੋਂ ਵੀ, ਯੂਪੀ ਤੋਂ ਲੋਕ ਜ਼ਮੀਨਾਂ ਗਰੀਬ ਬੰਦੇ ਵੇਚ ਕੇ ਮਜਬੂਰ ਨੇ ਕਿਸੇ ਹੋਰ ਥਾਂ ਨੌਕਰੀ ਕਰਨ ਲਈ। ਸਾਡੇ ਅੱਗੇ ਹੀ ਨਪੀੜੇ ਪਏ ਨੇ ਕਿਸਾਨ, ਖੁਦਕੁਸ਼ੀਆਂ ਦਾ ਹਾਲ ਵੇਖ ਲਓ। ਤੇ ਹੁਣ ਜਦੋਂ ਕਾਰਪੋਰੇਟ ਘਰਾਣਿਆਂ ਨੇ ਉਹਨਾਂ ਨੂੰ ਕਬਜ਼ਾ ਕਰਨਾ ਹੈ ਤਾਂ ਕਿਹੜੀ ਥਾਂ ਤੇ ਮਰਨ। ਬਾਜੀ ਜ਼ਰਾ ਹਿਸਾਬ ਲਾ ਲਓ, ਜਦੋਂ ਤੋਂ ਨੋਟਬੰਦੀ ਹੋਈ, ਜਿਹੜਾ ਵੀ ਕਾਲਾ ਧਨ ਆਉਣਾ ਸੀ, ਸਾਨੂੰ ਨਹੀਂ ਪਤਾ ਕਿਸ ਕਿਸਮ ਦਾ ਕਾਲਾ ਤੇ ਕਿਹਨਾਂ ਦੇ ਖਜ਼ਾਨਿਆਂ ਚੋਂ ਆਉਣਾ ਸੀ, ਪਰ ਜਦੋਂ ਉਦੋਂ ਦੇ ਮੋਏ ਲੋਕ, ਮੈਂ ਇੱਕ ਬਤੌਰ ਡਾਕਟਰ ਗੱਲ ਕਰਦੀ ਆ, ਅੱਜ ਦੇ ਦਿਨ ਵੀ ਸਾਡੇ ਕੋਲ ਹਸਪੀਟਲਸ ਵਿੱਚ ਆਉਂਦੇ ਨੇ ਲੋਕ, ਜੇਬਾਂ ਕੱਢ ਕੇ ਐ ਦਿਖਾ ਦਿੰਦੇ ਨੇ ਵਿਚਾਰੇ ਗਰੀਬ ਕਿ ਇੱਕ ਆਨਾ ਵੀ ਨਹੀਂ ਮਾਰਨਾ, ਮਾਰ ਦੋ ਅਸੀਂ ਇੰਝ ਹੀ ਮਰ ਜਾਵਾਂਗੇ, ਜੇ ਦੇ ਸਕਦੇ ਹੋ ਕੁਝ ਤਾਂ ਸਾਨੂੰ ਦੇ ਦਿਓ, ਅਸੀਂ ਦਵਾਈਆਂ ਤਾਂ ਫ੍ਰੀ ਛੱਡੋ, ਦੁੱਧ ਚਾਹ ਵੀ ਉੱਥੋਂ ਪੱਲਿਓ ਉਹਨਾਂ ਨੂੰ ਪਿਆਈ ਦੀ। ਇਸ ਹਾਲ ਚ ਨੇ ਅਜੇ ਨੋਟਬੰਦੀ ਤੋਂ ਉਭਰੇ ਨਹੀਂ ਲੋਕ, ਉੱਪਰੋਂ ਹੁਣ ਇਹ ਦੂਜਾ ਦਬਾਅ। ਤਾਂ ਇਹ ਉਸੇ ਤਰ੍ਹਾਂ ਹੀ ਹੈ ਵੀ ਭਾਈ ਜੇ ਤੁਸੀਂ ਕੇਕ ਖਾ ਲਓ ਤਾਂ ਸਰੇਗਾ, ਤਾਂ ਫਿਰ ਲੋਕਾਂ ਨੇ ਵਿਦਰੋਹ ਕਰਨਾ ਸੀ। ਇਹ ਉਹੀ ਵਿਦਰੋਹ ਜਦੋਂ ਅੱਤ ਹੋ ਗਈ ਸੀ, ਉਦੋਂ ਹੀ ਲੋਕ ਖੜੇ ਹੋਏ ਨੇ। ਤਾਂ ਹੀ ਇਹ ਹਰ ਪੂਰੇ ਹਿੰਦੁਸਤਾਨ ਦੇ ਲੋਕ ਜੁੜੇ ਨੇ, ਕੱਲਾ ਇੱਕ ਪੰਜਾਬ ਨਹੀਂ। ਭਾਵੇਂ ਅਸੀਂ ਜਾਣਦੇ ਹਾਂ ਪੰਜਾਬੀ ਹਮੇਸ਼ਾ ਮੋਹਰੀ ਹੋਏ ਨੇ, ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਹੋਣ, ਆਪਣੀ ਲਗਨ, ਆਪਣੀ ਮਿਹਨਤ ਨਾਲ। ਪਰ ਇੱਕ ਵੱਖ ਗੱਲ ਏ, ਮੈਨੂੰ ਇੱਕ BBC ਦੇ ਪੱਤਰਕਾਰ ਨੇ ਪੁੱਛਿਆ ਵੀ ਭਾਈ ਇਹ ਹਮੇਸ਼ਾ ਹੀ ਬੜਾ ਇੰਟਰਸਟਿੰਗ ਜਿਹਾ ਸਵਾਲ ਹੈ, ਮੈਂ ਉਹਦਾ ਜਵਾਬ ਤਾਂ ਹੀ ਦੇਣਾ ਚਾਹੁੰਦੀ ਹਾਂ ਕਿਉਂਕਿ ਸਮੂਹ ਪੰਜਾਬੀਆਂ ਤੇ ਲਾਗੂ ਹੁੰਦਾ। ਕਹਿਣ ਲੱਗਾ ਇਹ ਹਮੇਸ਼ਾ ਛੇਤੀ ਕਿਉਂ ਭੜਕ ਜਾਂਦੇ ਨੇ, ਪਹਿਲੀ ਚੀਜ਼। ਦੂਜੀ ਚੀਜ਼, ਇਹ ਕਿਉਂ ਨਿੱਕੀ ਨਿੱਕੀ ਚੀਜ਼ ਲਈ ਵੀ ਬਈ ਖੁੱਲ ਕੇ ਹੱਸਦੇ ਨੇ, ਕੱਲ ਦੀ ਪਰਵਾਹ ਨਹੀਂ। ਆਖਰ ਇਹ ਕਿਉਂ ਇੰਨੇ ਮੌਜੀ ਨੇ, ਇਹਨਾਂ ਚ ਕੀ ਗੱਲ ਬਾਕੀਆਂ ਤੋਂ ਵੱਖ ਕਿਉਂ ਹੈ ਵੀ ਹਰ ਇੱਕ ਜਿਹੜੇ ਨੂੰ ਧਾ ਕੇ ਮਿਲਦੇ ਨੇ, ਖੁਸ਼ ਰਹਿਣ ਵਾਲੇ, ਕੀ ਗੱਲ ਕੀ ਹੈ ਵੀ ਇਹਨਾਂ ਨੂੰ ਨਾ ਤਾਂ ਮੈਂ ਅਫਸੋਸ ਚ ਕਦੇ ਵੇਖਿਆ, ਤੇ ਨਾਲੇ ਕਿਸੇ ਦੇ ਲੜਾਈ ਹੁੰਦੀ ਹੈ ਇਹ ਆਪ ਖੜ ਜਾਂਦੇ ਨੇ ਕਿ ਅਸੀਂ ਬਚਾਉਣ ਲਈ ਆ ਗਏ ਆ, ਧੀ ਕਿਸੇ ਦੀ ਤੇ ਹੱਥ ਪੈਂਦਾ ਅੱਗੇ ਇਹ ਖੜ ਜਾਂਦੇ ਨੇ। ਆਖਰ ਕੀ ਗੱਲ ਕੀ ਹੈ? ਦੋ ਚੀਜ਼ਾਂ ਉਹਨੂੰ ਮੈਂ ਜਵਾਬ ਦਿੱਤੀਆਂ ਸਨ। ਪਹਿਲੀ ਚੀਜ਼, ਭਾਈ ਇਹਨਾਂ ਚ ਇੱਕ ਵੱਖ ਚੀਜ਼ ਸਿਰਫ ਇਹ ਜੁੜੀ ਹੈ ਕਿ ਇਹਨਾਂ ਦੀ ਅਣਖ ਹੈ। ਇਹ ਅਣਖ ਜਗਾਈ ਪਤਾ ਕਿਵੇਂ ਗਈ ਸੀ ਸਾਡੀ? ਨੀਵਿਆਂ ਤੋਂ ਅੱਤ ਨੀਵਿਆਂ ਨੂੰ ਖੜਾ ਕੀਤਾ ਸੀ, ਭਾਈ ਆਪਣੇ ਹੱਕਾਂ ਬਾਰੇ ਜਾਗਰੂਕ ਹੋ, ਹੱਕ ਮੰਗਣੇ ਨਹੀਂ ਹੁੰਦੇ, ਆਪਣੀ ਕਿਸਮਤ ਤੇ ਝੂਰਦੇ ਨਾ ਰਹੋ, ਹਾਸਲ ਕਰਿਆ ਕਰੋ। ਸੋ ਉਸ ਹਾਸਲ ਕਰਨਾ ਸਾਨੂੰ ਸਿਖਾਇਆ ਗਿਆ, ਤੇ ਇਸੇ ਤਰ੍ਹਾਂ ਦੂਜਿਆਂ ਦੇ ਹੱਕ ਜਦੋਂ ਖੋਏ ਜਾਂਦੇ ਨੇ, ਉਨੇ ਹੀ ਤਗੜੇ ਤਰੀਕੇ ਅਸੀਂ ਉਹਨਾਂ ਨੂੰ ਵੀ ਜਗਾਉਂਦੇ ਹਾਂ ਵੀ ਤੁਸੀਂ ਵੀ ਜਾਗੋ, ਅਸੀਂ ਵੀ ਤੁਹਾਡੇ ਨਾਲ ਆ। ਤੇ ਦੂਜੀ ਚੀਜ਼, ਸਾਡੇ ਵੱਡੇ ਵਡੇਰੇ ਘੋੜਿਆਂ ਤੇ ਜੰਗਲਾਂ ਵਿੱਚ ਲੰਘਦੇ ਸਨ, ਪਤਾ ਨਹੀਂ ਸੀ ਹੁੰਦਾ ਅਗਲਾ ਦਿਨ ਹੈ ਕਿ ਨਹੀਂ, ਸੋ ਪੈਸੇ ਜਮਾ ਕਰਨੇ ਸਾਨੂੰ ਸਾਡੇ ਗੁਰੂ ਨੇ ਸਿਖਾਏ ਨਹੀਂ। ਸਾਨੂੰ ਦਸਵੰਧ ਸਿਖਾਇਆ ਵੀ ਭਾਈ ਜਿੰਨਾ ਖਾਓ ਉਹ ਵੀ ਵੰਡ ਦਿਓ, ਕੱਲ ਤਾਂ ਪਤਾ ਨਹੀਂ ਆਣਾ ਕਿ ਨਹੀਂ। ਅੱਜ ਰਾਤ ਅਸੀਂ ਜੰਗਲਾਂ 'ਚ ਖੜੇ ਆ ਘੋੜਿਆਂ ਤੇ, ਕੱਲ ਤਾਂ ਵੇਖਣਾ ਹੀ ਨਹੀਂ, ਅੱਜ ਜ਼ਿੰਦਗੀ ਨੂੰ ਜੀ ਲਓ। ਸੋ ਸਾਡਾ ਪੰਜਾਬੀ ਦੁਨੀਆ ਭਰ 'ਚ ਸਾਡਾ ਜਿੱਥੇ ਵੀ ਕੋਈ ਬੈਠਾ ਹੈ ਨਾ, ਜਿਹੜਾ ਗੁਰੂ ਦਾ ਨਾਮ ਲੈਵਾ, ਉਹ ਜ਼ਿੰਦਗੀ ਜਿਉਣੀ ਜਾਣਦਾ। ਉਹਨੂੰ ਪਤਾ ਵੀ ਅੱਜ ਹੀ ਹੈ, ਅੱਜ ਹੱਸ ਲਓ, ਖੇਡ ਲਓ, ਦੂਜੇ ਨਾਲ ਦੋਸਤੀਆਂ ਗੰਢ ਲਓ, ਕੱਲ ਦੀ ਸਾਨੂੰ ਪਤਾ ਨਹੀਂ ਹਾਂ ਕਿ ਨਹੀਂ। ਇਹੋ ਕਾਰਨ ਹੈ, ਉਹ ਨਿੱਘ, ਉਹ ਸਾਂਝ, ਉਹ ਦੋਸਤੀ, ਉਹ ਮੁਹੱਬਤ, ਇਹ ਹਮੇਸ਼ਾ ਵੰਡਦਾ ਹੀ ਰਹਿੰਦਾ ਹੈ ਇਹ ਜਿਹੜਾ ਵੀ ਪੰਜਾਬੀ। ਤੇ ਉਹੀ ਕਾਰਨ ਹੈ ਇਹ ਸਿੱਖ, ਇਹ ਪੰਜਾਬੀ ਮੋਹਰੀ ਹੋਏ ਕਿ ਇਹ ਜ਼ੁਲਮ ਹੈ, ਧੱਕਾ ਹੈ, ਤੇ ਅਸੀਂ ਸਾਰੇ ਹਿੰਦੁਸਤਾਨ ਲਈ ਖੜੇ ਹੋਏ ਹਾਂ। ਤਾਂ ਲੋਕਾਂ ਨੂੰ ਸਮਝ ਆਈ ਕਿ ਅਸੀਂ ਨਾਲ ਜੁੜਦੇ ਹਾਂ। ਨਹੀਂ ਤਾਂ ਦੇਖੋ ਨਾ, ਪੁਲਿਸ ਦੀ ਡਾਂਗ ਪੈਂਦੀ ਹੈ, ਤੁਹਾਡੇ ਮੁਲਕ ਵਿੱਚ ਵੀ ਅੱਗੋਂ ਵਿਦਰੋਹ ਹੁੰਦਾ, ਇੰਜ ਥੋੜਾ ਹੁੰਦਾ ਪੁਲਿਸ ਤੋਂ ਡਾਂਗ ਖਾਦੀ, ਠੀਕ ਹੈ ਜੀ ਆਓ ਹੁਣ ਲੰਗਰ ਛਕ ਲਓ ਸਾਡੇ ਨਾਲ। ਇਹ ਤਾਂ ਵਿਰਲੀ ਮਿਸਾਲ ਹੈ ਨਾ। ਤੇ ਫਿਰ ਉਹਨਾਂ ਨੂੰ ਪਤਾ ਹੈ ਵੀ ਸਾਡੇ ਹੀ ਪੁੱਤਰ ਲਈ ਇਹਨਾਂ ਨੇ ਲਹੂ ਵੀ ਦਾਨ ਕੀਤਾ ਪਿਆ। ਇਹੋ ਜਿਹਾ ਮਾਹੌਲ ਜੋ ਸਿਰਜ ਸਕੇ ਨੇ, ਇਹ ਪੰਜਾਬੀ ਸਿਰਜ ਸਕਦੇ ਨੇ, ਸਿੱਖ ਸਿਰਜ ਸਕਦੇ ਨੇ, ਕਿਉਂਕਿ ਇਹਨਾਂ ਨੂੰ ਜ਼ਿੰਦਗੀ ਜਿਉਣੀ ਆਉਂਦੀ ਹੈ। ਤੇ ਫਿਰ ਇੱਕੋ ਇੱਕ ਧਰਮ ਹੈ ਜਿੱਥੇ ਕਹਿੰਦੇ ਨੇ ਮੌਤ ਮਿਸਾਲੀ ਹੋਣੀ ਚਾਹੀਦੀ, ਇਹਨਾਂ ਦੀ ਮੌਤ ਮਿਸਾਲੀ ਹੁੰਦੀ ਹੈ। ਇਸੇ ਲਈ
ਇਹ ਮੌਤ ਨੂੰ ਮਖੌਲਾਂ ਕਰ ਸਕਦੇ ਨੇ। ਇਹੋ ਜਿਹੇ ਸਿਰਜੇ ਸਾਡੇ ਇਹ ਸਾਰੇ ਵੱਡੇ ਵਡੇਰੇ, ਜਿੱਥੋਂ ਅਸੀਂ ਉਹਨਾਂ ਦੇ ਜੈਨੇਟਿਕ ਚੇਂਜ ਸਾਡੇ ਵਿੱਚ ਜਵਾਈ ਹੈ। ਬਿਲਕੁਲ ਇਹੋ ਕੁਝ ਮੈਂ ਉਹਨੂੰ ਦੱਸਿਆ ਸੀ, ਫਰਾਂਸੀਸੀ ਜਿਹੜਾ ਪੱਤਰਕਾਰ ਸੀ, ਕਿ ਭਾਈ ਇਹ ਹਮੇਸ਼ਾ ਹੀ ਤੈਨੂੰ ਖਿੜੇ ਮੱਥੇ ਮਿਲਣਗੇ। ਜੇ ਗੁੱਸਾ ਵੀ ਆਉਂਦਾ ਤੇ ਪਲ ਛਿੰਦਾ, ਫਿਰ ਮੁੜ ਕੇ ਦੋਸਤੀਆਂ ਗੰਢ ਲੈਂਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਅਸੀਂ ਅੱਜ ਹੀ ਆ, ਕੱਲ ਨੂੰ ਕਿਹਨੇ ਦੇਖਿਆ, ਅੱਜ ਦੀ ਜ਼ਿੰਦਗੀ ਜੀਣੀ ਹੈ। ਪਰ ਹੁਣ ਇਹ ਅੱਜ ਦੀ ਜ਼ਿੰਦਗੀ ਵਿੱਚ ਇੱਕ ਸਵਾਲ ਫਿਰ ਮੈਂ ਕੌੜਾ ਕਰਨਾ ਚਾਹੁੰਦੀ ਹਾਂ, ਕਿ ਹਾਂਜੀ ਸੁਣਨ ਵਾਲੇ ਦੱਸਣ, ਜਦੋਂ ਇੱਕ ਮਸਜਿਦ ਢਾਈ ਗਈ ਸੀ, ਉਹਦੇ ਉੱਤੇ ਕਿਉਂ ਭਗਵਾ ਝੰਡਾ ਲਾਇਆ, ਤੇ ਕਿਉਂ ਇਹਨਾਂ ਦੀ ਹੀ ਇੱਕ ਮੰਤਰੀ ਚੀਕਾਂ ਮਾਰ ਮਾਰ ਕੇ ਥੱਲੋਂ ਕਹਿ ਰਹੀ ਸੀ ਇੱਕ ਧੱਕਾ ਹੋਰ। ਮੈਂ ਇਹਨਾਂ ਦੇ ਕਾਲੇ ਮਨ ਦੀ ਸਿਰਫ ਤੁਹਾਨੂੰ ਸਾਹਮਣੇ ਸਾਂਝ ਕੱਢਣਾ ਚਾਹੁੰਦੀ ਹਾਂ। ਫਿਰ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਢਾਇਆ ਗਿਆ, ਕਿਉਂ, ਆਖਰ ਕਿਉਂ ਉਹਦੇ ਉੱਤੇ ਤਿਰੰਗਾ ਝੰਡਾ ਉਦੋਂ ਲਾਇਆ, ਤੇ ਫਿਰ ਇੱਕ ਭਗਵੇਂ ਝੰਡੇ ਦੀ ਤਸਵੀਰ ਵੀ ਸਾਹਮਣੇ ਆਈ। ਮੈਨੂੰ ਇਹ ਦੱਸ ਦੇਣਾ, ਦੁਨੀਆ ਭਰ ਚ ਕਿਸੇ ਇੱਕ ਥਾਂ ਤੇ, ਜਿੱਥੇ ਕਿਤੇ ਵੀ ਕਿਸੇ ਹੋਰ ਧਾਰਮਿਕ ਸਥਾਨ ਤੇ ਕਦੇ ਖਾਲਸਾ ਝੰਡਾ ਲਾਇਆ ਹੋਵੇ, ਸਿਵਾਏ ਇੱਕ ਲਾਲ ਕਿਲੇ ਦੇ ਉੱਤੇ, ਜਿਸ ਸਦਕਾ ਮੈਂ ਅੱਜ ਯਾਦ ਕਰਵਾਨੀ ਆ ਪੁਰਾਣਾ ਸਮਾਂ, ਕਿ ਉਦੋਂ ਜਦੋਂ ਸਾਡਾ ਬੱਬਰ ਸ਼ੇਰ ਬਘੇਲ ਸਿੰਘ ਜਦੋਂ ਪਹੁੰਚਿਆ ਸੀ ਇੱਥੇ ਝੰਡਾ ਲੈ ਕੇ ਲਹਿਰਾਉਣ ਲਈ, ਯਾਦ ਕਰੇ ਜੇ ਇਤਿਹਾਸ ਨੂੰ, ਇਹ ਅੱਜ ਦਾ ਸਾਡਾ ਇਹ ਜੋ ਹੁਣ ਬੈਠੇ ਨੇ ਸਿਆਸਤਦਾਨ, ਕਿ ਭਾਈ ਤੁਸੀਂ ਇਹਨਾਂ ਕੁਰਸੀਆਂ ਤੇ ਸਜੇ ਹੀ ਸਾਓ, ਕਿਉਂਕਿ ਉਹ ਉਸ ਸਮੇਂ ਸਾਡੇ ਹੀ ਸਿੰਘ ਸਨ, ਜਿਹੜੇ ਸਾਡੇ ਬੱਬਰ ਸ਼ੇਰ, ਜਿਨ੍ਹਾਂ ਨੇ ਇਹਨੂੰ ਹਾਸਲ ਕੀਤਾ ਸੀ, ਜਾਨਾਂ ਵਾਰ ਕੇ ਅੱਤ ਦਾ ਜ਼ੁਲਮ ਸਹਿ ਕੇ ਹਾਸਲ ਕੀਤਾ ਸੀ, ਤੇ ਫਿਰ ਹੀ ਅੱਜ ਤੁਸੀਂ ਉਸ ਥਾਂ ਤੇ ਬਹਿ ਸਕੇ ਹੋ। ਪਰ ਅਫਸੋਸ ਸਾਡੇ ਗੁਰੂ ਸਾਹਿਬਾਨ ਨੇ ਦੋ ਬੜੇ ਤਗੜੇ ਸ਼ਬਦ ਮੈਂ ਤੁਹਾਨੂੰ ਯਾਦ ਕਰਵਾ ਦਿਆਂ, ਤਖਤ ਬਹਿ ਤਖਤੇ ਕੀ ਲਾਇਕ। ਇਹ ਸਾਨੂੰ ਸਮਝ ਨਹੀਂ ਸੀ ਉਦੋਂ ਆਈ, ਹੁਣ ਆ ਰਹੀ ਹੈ, ਕਿ ਤਖਤ ਤੇ ਬਿਠਾਇਆ ਅਸੀਂ ਹੋਈ ਹੈ, ਪਰ ਗਲਤ ਗੱਲ ਹੋ ਗਈ। ਤੇ ਦੂਜੀ ਗੱਲ, ਰਾਜੇ ਸ਼ੀਂਹ ਮੁਕੱਦਮ ਕੁੱਤੇ। ਇਨ ਬਿਨ ਮੈਨੂੰ ਦੱਸ ਦੇਣਾ ਇਸ ਹਰਫ ਤੇ ਅੱਜ ਲਾਗੂ ਹੋ ਰਿਹਾ ਜਾਂ ਨਹੀਂ, ਕਿ ਕਿਵੇਂ ਅਹਿਲਕਾਰ ਕਿਸ ਤਰੀਕੇ ਸ਼ਿਕਾਰ ਬਣਾ ਕੇ ਲਿਜਾ ਰਹੇ ਨੇ, ਕਿਸ ਤਰੀਕੇ ਲਹੂ ਨੋਚ ਰਹੇ ਨੇ, ਕਿਸ ਤਰੀਕੇ ਚਮੜੀ ਉਧੇੜ ਰਹੇ ਨੇ, ਤੇ ਕਿਸ ਤਰੀਕੇ ਲੋਕ ਵਿੱਚ ਵਾੜੇ ਗਏ। ਇਸ ਸਭ ਜਾਣਦੇ ਨੇ ਕੌਣ ਸਨ, ਕਿਵੇਂ ਟਰਾਲੀਆਂ ਦੇ ਵਿੱਚ ਇਹਨਾਂ ਦੇ ਲੋਕ ਆਏ, ਕਿਸ ਤਰੀਕੇ ਜਬਰੀ ਜ਼ੁਲਮ ਕੀਤਾ ਗਿਆ, ਡੰਡੇ ਵੀ ਮਾਰੇ ਗਏ, ਸਭ ਸਾਬਤ ਹੋ ਚੁੱਕੇ ਕਿ ਉਹ ਬੀਜੇਪੀ ਦੇ ਹੀ ਬੰਦੇ ਸਨ। ਇਹ ਸਾਡੇ ਕੋਲ ਵੀਡੀਓਜ਼ ਆ ਚੁੱਕੀਆਂ। ਆਖਰ ਕਿਉਂ ਇਹ ਚੀਜ਼ ਕੀਤੀ ਜਾ ਰਹੀ ਹੈ? ਕੀ ਮਨ ਵਿੱਚ ਇੰਨੀ ਕਾਲਾ ਰੰਗ ਚੜ ਗਿਆ ਕਿ ਉਹਨਾਂ ਨੂੰ ਅਸਲ ਵਿੱਚ ਸਾਹਮਣੇ ਇੱਕ ਵਿਦਰੋਹ ਬੜਾ ਤਗੜਾ ਦਿਸਣੋਂ ਬੰਦ ਹੋ ਗਿਆ, ਕਿਉਂਕਿ ਤਖਤ ਤਾਂ ਸਦੀਵੀ ਹੁੰਦੇ ਨਹੀਂ। ਹਾਂਜੀ, ਜਿੰਨੀਆਂ ਵੀ ਖਬਰਾਂ ਹੁਣ ਆ ਰਹੀਆਂ ਜੀ, ਚਾਹੇ ਉਹ ਕੱਲ ਦੀ ਸੀਗੀ ਜਿੱਥੇ ਟਕੈਤ ਸੀਗੇ, ਉਹ ਹੈਗਾ ਮੇਰੇ ਖਿਆਲ ਟਿਕਰੀ ਬਾਰਡਰ ਦੀ ਹੈ, ਗਾਜ਼ੀਪੁਰ ਬਾਰਡਰ ਤੇ ਸਾਰੇ ਉਹਨਾਂ ਨੇ 40-50 ਦੇ ਕਰੀਬ ਜਿਹੜੇ ਗੁੰਡੇ ਲਿਆਂਦੇ, ਉਹਨਾਂ ਨੇ ਆ ਕੇ ਸਟੇਟਮੈਂਟ ਇਹ ਦਿੱਤੀ ਕਿ ਅਸੀਂ ਇਸ ਪਿੰਡ ਦੇ ਵਸਿੰਦੇ ਹਾਂ। ਪਰ ਉਹ ਸਾਰਾ ਵੀਡੀਓਜ਼ ਤੋਂ ਲੋਕਾਂ ਨੇ, ਲੋਕਲ ਪੇਂਡੂਆਂ ਨੇ ਆ ਕੇ ਕਿਹਾ ਕਿ ਇਹਨਾਂ ਚੋਂ ਕੋਈ ਵੀ ਇਹ ਲੋਕਲ ਨਹੀਂ ਹੈਗੇ। ਪੇਂਡੂ ਲੋਕ ਸਗੋਂ ਕਹਿੰਦੇ ਨੇ ਅਸੀਂ ਤਾਂ ਉੱਠਣ ਲਈ ਕਹਿ ਨਹੀਂ ਰਹੇ, ਜਿਸ ਦਿਨ ਦੇ ਇਹ ਸਿੱਖ ਭਰਾ ਇੱਥੇ ਆਏ ਨੇ ਸਾਨੂੰ ਰੱਜ ਕੇ ਰੋਟੀ ਮਿਲ ਰਹੀ ਹੈ। ਬੱਚਿਆਂ ਨੂੰ ਜਰਾਬਾਂ ਤੇ ਜੈਕਟਾਂ ਪਾ ਕੇ ਆ ਕੇ ਪੱਪੂ ਬਣ ਕੇ, ਤੋਤੇ ਬਣ ਕੇ ਮਾਪਿਆਂ ਮੂਹਰੇ ਖੜੇ ਹੋ ਗਏ ਕਿ ਅਸੀਂ ਇਹਨਾਂ ਲੋਕਾਂ ਨੂੰ ਇੱਥੋਂ ਜਾਣ ਨਹੀਂ ਦੇਣਾ। ਪਰ ਬੀਜੇਪੀ ਦੀਆਂ ਵੀਡੀਓਜ਼, ਉਹਨਾਂ ਦੀ ਇਹ ਸ਼ੈਤਾਨੀਆਂ ਦੀਆਂ, ਉਹਨਾਂ ਦੀਆਂ ਕਰਤੂਤਾਂ ਬਾਰ-ਬਾਰ ਮੂਹਰੇ ਆ ਰਹੀਆਂ ਨੇ ਕਿ ਉਹਨਾਂ ਵੱਲੋਂ ਇਹ ਜਾਂ ਤਾਂ ਸਟੇਜ ਕੀਤੇ ਗਏ, ਜਾਂ ਇਹ ਪਲਾਂਟ ਕੀਤੇ ਗਏ, ਤੇ ਜਾਂ ਸ਼ਰੇਆਮ ਹੀ ਪੁਲਿਸ ਦੀ ਬਹੁਤ ਗਿਣਤੀ ਦੇ ਵਿੱਚ ਪੁਲਿਸ ਖੜੀ ਵਿਟਨੈਸ ਕਰ ਰਹੀ ਹੈ ਖਾਲੀ, ਤੇ ਉਹ ਆਪਣੀ ਗੁੰਡਾਗਰਦੀ ਕਰ ਰਹੇ ਨੇ। ਤੇ ਇਹਨਾਂ ਨੇ ਸਿੱਖਾਂ ਤੇ ਵਟਿਆਂ ਨਾਲ ਵੀ ਹਮਲੇ ਕੀਤੇ, ਜਾ ਕੇ ਟੈਂਟ ਤੱਕ, ਸਟੇਜ ਤੱਕ ਜਾ ਚੜੇ। ਤੇ ਇੱਥੋਂ ਤੁਸੀਂ ਕੀ ਹੁਣ ਅੱਗੇ ਇਹਨੂੰ ਲਾਉਨੇ ਹੋ ਕਿ ਆਪਣੇ ਨਾਲ ਅਗਲੇ ਚੰਦ ਜਿਹੜੇ ਆਪਣੇ ਅਗਲੇ ਵਿਦਰੋਹ ਦੀ, ਆਪਣੀ ਜਿਹੜੀ ਪ੍ਰੋਟੈਸਟ ਦੀ ਅਗਲੀ ਰੂਪ ਰੇਖਾ, ਉਹਦੇ ਚ ਕੀ ਸ਼ਾਮਲ ਕੀਤਾ ਜਾਣਾ ਚਾਹੀਦਾ ਜੀ? ਕੀ ਹੋਣਾ ਚਾਹੀਦਾ? ਦੇਖੋ, ਅਸੀਂ ਤੇ ਸ਼ਹੀਦੀਆਂ ਦੇ ਚਾਅ ਦੇ ਨਾਲ ਪਲੇ ਆ, ਸੋ ਇਹ ਔਕੜਾਂ ਨਾ ਹੁਣ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਕਸੈਸਫੁਲ ਤੈਰਾਕ ਹੁੰਦੇ ਨੇ ਨਾ, ਉਹ ਵੀ ਸ਼ਾਂਤਮਈ ਸਮੁੰਦਰ ਦੇ ਵਿੱਚ ਨਹੀਂ ਪੈਦਾ ਹੁੰਦੇ। ਬਿਲਕੁਲ ਇਸੇ ਤਰ੍ਹਾਂ ਜਦੋਂ ਵੀ ECG ਕਰਦੇ ਆ ਨਾ ਅਸੀਂ ਕਿਸੇ ਦੀ, ਤੁਸੀਂ ਆਪ ਵੀ ਦੇਖੀ ਹੋਣੀ ਹੈ, ਤਾਂ ਉਹ ਬੜੀ ਉੱਚੀ ਨੀਵੀਂ ਹੋ ਕੇ ਆਉਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬੰਦਾ ਜਿਉਂਦਾ ਹੈ।
ਸਿੱਧੀ ਲਾਈਨ ਹੋ ਜਾਏ ਨਾ ਤੇ ਅਸੀਂ ਕਹਿੰਦੇ ਹਾਂ ਬੰਦਾ ਮਰ ਚੁੱਕਾ। ਇਸੇ ਤਰ੍ਹਾਂ ਸੰਘਰਸ਼ ਜਦੋਂ ਐਂ ਹੀ ਸ਼ਾਂਤਮਈ ਤੁਰੀ ਜਾਵੇ ਨਾ, ਹੌਲੀ ਹੌਲੀ ਮੱਠਾ ਪੈ ਜਾਂਦਾ, ਉਹਦੇ ਵਿੱਚ ਲੋਕਾਂ ਅੰਦਰਲੀ ਉਹ ਚਿਣਗ, ਉਹ ਅੱਗ ਰਹਿੰਦੀ ਨਹੀਂ। ਮੈਨੂੰ ਸੱਚ ਪੁੱਛੋ ਤਾਂ ਡਰ ਸੀ ਜੇ ਇਸੇ ਤਰ੍ਹਾਂ ਹੀ ਤੁਰੀ ਗਿਆ ਤੇ ਹੌਲੀ ਹੌਲੀ ਲੋਕ ਖਿਸਕਣੇ ਸ਼ੁਰੂ ਹੋ ਜਾਣੇ ਨੇ, ਕਿਉਂਕਿ ਲੋਕਾਂ ਵਿੱਚ ਉਹਨਾਂ ਠਰਮਾ ਖਾਸ ਕਰ ਸਾਡੇ ਯੂਥ ਵਿੱਚ ਹੋਣਾ ਨਹੀਂ, ਤੇ ਇਹ ਕਿਤੇ ਹੌਲੀ ਹੌਲੀ ਖੋਰਾ ਨਾ ਲੱਗਣਾ ਸ਼ੁਰੂ ਹੋ ਜਾਏ। ਸ਼ੁਕਰ ਕਰਦੀ ਹਾਂ ਬਹੁਤ ਜ਼ਿਆਦਾ ਮੈਂ ਸਰਕਾਰਾਂ ਦਾ ਕਿ ਉਹਨਾਂ ਨੇ ਇਸ ਸ਼ਾਂਤਮਈ ਸੰਘਰਸ਼ ਵਿੱਚ ਥੋੜਾ ਜਿਹਾ ਜ਼ਲਜ਼ਲਾ ਪੈਦਾ ਕੀਤਾ। ਜਿਹੜੇ ਉਹ ਥੱਕ ਕੇ, ਜਿਵੇਂ ਥੱਕੇ ਤਾਂ ਨਹੀਂ ਸਨ, ਪਰ ਜਿਵੇਂ ਮਾਨਸਿਕ ਥਕਾਵਟ ਹੋ ਜਾਂਦੀ ਵੀ ਇੱਕੋ ਹੀ ਰੋਜ਼ ਦੀ ਰੁਟੀਨ ਵਿੱਚ ਬੈਠੇ ਆ, ਸੋ ਉਹਨਾਂ ਨੂੰ ਵਾਪਸ ਤੇਜ਼ ਕੀਤਾ ਸੰਘਰਸ਼ ਵਿੱਚ, ਭਾਈ ਜਾਗੋ, ਇੱਕ ਜ਼ਲਜ਼ਲਾ ਹੋਰ ਆਇਆ, ਖੜੇ ਹੋਵੋ। ਸੋ ਸਾਨੂੰ ਵਾਪਸ ਓਨੇ ਹੀ ਤਗੜੇ ਤਰੀਕੇ ਫਿਰ ਖੜਾ ਕਰ ਦਿੱਤਾ। ਤੇ ਮੈਂ ਤੇ ਅਰਦਾਸ ਹੀ ਕਰ ਸਕਦੀ ਹਾਂ ਕਿ ਭਾਈ ਜਦੋਂ ਇਸੇ ਤਰ੍ਹਾਂ 2 ਮਹੀਨੇ ਹੋਰ ਲੰਘ ਜਾਣ, ਨਾ ਤੁਸੀਂ ਮੰਨੇ, ਇੱਕ ਵਾਰ ਫਿਰ ਇਸ ਤਰ੍ਹਾਂ ਦਾ ਜ਼ਲਜ਼ਲਾ ਦੇ ਦੇਣਾ, ਸਾਡੇ ਲੋਕ ਹੋਰ 3 ਗੁਣਾ ਤਗੜੇ ਤਾਕਤ ਨਾਲ ਖੜੇ ਹੋਣਗੇ। ਪਰ ਸ਼ਾਇਦ ਇਹਨਾਂ ਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਇਹ ਰੱਤ ਪੀਣੇ ਨੇ। ਜੇ ਰੱਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਇਹ ਲਹੂ ਪੀ ਚੁੱਕੇ ਨੇ ਹੁਣ ਲੋਕਾਂ ਦਾ, ਇਹਨਾਂ ਦਾ ਚੀਤ ਤਾਂ ਨਿਰਮਲ ਹੈ ਨਹੀਂ। ਕਿੰਨੀ ਦੇਰ, ਆਖਰ ਕਿੰਨੀ ਦੇਰ? ਤੁਹਾਨੂੰ ਲੱਗਦਾ ਹੈ ਕਿ ਬਾਬਰ ਅੱਜ ਦਿਸਦਾ ਹੈ ਕਿਤੇ, ਔਰੰਗਜ਼ੇਬ ਅੱਜ ਕਿਤੇ ਦਿਸਦਾ ਹੈ? ਜੇ ਹਿਟਲਰ ਨਹੀਂ ਦਿਸ ਰਿਹਾ, ਕੋਈ ਨੈਪੋਲੀਅਨ ਨਹੀਂ ਰਿਹਾ, ਯਾਨੀ ਹਰ ਬੰਦਾ ਜੋ ਚਾਹੁੰਦਾ ਸੀ ਮੈਂ ਦੁਨੀਆ ਦਾ ਸਭ ਤੋਂ ਚੋਟੀ ਤੇ ਪਹੁੰਚਣ ਵਾਲਾ, ਤੇ ਖਿਮਾ ਕਰਿਓ ਹੁਣ ਤਾਂ ਅਮਰੀਕਾ ਦਾ ਪ੍ਰੈਜ਼ੀਡੈਂਟ, ਮੇਰਾ ਖਿਆਲ ਹੈ, ਮੈਨੂੰ ਕਹਿਣ ਦੀ ਵੀ ਲੋੜ ਨਹੀਂ। ਸੋ ਦੁਨੀਆ ਸਾਰੀ ਚ ਤਬਦੀਲੀ ਆਉਂਦੀ ਹੈ, ਜੋ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਤਗੜਾ ਬੰਦਾ ਵੀ ਸਮਝਦਾ ਹੈ। ਲੋਕ ਜਦੋਂ ਜਾਗ ਜਾਣ ਉਹ ਤਖਤ ਪਲਟ ਦਿੰਦੇ ਨੇ। ਹੁਣ ਇਹੀ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਜਦੋਂ ਜ਼ੁਲਮ ਸਿਖਰ ਦਾ ਹੋ ਗਿਆ, ਸਾਰੇ ਲੋਕ ਵਿਦਰੋਹ ਤੇ ਖੜੇ ਨੇ। ਕਿਸ ਚੀਜ਼ ਨੂੰ ਜਫਾ ਪਾਈ ਬੈਠੇ ਹੋ? ਡੰਡੇ ਹੀ ਫੜੇ ਰਹਿ ਜਾਣੇ, ਥੱਲੋਂ ਤਖਤ ਖਿਸਕ ਜਾਣਾ। ਸੋ ਚੰਗੀ ਗੱਲ ਏ ਕਿ ਜੇ ਪਿਓ ਦਾ ਰੁਤਬਾ ਲੈ ਕੇ ਉੱਥੇ ਕੋਈ ਬੈਠਿਆ ਹੋਵੇ ਤਾਂ ਉਹ ਦਰਦ ਨਾ ਜੇ ਸਮਝ ਸਕੇ ਆਪਣੀ ਪੁੱਤਰਾਂ ਧੀਆਂ ਦਾ, ਤਾਂ ਉਹ ਤਖਤ ਤੇ ਬਹਿਣ ਯੋਗ ਨਹੀਂ ਹੁੰਦਾ। ਇਹੋ ਗੁਰਬਾਣੀ ਚ ਲਿਖਿਆ, ਤਖਤ ਬਹਿ ਤਖਤੇ ਕੀ ਲਾਇਕ ਦਾ ਮਤਲਬ ਇਹੋ ਹੈ ਕਿ ਜੇ ਤੁਸੀਂ ਉਸ ਤਖਤ ਦੀ ਮਹਾਨਤਾ ਨਹੀਂ ਸਮਝ ਸਕਦੇ, ਕਿਉਂਕਿ ਉਸ ਤਖਤ ਦਾ ਮਤਲਬ ਇਹ ਹੈ ਕਿ ਮੇਰੇ ਕੋਲ ਪਹਿਲੀ ਗੱਲ ਇਹ ਸਦੀਵੀ ਹੈ ਨਹੀਂ, ਪਰ ਜਿੰਨਾ ਸਮਾਂ ਹੈ ਯਾਦਗਾਰੀ ਬਣਾ ਜਾਵਾਂ। ਤਖਤ ਤੇ ਬਹਿ ਕੇ ਕਿਸੇ ਨੂੰ ਤੰਗ ਕਰਨਾ ਬਹੁਤ ਸੌਖੀ ਗੱਲ ਹੈ, ਬਹੁਤ ਸੌਖਾ ਹੈ ਭਾਜੀ। ਕੋਈ ਵੀ ਰੁਤਬਾ ਪਹੁੰਚ ਜਾਏ ਉਸ ਤੇ ਤੰਗ ਕਰਨਾ ਬਹੁਤ ਸੌਖਾ ਹੈ, ਪਰ ਇੱਕ ਖਿਆਲ ਕਿ ਮੈਂ ਇਸ ਸੀਟ ਤੇ ਬੈਠਾ, ਇਸ ਰੁਤਬੇ ਤੇ ਬੈਠਾ, ਮੈਂ ਕਿਸੇ ਦਾ ਭਲਾ ਕਿਵੇਂ ਕਰ ਸਕਦਾ, ਇੰਨੀ ਕੁ ਸਿਰਫ ਇੱਕ ਸਤਰ ਦੇ ਉੱਤੇ, ਤੇ ਨਾਲ ਇਹ ਗੱਲ ਯਾਦ ਰੱਖੇ ਕਿ ਇਹ ਸਮਾਂ ਲੰਘ ਜਾਣਾ, ਮੈਂ ਕੱਲ ਨਹੀਂ ਹੋਣਾ, ਤਾਂ ਉਸ ਸਮੇਂ ਦੇ ਦੌਰਾਨ ਮੈਂ ਕਿਸੇ ਲਈ ਕੀ ਫਾਇਦਾ ਦੇ ਸਕਦਾ। ਜੇ ਇੰਨੀ ਕੁ ਸੋਚ ਨਾਲ ਤਖਤ ਤੇ ਕੋਈ ਬਹਿ ਜਾਵੇ ਤਾਂ ਇਸ ਵਰਗ ਇੱਥੇ ਹੀ ਦੇਖਿਆ ਜਾ ਸਕਦਾ, ਵਰਨਾ ਜ਼ੁਲਮ ਦੀ ਸਿਖਰ ਤਾਂ ਇਸ ਤੋਂ ਪਹਿਲਾਂ ਕਿਤੇ ਹੋ ਗਈ। ਮੈਂ ਤਾਂ ਪਹਿਲਾਂ ਹੀ ਕਿਹਾ ਵੀ ਜਿੱਥੇ ਗੱਡੇ ਭਰੇ ਜਾਂਦੇ ਹੋਣ ਸਿਰਾਂ ਨਾਲ, ਇਹ ਤਾਂ ਹੁਣ ਉਹੀ ਹਾਲ ਹੋ ਗਿਆ ਨਾ ਕਿ ਜਿਹੜੀ ਸਦੀ ਚ ਕੋਈ ਵੀ ਅਜਿਹੇ ਤਖਤ ਤੇ ਬਹਿੰਦਾ ਉਹ ਬਦੋ ਬਦੀ ਔਰੰਗਜ਼ੇਬ ਬਣ ਜਾਂਦਾ। ਤੇ ਔਰੰਗਜ਼ੇਬ ਦੀ ਹਾਲਤ ਕੀ ਹੈ ਸਾਨੂੰ ਪਤਾ ਹੈ, ਤੁਸੀਂ ਵੀ ਗਏ ਹੋਵੋਗੇ। ਮਜ਼ਾਰ ਤੇ ਕੋਈ 2 ਰੁਪਏ ਮੰਗਦੇ ਹੱਥ ਅੱਡ ਕੇ ਖੜੇ ਨੇ ਕਿ ਸਾਨੂੰ ਤਾਂ ਭਾਈ ਦੇ ਦਿਓ ਕੁਛ ਦੀਵਾ ਬਾਲਣ ਲਈ, ਤੇ ਉਹੀ ਸੇਵਾਦਾਰ ਹਜ਼ੂਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਸਿਜਦਾ ਕਰਦੇ ਆ, ਉੱਥੇ ਰੋਟੀ ਛਕ ਆਂਦੇ ਨੇ ਤੇ ਕਹਿੰਦੇ ਨੇ ਸਾਨੂੰ ਕਿਸੇ ਨੇ ਧੱਕਾ ਵੀ ਨਹੀਂ ਮਾਰਿਆ। ਇਹ ਮਾਹੌਲ ਜੇ ਸਿਰਜਣਾ ਚਾਹੁੰਦੇ ਨੇ, ਜੀ ਸਦਕੇ ਇਤਿਹਾਸ ਵਿੱਚ ਝਾਤ ਮਾਰ ਲੈਣ। ਪਰ ਅੱਜ ਜੇ ਇਹ ਆਪਣੇ ਪੁੱਤਰਾਂ ਨੂੰ ਗਲੇ ਲਾ ਕੇ ਮੰਨ ਲੈਣ, ਹਾਂਜੀ ਛੱਡਿਆ, ਚਲੋ ਸਾਡੇ ਹੀ ਪੁੱਤਰ ਧੀਆਂ ਖੁਸ਼ ਹੋ ਜਾਣ, ਤੇ ਕੋਈ ਈਣ ਨਹੀਂ ਮਰੀ ਜਾਂਦੀ। ਤੁਸੀਂ ਸਗੋਂ ਇਸ ਤਰ੍ਹਾਂ ਉਚੇਰਾ ਹੀ ਬਿੰਬ ਹੋ ਜਾਂਦਾ ਕਿਸੇ ਪਿਤਾ ਦਾ। ਤੁਹਾਡਾ ਕਿਸੇ ਕਿਸਾਨੀ ਯੂਨੀਅਨ ਤੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਬੈਠੇ ਨੇ, ਮੈਨੂੰ ਪਤਾ ਤੁਹਾਡੇ ਸਾਰੇ ਜਿਹੜੇ ਪੰਜਾਬੀ ਸਿੰਗਰਸ ਨੇ ਉਹ ਵੀ ਤੁਹਾਡੇ ਨਾਲ ਲਗਾਤਾਰ ਕਮਿਊਨੀਕੇਟ ਕਰਦੇ ਨੇ, ਤੁਹਾਡੇ ਹਮੇਸ਼ਾ ਹੀ ਬਹੁਤ ਕਲੋਜ਼ ਸੰਪਰਕ 'ਚ ਰਹਿੰਦੇ ਨੇ। ਅੱਜ ਦੀ ਖਬਰਾਂ ਇਹ ਨੇ ਜੀ ਕਿ 200 ਤੋਂ 400 ਦੇ ਕਰੀਬ ਨੌਜਵਾਨ ਗਾਇਬ ਹੈ। ਕਿਸੇ ਨੂੰ ਨਹੀਂ ਪੱਕੀ ਹਾਲੇ ਖਬਰ ਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਰਹੀ, ਪਰ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ 200 ਤੋਂ 400 ਦੇ ਵਿੱਚ ਕੁਛ ਲਾਲ ਕਿਲੇ 'ਚ, ਜਾਂ ਕੁਛ ਇਹਨਾਂ ਨੇ ਜੋ ਬਾਅਦ 'ਚ ਗ੍ਰਿਫਤਾਰੀਆਂ ਕੀਤੀਆਂ, ਤੇ ਜਾਂ ਇਹਨਾਂ ਨੇ ਜੋ ਇਹਨਾਂ ਦੇ ਕਾਬੂ ਆ ਗਏ ਨੇ ਉਹਨਾਂ ਦੀਆਂ ਕੀਤੀਆਂ। ਕਾਫੀ ਮਾਪਿਆਂ ਦੀ ਵੀਡੀਓਜ਼ ਆਏ ਨੇ ਜਿਹੜੇ ਆਪਣੇ ਬੱਚਿਆਂ ਨੂੰ ਲੱਭ ਰਹੇ ਨੇ। ਕੁਛ ਜਰਨਲਿਸਟ ਨੂੰ ਪੁਲਿਸ ਦੀ ਮੌਜੂਦਗੀ 'ਚ ਵੀ ਸ਼ਰੇਆਮ
ਫੜ ਕੇ ਲੈ ਕੇ ਗਏ ਨੇ ਤੇ ਤਕਰੀਬਨ 70-80 ਦੇ ਕਰੀਬ FIR ਵੀ ਦਰਜ ਨੇ ਤੇ ਉਹਨਾਂ ਚੋਂ ਕਾਫੀ ਸਾਰੀਆਂ ਗ੍ਰਿਫਤਾਰੀਆਂ ਹੋ ਵੀ ਚੁੱਕੀਆਂ ਨੇ। ਸ਼ਾਇਦ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਕਿਤੇ ਨਾ ਕਿਤੇ ਈਵਨ ਤੁਸੀਂ ਵੀ ਫੀਲ ਕਰਦੇ ਹੋ ਕਿ ਸ਼ਾਇਦ ਤੁਹਾਡੇ ਵੀ ਪਿੱਛੇ ਲੱਗੇ ਹੋਏ ਨੇ। ਜੀ ਦਰਅਸਲ ਮੈਂ ਕਾਰਨ ਦੱਸਦੀ ਹਾਂ ਇਹਨਾਂ ਦਾ, ਜਿਵੇਂ ਜੋ ਇਹ ਕਰ ਰਹੇ ਨੇ ਬੰਦ, ਇਹਨਾਂ ਨੂੰ ਤਕਲੀਫ ਪਤਾ ਜੇ ਕੀ ਹੋਈ ਹੈ। ਤੁਸੀਂ ਆਪਾਂ ਸੋਚੀਏ, ਤੁਹਾਡੇ ਨੇੜਿਓਂ ਕੋਈ ਕੈਬ ਵਾਲਾ ਲੰਘ ਜੇ, ਦੂਸਰਾ ਤੀਸਰਾ ਚਾਰ, ਤੁਸੀਂ ਸ਼ਾਇਦ ਗਿਣੋ ਵੀ ਨਾ, ਤੁਸੀਂ ਕਾਰ ਤੇ ਜਾਂਦੇ ਕਿ ਕਿੰਨੀਆਂ ਕੈਬਸ ਲੰਘ ਗਈਆਂ, ਸ਼ਾਇਦ ਨਾ ਕਦੇ ਤੁਹਾਨੂੰ ਖਿਆਲ ਆਵੇ। ਇਸੇ ਤਰ੍ਹਾਂ ਸੜਕ ਦੇ ਕਿਨਾਰੇ ਤੇ ਕੋਈ ਸਾਈਕਲਿੰਗ ਕਰਦੇ ਕਿੰਨੇ ਕੁ ਲੰਘ ਗਏ, ਤੁਸੀਂ ਸ਼ਾਇਦ ਗਿਣੋ ਨਾ, ਕਿਉਂਕਿ ਹਾਂਜੀ ਤੁਹਾਨੂੰ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਆ ਰਹੀ। ਜਦੋਂ ਕਿਸੇ ਚੀਜ਼ ਤੋਂ ਤੁਹਾਨੂੰ ਡਰ ਪੈਦਾ ਹੋ ਜਾਏ ਕਿ ਮੇਰੇ ਤੋਂ ਅਗਾਂਹ ਲੰਘ ਜਾਣ ਵਾਲਾ ਹੈ, ਤਾਂ ਤੁਸੀਂ ਉਹਦੀ ਲਾਈਨ ਕੱਟਣ ਨੂੰ ਪੈ ਜਾਂਦੇ ਹੋ ਕਿ ਮੈਨੂੰ ਛੇਤੀ ਛੇਤੀ ਇਹਦੀ ਲਾਈਨ ਕੱਟ ਦੇਵਾਂ, ਅਗਾਂਹ ਨਾ ਲੰਘ ਜਾਵੇ। ਇਹ ਸਾਡਾ ਹਿਊਮਨ ਸਾਈਕੀ ਹੈ। ਐਗਜ਼ੈਕਟਲੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ, ਇਹਨਾਂ ਨੂੰ ਦਿਸ ਰਿਹਾ ਸੀ ਕਿ ਇਸ ਸੰਘਰਸ਼ ਵਿੱਚੋਂ ਕਿਤੇ ਕੋਈ ਪੋਲੀਟੀਕਲ ਲੀਡਰ ਨਾ ਖੜਾ ਹੋ ਜਾਵੇ। ਜੀ ਉਹ ਲੀਡਰ, ਮੈਂ ਤੁਹਾਨੂੰ ਇਹ ਡਰ ਦੱਸਦੀ ਹਾਂ ਕਿਉਂ ਇਹ ਸਾਰਾ ਕੁਝ ਕਰਨਾ ਪਿਆ, ਕਿਉਂਕਿ ਹੁਣ ਤੱਕ ਦੀਆਂ ਪਾਰਟੀਆਂ, ਖਿਮਾ ਕਰਿਓ, ਇਹ ਇੱਕ ਦੂਜੇ ਨਾਲ ਘਿਓ ਖਿਚੜੀ ਨੇ। ਮੇਰਾ ਖਿਆਲ ਹੈ ਇਹ ਤਾਂ ਹੁਣ ਸਾਰਿਆਂ ਨੇ ਦੇਖੀਆਂ ਨੇ ਵੀਡੀਓਜ਼ ਕਿ ਇੱਕ ਦੂਜੇ ਦੇ ਘਰਾਂ 'ਚ ਜਾਣਾ, ਜੱਫੀਆਂ ਪਾਣਾ, ਇੱਕ ਦੂਜੇ ਦੇ ਕੰਮ ਕਰਨੇ। ਅੱਜ ਵੀ ਤੁਸੀਂ ਜਿਸ ਸੀਟਾਂ ਤੇ, ਮੈਂ ਬਹੁਤ ਉੱਚੀਆਂ ਸੀਟਾਂ ਤੇ ਬਹਿ ਕੇ ਦੇਖ ਲਿਆ, ਫੋਨ ਦੂਸਰੀ ਜਾਨੀ ਪਾਰਟੀ ਦਾ ਰਾਜ ਹੋਵੇ ਤੇ ਉਹ ਆਪਣੀ ਪਹਿਲੀ ਪਾਰਟੀ ਦੇ ਕੰਮ ਕਹਿੰਦੇ ਨੇ ਸਭ ਤੋਂ ਪਹਿਲਾਂ ਮੁਕਾ ਦਿਓ। ਯਾਨੀ ਸਾਨੂੰ ਪਤਾ ਹੁੰਦਾ ਜੇ ਕਿ ਅੰਦਰ ਖਾਤੇ ਇਹ ਸਕੇ ਭਰਾਵਾਂ ਤੋਂ ਵੀ ਵੱਧ ਨੇੜ ਰੱਖਦੇ ਨੇ, ਬਾਹਰੋਂ ਬਾਹਰ ਸਿਰਫ ਸਾਨੂੰ ਭਰਮਾਉਣ ਲਈ ਕੁਝ ਮਾੜੀ ਸ਼ਬਦਾਵਲੀ ਬੋਲੀ ਤੇ ਅੰਦਰ ਸ਼ਾਮ ਨੂੰ ਸਾਡੇ ਤੇ ਹੀ ਹੱਸਦੇ ਨੇ, ਕਿੰਨੇ ਮੂਰਖ ਨੇ। ਤੇ ਇਹੋ ਹਾਲ ਇਸ ਵੇਲੇ ਹੁਣ ਇੱਕ ਖਤਰਾ ਸੀ ਤਗੜਾ ਕਿ ਸਾਰੀਆਂ ਪਾਰਟੀਆਂ ਸੀ ਇੱਕ ਦੂਜਿਆਂ ਨੂੰ ਤਾਂ ਤੁਸੀਂ ਦੇਖਿਆ ਹੋਏਗਾ, ਇੱਕ ਦੂਜੇ ਨੂੰ ਨੱਪਦੇ ਨਪੀੜਦੇ ਵੀ ਨਹੀਂ। ਲੰਘਣ ਤੋਂ ਬਾਅਦ ਦੂਜੇ ਦੀ ਓਨੀ ਕਦਰ ਚੱਲਦੀ ਹੈ, ਓਨੀ ਉਹਨੂੰ ਸੇਫਟੀ ਦਿੱਤੀ ਜਾਂਦੀ ਹੈ, ਸਭ ਕੁਝ ਮਾਣ ਸਤਿਕਾਰ ਓਨਾ ਹੀ ਰਹਿੰਦਾ। ਹਾਂਜੀ ਇਸ ਤੋਂ ਇੱਕ ਸੰਘਰਸ਼ ਤੋਂ ਡਰ ਸੀ ਕਿ ਇਸ ਸੰਘਰਸ਼ ਦੇ ਵਿੱਚੋਂ ਜੇ ਪੋਲੀਟੀਕਲੀ ਕੋਈ ਸਟਰੋਂਗ ਲੀਡਰਸ ਨਿਕਲ ਆਏ ਤਾਂ ਫਿਰ ਸਾਡਾ ਬਣਨਾ ਕੀ ਹੈ, ਅਸੀਂ ਸਾਰੇ ਨੰਗੇ ਹੋ ਜਾਵਾਂਗੇ। ਇਸ ਹਮਾਮ ਮੇ ਸਾਰੇ ਨੰਗੇ ਹੈ। ਜਿੰਨਾ ਕੁ ਅਸੀਂ ਲੁੱਟ ਲਿਆ, ਜਿੰਨੀ ਕੁ ਅਸੀਂ 800 ਗੁਣਾ, ਯਾਨੀ ਇਹਨਾਂ ਨੇ ਅਸੀਂ ਖਿਮਾ ਕਰਿਓ ਸ਼ਬਦ ਧੰਦਾ ਬਣਾ ਦਿੱਤਾ ਇੱਕ ਪੋਲਿਟਿਕਸ ਨੂੰ, ਕਿ ਜਦੋਂ ਵੜਦੇ ਨੇ 5 ਸਾਲ ਬਾਅਦ 800 ਗੁਣਾ ਜਦਾਦ ਹੋ ਜਾਂਦੀ ਹੈ, ਤਾਂ ਉਹ ਆਖਰ ਕੀ ਕਿਸ ਕਿਸਮ ਦੀ ਇਹ ਕਰਦੇ ਨੇ ਕੰਮ ਕਿ ਜਿਹਨੂੰ ਬਾਅਦ ਵਿੱਚ ਲੁਕਾਉਣ ਦੀ ਇਹਨਾਂ ਨੂੰ ਲੋੜ ਪੈ ਜਾਂਦੀ ਹੈ। ਸਾਨੂੰ ਬਹੁਤ ਸਾਰੇ ਹੋਰ ਪੁਲਿਸਮੈਨ ਦੇ ਦਿਓ, ਅਸੀਂ ਬਚਣਾ ਹੈ। ਕਿਸ ਤੋਂ ਬਚਣਾ ਹੈ? ਯਾਨੀ ਕਿੰਨਾ ਕੁ ਕ੍ਰਾਈਮ ਕਰ ਲੈਂਦੇ ਨੇ ਕਿ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਪੈ ਜਾਂਦੀ ਹੈ। ਸੋ ਉਹ ਡਰ ਸੀ ਕਿ ਜੇ ਇਸ ਸੰਘਰਸ਼ ਚੋਂ ਇੱਕ ਪਾਰਟੀ ਤਿਆਰ ਹੋ ਗਈ ਜੋ ਕਿ ਕਿਰਤੀਆਂ ਦੀ ਹੋਏਗੀ ਤਾਂ ਅਸੀਂ ਤਾਂ ਬਚਣਾ ਨਹੀਂ ਕਿਸੇ ਨੇ। ਸੋ ਇਹ ਤਾਂ ਹੀ ਏਡੀ ਤਗੜੀ ਪੱਧਰ ਤੇ ਹਿਲਜੁਲ ਹੋਈ ਕਿ ਅਸੀਂ ਕਿਸੇ ਹੀ ਤਰੀਕੇ ਸੰਘਰਸ਼ ਖਤਮ ਕਰ ਦਈਏ, ਇਹਨੂੰ ਮਾਰ ਮੁਕਾ ਦਈਏ, ਕਿ ਜੇ ਇਹ ਤਗੜੇ ਤਰੀਕੇ ਅੱਗੇ ਆ ਗਏ ਤਾਂ ਫਿਰ ਸਾਡੀਆਂ ਸਰਕਾਰਾਂ ਕਿਸੇ ਦੀਆਂ ਸ਼ਾਇਦ ਅਗਲੇ 15 ਵਰਿਆਂ ਤੱਕ ਆਉਣੀਆਂ ਨਹੀਂ। ਸੋ ਉਹ ਜੋ ਚਾਲਾਂ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਨੇ ਡਿਵਾਈਡ ਐਂਡ ਰੂਲ ਦੀਆਂ, ਉਹੀ ਢੰਗ ਇੱਥੇ ਵੀ ਵਰਤਿਆ ਗਿਆ। ਬੀਬੀ ਜਸਵੰਤ ਸਿੰਘ ਜੀ ਖਾਲੜਾ ਦੇ ਘਰੋਂ ਉਹਨਾਂ ਨੇ ਖਡੂਰ ਸਾਹਿਬ 'ਚ ਇਲੈਕਸ਼ਨ ਲੜਨੀ ਚਾਹੀ ਸੀ, ਪਰ ਭਾਵੇਂ ਮੈਂ ਇਹਨੂੰ ਸਟੇਟ ਪ੍ਰਾਂਤ ਦੇ ਪੋਲਿਟਿਕਸ ਵੱਲ ਲੈ ਆਇਆ, ਪਰ ਸਾਰੀਆਂ ਸਟੇਟ ਦੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਤੇ ਇਸ ਬੀਬੀ ਨੂੰ ਕਾਮਯਾਬੀ ਨਾ ਹੋ ਜਾਵੇ। ਪੰਜਾਬ ਦੀਆਂ ਪਿਛਲੀਆਂ 2-3-4 ਦਹਾਕੇ ਦੀਆਂ ਕੁਝ ਬੀਬੀਆਂ ਨੇ ਜਿਨ੍ਹਾਂ ਜਰਜਿੰਦਰ ਕੌਰ, ਹਰਸਿਮਰਤ ਕੌਰ, ਜਗੀਰ ਕੌਰ, ਪ੍ਰਨੀਤ ਕੌਰ ਆਈਆਂ ਨੇ, ਤੇ ਮੈਨੂੰ ਪਤਾ ਵੀ ਤੁਹਾਡਾ ਇੰਟਰੈਕਟ ਇਹਨਾਂ ਚੋਂ ਤਕਰੀਬਨ ਸਾਰਿਆਂ ਨਾਲ ਰਿਹਾ ਵੀ ਹੈ, ਪਰ ਦੂਰੀ 'ਚ ਹੀ ਬਦਲਿਆ ਹਮੇਸ਼ਾ। ਨੈਸ਼ਨਲ ਲੈਵਲ ਤੇ ਕਿਰਨ ਬੇਦੀ, ਹੇਮਾ ਮਾਲਿਨੀ, ਕਿਰਨ ਖੇਰ ਤੇ ਕੁਛ ਜਿਹੜੀਆਂ ਮੈਂਬਰ ਪਾਰਲੀਮੈਂਟ, ਜਿਹੜੀਆਂ ਨੈਸ਼ਨਲ ਲੈਵਲ ਤੇ ਕਾਨੂੰਨ ਬਣਾਉਣ ਵਾਲੀਆਂ ਬੀਬੀਆਂ ਨੇ, ਉਹਨਾਂ ਦਾ ਵੀ ਜੇ ਕੋਈ ਉਹਨਾਂ ਦਾ ਪੰਜਾਬੀ ਨਾਲ ਲਿੰਕ ਰਿਹਾ ਜਾਂ ਪੰਜਾਬੀਅਤ ਨਾਲ ਲਿੰਕ ਰਿਹਾ, ਉਹਨਾਂ ਦਾ ਵੀ ਰੋਲ ਹਮੇਸ਼ਾ ਪੰਜਾਬੀ ਤੇ ਪੰਜਾਬੀਅਤ ਦੇ ਉਲਟ ਹੀ ਰਿਹਾ, ਜਾਂ ਫਿਰ ਇਸ ਵਿਦਰੋਹ ਚੋਂ ਖੁੱਲ ਕੇ ਮੂਹਰੇ ਆ ਗਿਆ। ਸੋ ਇਸ ਬਾਰੇ ਕੋਈ ਕਮੈਂਟ ਤੁਹਾਡੇ ਵੱਲੋਂ ਜੀ? ਜੀ ਦੇਖੋ, ਮੈਂ ਬੜੀ ਸੰਜੀਦਾ ਗੱਲ ਸ਼ੁਰੂ ਕਰਨਾ ਚਾਹੁੰਦੀ ਹਾਂ ਇਤਿਹਾਸ ਚੋਂ।
ਇਹ ਕਹਿਣਾ ਕਿ ਔਰਤਾਂ ਅਗਵਾਈ ਨਹੀਂ ਕਰ ਸਕਦੀਆਂ ਗਲਤ ਸਾਬਤ ਕੀਤਾ ਸੀ, ਕਿਉਂਕਿ ਮੰਜੀਆਂ ਦੇ ਉੱਤੇ ਵੀ ਥਾਪਿਆ ਗਿਆ ਸੀ ਪੁਰਾਣੇ ਸਮਿਆਂ ਵਿੱਚ ਔਰਤਾਂ ਨੂੰ ਕਿ ਇਹ ਬੜੀ ਯੋਗ ਅਗਵਾਈ ਕਰ ਸਕਦੀਆਂ ਨੇ। ਦੂਜੀ ਚੀਜ਼, ਉਸ ਸਮੇਂ ਔਰਤ ਨੂੰ ਆਜ਼ਾਦੀ ਬਖਸ਼ੀ ਗਈ ਸੀ, ਸੋ ਤਾਜ਼ੀ ਆਜ਼ਾਦੀ ਸੀ, ਜਿਸ ਲਈ ਨਾਬਾਲਗ ਬੇਟੀਆਂ ਨੇ ਪਹਾੜੀ ਰਾਜਿਆਂ ਵਿਰੁੱਧ ਜੰਗ ਵੀ ਜਿੱਤੀ ਸੀ। ਤੇ ਫਿਰ ਉਸ ਤੋਂ ਬਾਅਦ ਵੀ ਭਾਵੇਂ ਉਹ ਜੈਤੋ ਦਾ ਮੋਰਚਾ ਹੋਇਆ ਜਾਂ ਇਹਨਾਂ ਮੋਰਚੇ ਜਿੰਨੇ ਵੀ ਲੱਗੇ, ਉਹਨਾਂ ਵਿੱਚ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੀ। ਫਿਰ ਉਸ ਤੋਂ ਬਾਅਦ ਵੀ, ਜਿਵੇਂ ਮੈਂ ਅੱਗੇ ਜ਼ਿਕਰ ਕਰ ਹਟੀ ਹਾਂ, ਕਿ ਇੰਨਾ ਕੁ ਤਗੜੇ ਜਿਗਰੇ ਵਾਲੀਆਂ ਕਿ ਇਹਨਾਂ ਨੂੰ ਪੁੱਠੇ ਟੰਗਿਆ ਗਿਆ, ਮਾਰਿਆ ਕੁੱਟਿਆ ਗਿਆ, ਪੱਤਾਂ ਲੁੱਟੀਆਂ ਗਈਆਂ, ਉਹਦੇ ਬਾਅਦ ਵੀ ਇਹ ਲੜ ਮਰਨ ਲਈ ਤਿਆਰ ਰਹੀਆਂ। ਮੌਜੂਦਾ ਸੰਘਰਸ਼ ਵਿੱਚ ਉਦੋਂ ਸ਼ਾਇਦ ਮੈਂ ਸ਼ੁਕਰ ਕਰਦੀ ਹਾਂ ਕਿ ਇਹ ਨਹੀਂ ਸੀ ਸਾਡੇ ਕੋਲ WhatsApp ਤੇ ਇੰਟਰਨੈਟ, ਜਿਸ ਨੇ ਗੰਦਗੀ ਖਿਲਾਰਨੀ ਸੀ ਸਾਡੇ ਮਨਾਂ ਅੰਦਰਲੀ। ਸੋ ਹੁਣ ਵੀ ਔਰਤਾਂ ਨਿੱਤਰ ਰਹੀਆਂ ਨੇ, ਪਰ ਇੱਕ ਕਮਾਲ ਦੇਖੋ ਕਿ ਸਾਡੇ ਚੰਗੇ ਲੋਕ ਚੁੱਪ ਹੋ ਜਾਂਦੇ ਨੇ, ਕਿਉਂਕਿ ਸਾਡਾ ਬੜੀ ਸੌਖਾ ਬਣਾਇਆ ਗਿਆ ਔਰਤ ਨੂੰ ਇੱਕ ਪੱਧਰ ਨੀਵਾਂ ਦਰਜਾ ਦੇ ਕੇ ਉਹਨੂੰ ਇਹ ਅਹਿਸਾਸ ਦਿਵਾ ਦਿੱਤਾ ਕਿ ਤੂੰ ਇਸ ਤਰ੍ਹਾਂ ਹੱਸਣਾ, ਇਸ ਤਰ੍ਹਾਂ ਨਿਕਲਣਾ, ਇਸ ਤਰ੍ਹਾਂ ਬੋਲਣਾ, ਇਸ ਇਕੱਠ 'ਚ ਜਾ ਸਕਦੇ ਹੋ, ਇਸ 'ਚ ਨਹੀਂ। ਸੋ ਅਸੀਂ ਉਹਦੇ ਲਈ ਇੱਕ ਸੀਮਾਵਾਂ ਬੰਨ ਦਿੱਤੀਆਂ ਕਿ ਤੂੰ ਹੁਣ ਓਨੀ ਤਾਕਤਵਰ ਨਹੀਂ ਜੋ ਪਹਿਲਾਂ ਸੀ, ਹੁਣ ਕਮਜ਼ੋਰ ਹੈ ਤੇ ਕਿਸੇ ਦੇ ਅਧੀਨ ਹੈ। ਤੇ ਉਸ ਅਧੀਨਤਾ ਵਿੱਚੋਂ ਜਿੰਨੇ ਕੁ ਵੱਡੀ ਗਿਣਤੀ 'ਚ ਸਾਡੇ ਵੀਰ ਤੇ ਸਾਡੇ ਪਿਓ ਤੇ ਸਾਡੇ ਪੁੱਤਰ ਹੱਲਾਸ਼ੇਰੀ ਦੇਣ ਵਾਲੇ ਨੇ, ਉਸ ਤੋਂ ਸਿਰਫ 2% ਨੇ ਜਿਹੜੇ ਇਸ ਦੇ ਵਿਰੁੱਧ ਨੇ ਤੇ ਮਾੜੇ ਵਰਤਾਰੇ ਅਧੀਨ ਉਹ ਜਦੋਂ ਚਰਿੱਤਰਹੀਨ ਕਰ ਦਿੰਦੇ ਨੇ ਇੱਕ ਔਰਤ ਨੂੰ ਆਪਣੇ ਲਫ਼ਜ਼ਾਂ ਦੇ ਨਾਲ ਤੇ ਮਾੜੀ ਸ਼ਬਦਾਵਲੀ ਨਾਲ ਭੰਡਦੇ ਨੇ, ਜਦੋਂ ਉਹਨਾਂ ਨੂੰ ਚੁੱਪ ਕਰਾਉਣ ਵੇਲੇ ਕਿਉਂ ਸਾਡੇ ਇਹ ਲੋਕ ਚੁੱਪ ਹੋ ਜਾਂਦੇ। ਬਹੁਤ ਸਾਰੀਆਂ ਔਰਤਾਂ ਨੇ ਹਿੰਮਤ ਕੀਤੀ ਅਗਾਂਹ ਆਉਣ ਦੀ, ਉਹ ਸਿਰਫ ਇਸ ਕਰਕੇ ਪਿਛਾਂਹ ਹੋ ਗਈਆਂ ਕਿ ਉਹਨਾਂ ਨੂੰ ਇੰਨਾ ਕੁ ਭੰਡ ਦਿੱਤਾ ਗਿਆ, ਜਿੱਥੇ ਫੇਸਬੁੱਕਾਂ ਤੇ ਝੂਠ ਫੈਲਾ ਕੇ ਉਹਨਾਂ ਨੂੰ ਉਹਨਾਂ ਦੇ ਹੱਕ ਵਿੱਚ ਖੜੇ ਹੋਣ ਵਾਲਿਆਂ ਨੇ ਇਹਨਾਂ ਨੂੰ ਡਾਂਟਿਆ ਨਹੀਂ। ਇਨ ਬਿਨ ਇਹੋ ਕੁਝ ਹੋਇਆ ਜਦੋਂ ਬੀਬੀ ਖਾਲੜਾ ਜੀ ਖੜੇ ਹੋਏ ਤਾਂ ਉਹਨਾਂ ਦੇ ਵਿਰੁੱਧ 2% ਲੋਕ ਸਨ ਜਿਨ੍ਹਾਂ ਨੇ ਕਿਹਾ ਇਹ ਤਾਂ ਜੀ ਖਾਲਿਸਤਾਨੀ ਹੈ, ਤਾਂ ਜੀ ਮਾਰ ਦੇਗੀ, ਤਾਂ ਜੀ ਹਿੰਦੂਆਂ ਨੂੰ ਖਤਮ ਕਰਨ ਆਈ ਹੈ ਜੀ। ਉਹ ਜਾਨੀ ਭੰਡੀ ਪ੍ਰਚਾਰ ਜੋ ਕੀਤਾ ਗਿਆ ਉਹਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਉਦੋਂ ਚੁੱਪ ਸਨ, ਜਦਕਿ ਸਭ ਆਮ ਸੱਥਾਂ ਵਿੱਚ ਵੀ ਗੱਲਾਂ ਸੀ ਕਿ ਝੂਠ ਹੈ, ਇਹ ਭੰਡੀ ਪ੍ਰਚਾਰ ਹੈ, ਨਹੀਂ ਠੀਕ ਹੈ, ਇਹ ਗਲਤ ਕਹਿ ਰਹੇ ਨੇ। ਪਰ ਕਿਉਂ ਉਹਨਾਂ ਦੇ ਵਿਰੁੱਧ ਤਗੜੇ ਤਰੀਕੇ ਉੱਥੇ ਨਹੀਂ ਖੁੱਲ ਕੇ ਸਾਹਮਣੇ ਆਏ ਕਿ ਚੁੱਪ ਹੋ ਜਾਓ, ਇਹ ਬਥੇਰੀ ਹੋ ਗਈ ਗੰਦਗੀ, ਇਹੋ ਜੀ ਕੋਈ ਗੱਲ ਨਹੀਂ। ਇੱਥੇ ਨਿਆਂ ਹੈ। ਜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਫਰਾਂਸੀਸੀ ਹੋਵੇ ਕਿ ਜਰਮਨ ਹੋਵੇ ਕਿ ਜਿਹੜੇ ਹੁਣ, ਜੇ ਸਭ ਨੂੰ ਬਰਾਬਰ ਦੀ ਇੱਜ਼ਤ ਸੀ, ਭਾਵੇਂ ਕੋਈ ਈਸਾਈ ਹੋਵੇ, ਮੁਸਲਮਾਨ ਹੋਵੇ ਜਾਂ ਕੋਈ ਵੀ ਹੋਵੇ, ਤਾਂ ਇੱਥੇ ਕਿਉਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਜੇ ਕੋਈ ਬੀਬੀ ਸਿੱਖ ਖੜੀ ਹੋ ਜਾਏਗੀ ਤੇ ਉਹ ਸਿਰਫ ਇੱਕ ਸਿੱਖੀ ਦੇ ਉੱਤੇ ਹੀ ਫਿਰ ਅਸੀਂ ਧੁਰਾ ਉਡਾ ਦਿਆਂਗੇ। ਕਦੇ ਸੁਣਿਆ ਜੇ ਵੀ ਬਾਕੀ ਜਦੋਂ ਹੋਰ ਸਿੱਖ ਖੜੇ ਹੁੰਦੇ ਨੇ ਉਹਨਾਂ ਦੇ ਵਿਰੁੱਧ ਇਹ ਗੱਲ ਕਿਉਂ ਨਹੀਂ ਕੀਤੀ ਗਈ? ਔਰਤ ਜਦੋਂ ਵੀ ਖੜੀ ਹੁੰਦੀ ਜੇ ਤਾਂ ਖਿਮਾ ਕਰਿਓ, ਉਹਦੀ ਸਭ ਤੋਂ ਪਹਿਲੀ ਆਵਾਜ਼ ਉਹਨੂੰ ਥੱਲੇ ਢਾਉਣ ਲਈ, ਅਜੇ ਉਹ ਮਾਨਸਿਕਤਾ ਸਾਡੇ ਜਿਹੜੇ ਅਜੇ ਵੀ ਕੁਝ ਕੁ % ਲੋਕਾਂ 'ਚ ਫਸੀ ਹੋਈ ਹੈ, ਇਹਨੂੰ ਅਗਾਂਹ ਨਹੀਂ ਆਉਣ ਦੇਣਾ, ਇਹਨੂੰ ਦੱਬ ਕੇ ਰੱਖਣਾ, ਉਹੀ ਪੂਰਾ ਜ਼ੋਰ ਲਾ ਕੇ ਝੂਠ ਜਿੰਨਾ ਪ੍ਰਚਾਰ ਕਰ ਸਕਦੇ ਨੇ। ਪਰ ਅੱਜ ਸਮੇਂ ਦੀ ਲੋੜ ਹੈ ਕਿ ਔਰਤਾਂ ਨਿੱਤਰ ਕੇ ਵਿੱਚ ਆਉਣ, ਸਿਆਸਤ ਵਿੱਚ ਆਉਣਗੀਆਂ ਤਾਂ ਯਕੀਨਨ ਤਬਦੀਲੀ ਆਏਗੀ। ਤੇ ਪਰ ਉਸ ਸਿਆਸਤ ਵਿੱਚ ਆਉਣ ਲੱਗਿਆਂ ਸਾਡੀ ਲੋੜ ਅੱਜ ਵੀ ਉਹੀ ਹੈ ਕਿ ਸਾਡੇ ਵੀਰ, ਸਾਡੇ ਪਿਓ, ਸਾਡੇ ਪੁੱਤਰ ਤਗੜੇ ਤਰੀਕੇ ਨਾਲ ਜੁਟ ਕੇ ਖੜੇ ਹੋਣ ਤੇ ਜਿਹੜਾ ਗਲਤ ਅਫਵਾਹਾਂ ਫੈਲਾਉਣ ਵਾਲੇ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਕਿ ਵੇਖੋ ਤਾਂ ਸਹੀ, ਜੇ ਇਹੀ ਔਰਤ ਇੱਕ ਸਕਸੈਸਫੁਲ ਬਿਜ਼ਨਸ ਵੂਮਨ ਬਣ ਸਕਦੀ ਹੈ, ਫਸਟ ਕਲਾਸ ਤਰੀਕੇ ਫੌਜ ਵਿੱਚ ਕੰਮ ਕਰ ਸਕਦੀ ਹੈ, ਤਾਂ ਕਿਉਂ ਸਿਆਸਤ ਦੇ ਵਿੱਚ ਇਸ ਵੇਲੇ ਆਉਣ ਤੇ? ਹੁਣ ਖਿਮਾ ਕਰਿਓ ਜੇ ਮੈਂ ਹਕੀਕਤ ਦੱਸਾਂ, ਇੱਕ ਡਾਕਟਰ ਹੈ, ਡਾਕਟਰ ਕੋਲ ਢਿੱਡ ਨਹੀਂ ਕੋਈ ਲੁਕਾ ਕੇ ਆ ਸਕਦਾ। ਉੱਚੀਆਂ ਸਿਆਸਤਦਾਨ ਜਿਹੜੀਆਂ ਪਹੁੰਚੀਆਂ ਨੇ ਪਦਵੀਆਂ ਤੇ, ਉਹਨਾਂ ਦੇ ਅੰਦਰਲੀ ਜੋ ਭਿਆਨਕ ਤਸਵੀਰ ਹੈ ਜਗਜ਼ਾਰ ਕਰਨਾ ਚਾਹੁੰਦੀ ਆ ਕਿ ਸਰੀਰਕ ਸ਼ੋਸ਼ਣ ਇਹਨਾਂ ਵਿੱਚ 80% ਦਾ ਹੋਇਆ ਜੇ। ਜਿਹੜੀਆਂ ਗੱਲਾਂ ਵਿੱਚੋਂ ਨਿਕਲਦੀਆਂ ਨੇ, ਜੋ ਡਾਕਟਰਾਂ ਕੋਲ ਦਿਲ ਫਰੋਲਦੀਆਂ ਨੇ, ਉਹਨਾਂ ਵਿੱਚ ਇਹ
ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਾਹਮਣੇ ਆਉਂਦੀਆਂ ਨੇ ਤੇ ਕਿਤੇ ਨਾ ਕਿਤੇ ਮਾਨਸਿਕ ਗਿਰਾਵਟ ਦੇ ਵਿੱਚ ਉਹ ਫਿਰ ਅੰਦਰੋਂ ਅੰਦਰ ਦੱਬ ਕੇ ਰਹਿ ਜਾਂਦੀਆਂ ਨੇ, ਉਹੀ ਕੁਸਕਦੀਆਂ ਨੇ ਜੋ ਉਹਨਾਂ ਦੇ ਪਤੀ ਬੋਲਦੇ ਨੇ, ਜਾਂ ਉਹਨਾਂ ਦੇ ਉੱਪਰਲੇ ਸਿਆਸਤਦਾਨ ਜੋ ਬੈਠੇ ਉਹਨਾਂ ਨੂੰ ਇੱਕ ਉੱਚੀ ਹੋਰ ਪਦਵੀ ਦੇਣ ਲਈ ਫਿਰ ਉਹਨਾਂ ਦਾ ਸ਼ੋਸ਼ਣ ਕਰਦੇ ਨੇ, ਉਹੀ ਬੋਲੀ ਬੋਲਦੀਆਂ ਨੇ। ਰਤਿਕ ਉਸ ਪੱਖੋਂ ਜੇ ਖੁੱਲ ਮਿਲੇ ਸਾਡੇ ਅੱਜ ਜੋ ਅਣਖ ਵਾਲੇ ਵੀਰ ਨੇ, ਅਣਖ ਵਾਲੇ ਪੁੱਤਰ ਨੇ, ਜੇ ਉਹ ਨਾਲ ਸਾਡੇ ਜੁੜ ਕੇ ਇਸ ਵੇਲੇ ਖੜੇ ਹੋਣ, ਇਹ ਤਬਦੀਲੀ ਇਸ ਵੇਲੇ ਸਮੇਂ ਦੀ ਲੋੜ ਹੈ ਕਿ ਸਾਡੀਆਂ ਔਰਤਾਂ ਨੂੰ ਸਿਆਸਤ ਵਿੱਚ ਆਉਣਾ ਹੀ ਪੈਣਾ। ਇਸ ਚਿੱਕੜ ਦੇ ਵਿੱਚ ਪੈਰ ਪਾਉਣਗੀਆਂ, ਚਿੱਟੇ ਪਹਿਨਗੇ ਵੀ, ਪਰ ਉਹਨਾਂ ਦੇ ਵਿੱਚ ਦਮ ਹੈ ਕਿ ਇਸ ਸਿਆਸਤ ਨੂੰ ਅਲਟੀਮੇਟਲੀ ਥੋੜਾ ਬਹੁਤ ਸਫਾਈ ਕਰਕੇ ਤੇ ਇਹਦੇ ਵਿੱਚ ਇੱਕ ਨਵਾਂ ਪੰਜਾਬ ਤੇ ਨਵਾਂ ਪੂਰਾ ਭਾਰਤ ਸਿਰਜ ਸਕਣ। ਇੱਕ ਵਾਰ ਤਬਦੀਲੀ ਤਾਂ ਜ਼ਰੂਰ ਦੇਖਣੀ ਚਾਹੀਦੀ ਹੈ। ਤੁਹਾਡੇ ਵਿਚਾਰਾਂ ਦੇ ਵਿੱਚ ਮੈਂ ਬਿਲਕੁਲ ਜੀ ਇਸ ਗੱਲ ਨਾਲ ਹੋਰ ਐਡ ਕਰਨਾ ਚਾਹੁੰਦਾ ਕਿ ਜਿਵੇਂ ਰੂਪਨ ਬਜਾਜ ਦੀ ਐਗਜ਼ਾਮਪਲ ਸੀ, ਉਸ ਸ਼ੇਰਨੀ ਨੇ ਅਖੀਰ ਤੱਕ ਲੜਾਈ ਲੜੀ ਤੇ ਇੱਕ ਬੁੱਚੜ ਤੇ ਇੱਕ ਗੰਦੇ ਕਿਰਦਾਰ ਵਾਲੇ ਇਨਸਾਨ ਦੇ ਦਬਾਅ ਹੇਠਾਂ ਕਿਸੇ ਇਨਕੁਆਇਰੀ ਤੋਂ ਅਖੀਰ ਤੱਕ ਉਸਨੇ ਆਪਦੀ ਜੋ ਲੜਾਈ ਸੀ ਉਹਨੇ ਜੰਗ ਜਾਰੀ ਰੱਖੀ ਤੇ ਅਖੀਰ ਨੂੰ ਉਹਦੇ ਚੋਂ ਜੇਤੂ ਕਰਾਰ ਹੋ ਕੇ ਨਿਕਲੀ ਕਿ ਹਾਂ ਕਿ ਇਸ ਦੇ ਵਿੱਚ ਜਿਹੜਾ ਬੁੱਚੜ ਸੀ ਕਸੂਰਵਾਰ ਕੌਣ ਸੀ। ਆਪਣਾ ਸਮਾਂ ਤਕਰੀਬਨ ਆਪਣੇ ਕੋਲ 10-12 ਇੱਕ ਹੋਰ ਐਗਜ਼ਾਮਪਲ ਛੋਟਾ ਜਿਹਾ ਦੇਣਾ ਚਾਹੁੰਦੀ ਹਾਂ। ਦੇਖੋ APJ ਅਬਦੁਲ ਕਲਾਮ ਜੀ ਨੂੰ ਸਾਰੇ ਜਾਣਦੇ ਨੇ, ਸਾਰੇ ਉਹਨਾਂ ਦੀ ਸਿਫਤ ਵੀ ਕਰਦੇ ਨੇ, ਸਭ ਕੁਝ ਕਰਦੇ ਨੇ ਕਿ ਉਹ ਬਹੁਤ ਚੋਟੀ ਦੇ ਤੇ ਕਮਾਲ ਦੇ ਵਿਦਵਾਨ ਸਨ। ਹੁਣ ਦੇਖੋ ਉਹ ਆਪ ਮੰਨਦੇ ਨੇ ਕਿ ਮੇਰੀ ਮਾਂ ਆਸ਼ੀ ਅੰਮਾ ਅਖੀਰ ਤੱਕ ਕਹਿੰਦੇ ਗਏ ਨੇ ਕਿ ਮੈਂ ਜੋ ਵੀ ਆ ਉਹਦੇ ਸਦਕਾ। ਅੱਤ ਦਾ ਉਹਨਾਂ ਨੂੰ ਉਹਨਾਂ ਨਾਲ ਘਿਨਾਉਣਾ ਵਰਤਾਰਾ ਹੋਇਆ, ਬਿਲਕੁਲ ਜਿਵੇਂ ਟਾਟ ਲੱਗਿਆ ਜੀ ਤੂੰ, ਇਸ ਤੋਂ ਲੈ ਕੇ ਜੋ ਗੰਦੀ ਸ਼ਬਦਾਵਲੀ ਉਹਨਾਂ ਲਈ ਵਰਤੀ ਜਾਂਦੀ ਸੀ, ਧੱਕੇ ਮਾਰੇ ਜਾਂਦੇ ਸੀ, ਸਭ ਕੁਝ ਉਹਨਾਂ ਦੀ ਮਾਂ ਨੇ ਸਿਆ। ਮਾਂ ਨੇ ਉਹਨਾਂ ਨੂੰ ਬਣਾਇਆ ਤੇ ਮਨ ਇੰਨਾ ਉਸਾਰੂ ਸੋਚ ਨਾਲ ਭਰਿਆ ਕਿ ਉੱਥੇ ਤੱਕ ਪਹੁੰਚ ਸਕੇ। ਤਾਂ ਕਿਉਂ ਅਸੀਂ ਇਹ ਸੋਚਦੇ ਹਾਂ ਕਿ ਜੋ ਔਰਤ ਆਪਣਾ ਪੁੱਤਰ ਇੰਨਾ ਕਮਾਲ ਦਾ ਸਿਰਜ ਸਕਦੀ ਹੈ, ਉਹ ਆਪਣਾ ਕਿਰਦਾਰ ਕਿਉਂ ਨਹੀਂ ਸਿਰਜ ਕੇ ਉੱਥੇ ਤੱਕ ਪਹੁੰਚ ਸਕਦੀ? ਸੋ ਗੱਲ ਸਿਰਫ ਇਹ ਹੈ ਕਿ ਉਹਨੂੰ ਉੱਚੀ ਉਡਾਰੀ ਮਾਰਨ ਦੀ ਖੁੱਲ੍ਹ ਦੇਣ ਦੀ ਲੋੜ ਹੈ। ਔਰਤਾਂ ਜਦੋਂ ਵੀ ਅੱਗੇ ਆਉਣਗੀਆਂ ਇਹ ਨਹੀਂ ਕਹਿ ਸਕਦੇ ਇਹਨੇ ਇੱਕ ਗਲਤ ਕੰਮ ਕੀਤਾ ਜੋ ਕਿ ਕਦੇ ਵੀ ਕਿਸੇ ਮਰਦ ਨੇ ਨਹੀਂ ਸੀ ਕੀਤਾ। ਇਸ ਤਰ੍ਹਾਂ ਨਹੀਂ, ਹਰ ਇੱਕ ਜਣੇ 'ਚ ਗਲਤੀਆਂ ਨੇ, ਖਾਮੀਆਂ ਨੇ, ਉਹਨਾਂ ਨੂੰ ਸਮਾਂ ਤਾਂ ਦਿਓ ਕਿ ਇੱਕ ਵਾਰ ਆਉਣ, ਤਬਦੀਲੀ ਲਿਆਉਣ, ਤਾਂ ਕਿ ਇਹ ਘੱਟੋ ਘੱਟ ਇੱਕ ਮੌਕਾ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹਦੇ ਅੰਦਰ ਉਹ ਮਾਂ ਦੀ ਭਾਵਨਾ ਤਾਂ ਜ਼ਰੂਰ ਅਜੇ ਵੀ ਹੋਏਗੀ ਜਿਹੜੀ ਉਹ ਪੀੜ ਨਾਲ ਇਹ ਸਭ ਕੁਝ ਇੱਕ ਵਾਰ ਸਮੇਟਣਾ ਚਾਹੇਗੀ ਕਿ ਜੋ ਗੰਦਗੀ ਹੁਣ ਤੱਕ ਫੈਲ ਚੁੱਕੀ ਇਹਨੂੰ ਸਫਾਈ ਕਰੀਏ। ਤੇ ਅਸੀਂ ਵੀ ਘੱਟੋ ਘੱਟ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ, ਅਸੀਂ ਚੱਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟੇਂਟਡ ਔਰਤ ਨੂੰ ਜਿਹਨੇ ਕਿ ਇਸ ਅਦਾਰੇ 'ਚ ਜਾ ਕੇ ਇੱਕ ਦੁਬਾਰਾ ਫੇਰ ਮੁੜ ਕੇ ਉਹਨੂੰ ਸਥਾਪਿਤ ਉੱਥੇ ਕਰ ਦਿੱਤਾ ਗਿਆ। ਮੇਰੇ ਇੱਥੇ NRI ਵੀਰ ਤਕਰੀਬਨ 95-97% ਮੈਂ ਕਹਿ ਸਕਦਾ ਜਿਹੜੇ ਉਸ ਦਿਨ ਤੋਂ ਇੰਨੇ ਬੇਚੈਨ ਨੇ ਕਿ ਸਾਡੇ ਧਾਰਮਿਕ ਅਦਾਰੇ ਦਾ ਕਿਰਦਾਰ ਆ ਵਾ। ਦੇਖੋ ਮੈਂ ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ ਕਿ ਸਾਡੇ ਕੋਲ, ਮੈਨੂੰ ਸ਼ਰਮਿੰਦਗੀ ਆਉਂਦੀ ਹੈ ਸ਼ਬਦ ਦੱਸਦਿਆਂ ਕਿਉਂਕਿ ਅੰਕੜੇ ਨੇ ਇਹ ਯੂਨਾਈਟਿਡ ਨੇਸ਼ਨਸ ਦੇ ਕਿ ਭਾਰਤ ਵਿਚਲੇ 58% 58% ਨੇ ਜਿਹੜੇ ਇਸ ਵੇਲੇ ਉੱਪਰ ਕੁਰਸੀਆਂ ਤੇ ਬੈਠੇ ਅਹੁਦੇ ਲਏ, ਜਿਹੜੇ ਸਿਆਸਤਦਾਨ ਵੀ ਤੇ ਜਿਹੜੇ ਧਾਰਮਿਕ ਥਾਵਾਂ ਤੇ ਵੀ ਪਹੁੰਚੇ ਹੋਏ ਨੇ ਉੱਚੇ ਅਦਾਰਿਆਂ ਤੇ। 58% ਅਜਿਹੇ ਨੇ ਜਿਨ੍ਹਾਂ ਦੇ ਪਿੱਛੇ ਕਿਰਦਾਰ ਜਿਹੜੇ ਨੇ ਉਹ ਸਹੀ ਨਹੀਂ ਨੇ, ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੀਤੇ ਮਰਡਰਸ ਵੀ ਨੇ, ਰੇਪਸ ਵੀ ਨੇ, ਲੁੱਟਾਂ ਖੋਹਾਂ ਕਰਨ ਵਾਲੇ ਵੀ ਨੇ, ਉਹਨਾਂ ਦੇ ਖਿਲਾਫ ਕੇਸ ਵੀ ਨੇ ਸੁਪਰੀਮ ਕੋਰਟ ਤੱਕ ਦਰਜ। ਯਾਨੀ ਇਹੋ ਜਿਹੇ ਅਸੀਂ ਲੋਕ ਟੈਂਟਡ ਅੱਗੇ ਲਿਆ ਕੇ ਉੱਪਰ ਬਿਠਾਈ ਜਾ ਰਹੇ ਹਾਂ। ਤਾਂ ਮਤਲਬ ਤੁਸੀਂ ਥੋੜੀ ਜਿਹੀ ਉਹਨਾਂ ਦੀ ਮਾਨਸਿਕਤਾ ਸਮਝੋ। ਇਹਨਾਂ ਨੂੰ ਬਿਠਾਉਣ ਦਾ ਮਤਲਬ ਇਹ ਹੁੰਦਾ ਜੇ ਕਿ ਉਹਨਾਂ ਦਾ ਇੱਕ ਵੀਕ ਪੁਆਇੰਟ ਹੱਥ ਵਿੱਚ ਲੈ ਕੇ ਆਪਣੇ ਹਿਸਾਬ ਨਾਲ ਉਹ ਬਟਨ ਚਲਾਣਾ, ਜੇ ਇਸ ਤਰ੍ਹਾਂ ਕਰਨਾ, ਇੰਜ ਕਰਨਾ, ਤਾਂ ਉਹ ਇਹੋ ਜਿਹੇ ਲੋਕ ਹੀ ਉਹਨਾਂ ਨੂੰ ਪਸੰਦ ਨੇ। ਕੋਈ ਸਾਫ਼ ਕਿਰਦਾਰ ਵਾਲਾ ਜੇ ਬੰਦਾ ਬਹਿ ਜਾਏਗਾ ਉਹ ਗਲਤ ਕਦੇ ਵੀ ਆਰਡਰ ਐਕਸੈਪਟ ਨਹੀਂ ਕਰੇਗਾ। ਇਹੀ ਕਾਰਨ ਜੇ ਹਰ ਥਾਂ ਤੇ ਅਸੀਂ ਉਹਨਾਂ ਦੀ ਇੱਕ ਕਮਜ਼ੋਰੀ ਕੁੰਡੀ ਫੜ ਕੇ ਤੇ ਫਿਰ ਹੀ ਉਹਨਾਂ ਨੂੰ ਕੁਰਸੀ ਦਿੱਤੀ ਜਾਂਦੀ ਹੈ, ਬਹਿ ਜਾ ਪਰ ਸਾਡੇ ਹਿਸਾਬ ਨਾਲ ਤੂੰ ਚਾਬੀ ਚੱਲੇਗੀ, ਉਸੇ ਤਰ੍ਹਾਂ ਬੋਲਣਾ। ਸੋ ਇਹ ਸਪਸ਼ਟ ਹੈ ਕਿ ਜਦ ਤੱਕ ਆਮ ਲੋਕ ਖੜੇ ਹੋਣ, ਜਿਵੇਂ ਕਿਸਾਨ ਖੜੇ ਹੋਏ ਨੇ, ਸਾਨੂੰ ਸਾਰੇ ਪੜ੍ਹੇ ਲਿਖਿਆਂ ਨੂੰ ਵੀ ਸੰਘਰਸ਼ ਵਿੱਢਣ ਦੀ ਲੋੜ ਹੈ। ਕੁਝ ਸਮਝਣ ਦੀ ਲੋੜ ਹੈ ਕਿ ਇਹ ਸਭ ਤਬਦੀਲੀ ਤਾਂ ਹੀ ਆਣੀ ਹੈ ਜਦੋਂ ਸਹੀ ਮਾਇਨਿਆਂ 'ਚ ਅਸੀਂ ਆਪਣੀ ਵੋਟ ਨੂੰ ਵੇਚਣਾ ਬੰਦ ਕਰਾਂਗੇ ਤੇ ਇਹ ਅਣਖ ਜਗਾ ਕੇ ਜਿੱਦਣ ਕੰਮ ਕਰਾਂਗੇ ਉਸ ਦਿਨ
ਵਾਕਈ ਤਬਦੀਲੀ ਦਿਸੇਗੀ। ਜਦੋਂ ਤੱਕ ਦੇਖੋ ਗੁਰੂ ਸਾਹਿਬ ਨੇ ਕਿਹਾ ਸੀ ਇੱਕ ਇਨਸਾਨ ਦੀ ਇੱਕ ਇਨਸਾਨ ਅੱਗੇ ਅਧੀਨਗੀ ਮਨਜ਼ੂਰ ਨਹੀਂ ਹੋਣੀ ਚਾਹੀਦੀ। ਅਸੀਂ ਜੁੱਤੀ ਚੱਟ ਵਾਪਸ ਉੱਥੇ ਹੀ ਬਣ ਗਏ ਆ ਜਿੱਥੋਂ ਸਾਨੂੰ ਕੱਢਿਆ ਸੀ। ਉਸੇ ਤਰ੍ਹਾਂ ਸਿਆਸਤਦਾਨਾਂ ਦੇ ਗੋਡੇ ਵੀ ਟੇਕਦੇ ਆ, ਸਾਡੇ ਕੋਲ ਕਿਤੇ ਵੀ ਪਹੁੰਚ ਜਾਣ ਹਾਰ ਪਾ ਕੇ ਨਾਲ ਅਗਾਂਹ ਹੋ ਕੇ ਫੋਟੋਆਂ ਵੀ ਖਿੱਚ ਕੇ ਆਉਂਦੇ ਆ। ਅਸੀਂ ਆਪ ਕਿੱਥੇ ਦੱਸੋ ਕਿਰਦਾਰ ਸਾਡੇ ਕਿਉਂ ਡਿੱਗਦੇ ਪਏ ਨੇ? ਆਪਣੇ ਅੰਦਰ ਝਾਤ ਮਾਰੀਏ, ਇਹਨਾਂ ਨੂੰ ਕੌਣ ਹੋਰ ਉਤਾਂਹ ਸਿਰਾਂ ਉੱਤੇ ਬਿਠਾ ਰਿਹਾ ਹੈ? ਜਿਸ ਦਿਨ ਇਹਨਾਂ ਨੂੰ ਕਵਾਂਗੇ ਕਿ ਸਾਡੇ ਬਰਾਬਰ ਜਾਂ ਨੀਵੇਂ ਪਿਛਾਂ ਹੋ ਕੇ ਖੜੇ ਹੋਵੋ, ਸੇਵਾਦਾਰ ਹੋ ਤੁਸੀਂ, ਅਸੀਂ ਤੁਹਾਡੇ ਤੋਂ ਗਾਂਹ ਅਸੀਂ ਲਿਆਉਣ ਵਾਲੇ ਆ, ਉਦੋਂ ਇਹਨਾਂ ਨੂੰ ਵੀ ਆਪਣੀ ਔਕਾਤ ਸਮਝ ਆ ਜਾਏਗੀ। ਅਗਲੇ ਕੁਝ ਮਿੰਟਾਂ ਵਿੱਚ ਕੁਝ ਡੇਰੇ ਵਾਲਿਆਂ ਨੂੰ ਵੀ ਵੰਗਾਰ ਕਰੋਗੇ? ਦੇਖੋ ਸਾਰੇ ਪੰਜਾਬ ਦੇ ਡੇਰੇ ਚੁੱਪ ਬੈਠੇ ਨੇ। ਕੀ ਉਹਨਾਂ ਦੇ ਸ਼ਰਧਾਲੂ, ਕੀ ਵਿਚਾਰੇ ਇਹ ਗਰੀਬ ਪੰਜਾਬੀ ਕਿਸਾਨ ਸਿਰਫ ਜਾ ਕੇ ਠੰਡ ਦੀ ਰੁੱਤਾਂ 'ਚ ਇਸ ਤਰੀਕੇ ਨਾਲ ਦਿੱਲੀ 'ਚ ਜਿਸ ਤਰੀਕੇ ਨਾਲ ਵਿਚਾਰੇ ਬੈਠੇ ਨੇ ਤੇ ਕਰੋੜਾਂਪਤੀ ਡੇਰੇਵਾਦ ਬਿਲਕੁਲ ਚੁੱਪ ਦੀ ਉਂਗਲੀ ਨਾਲ ਜ਼ਿਪ ਕਰੀ ਬੈਠੇ ਨੇ? ਦੇਖੋ ਡੇਰੇ ਚੱਲਦੇ ਨੇ ਦੋ ਚੀਜ਼ਾਂ ਤੇ, ਭੈ ਤੇ ਚਮਤਕਾਰ, ਦੋ ਚੀਜ਼ਾਂ ਉੱਤੇ। ਉਹਨਾਂ ਦੇ ਅੰਦਰ ਉਹ ਦ੍ਰਿੜ ਭਾਵਨਾ ਤੇ ਲੜ ਮਰਨ ਦੀ ਸੋਚ ਹੁੰਦੀ ਨਹੀਂ। ਉਹ ਭੈ ਦਾ ਬਿਜ਼ਨਸ ਹੁੰਦਾ ਜਿਹੜਾ ਤੁਹਾਨੂੰ ਵਿਦਰੋਹ ਦੇ ਵਾਲੇ ਪਾਸੇ ਲਿਜਾ ਹੀ ਨਹੀਂ ਸਕਦਾ। ਤੂੰ ਤਾਂ ਮਰ ਚੱਲਿਆ, ਤੇਰੀ ਤਾਂ ਮੌਤ ਸਾਹਮਣੇ ਆਈ ਖੜੀ ਹੈ, ਤੇਰੇ ਤਾਂ ਜਦਾਦ ਗਈ, ਤੇਰੇ ਤਾਂ ਯਾਨੀ ਆ ਬਿਮਾਰੀ ਆ ਗਈ। ਯਾਨੀ ਉਹ ਭੈ ਉਹਨਾਂ ਨੂੰ ਉੱਥੇ ਨਾਲ ਜੋੜਦਾ ਤੇ ਇੱਕ ਚਮਤਕਾਰ ਜਿਹੜਾ ਬੰਨੀ ਰੱਖਦਾ, ਬਸ ਕੱਲ ਨੂੰ ਬਸ ਇਹ ਮੈਂ ਇੱਕ ਲੈ ਲਿਆ ਹੋਣਾ ਚੀਜ਼ ਤੇ ਕੱਲ ਨੂੰ ਮੇਰੀ ਤਬਦੀਲੀ ਹੋ ਜਾਣੀ, ਕੱਲ ਨੂੰ ਮੈਂ ਠੀਕ ਹੋ ਜਾਵਾਂ, ਕੋ ਕੱਲ ਨੂੰ ਉਡੀਕਦਾ ਚੱਕਰ ਵਿਊ ਵਿੱਚ ਖਤਮ ਹੋ ਜਾਂਦਾ। ਉੱਥੇ ਕ੍ਰਾਂਤੀ ਪੈਦਾ ਨਹੀਂ ਹੋ ਸਕਦੀ। ਇਸੇ ਸਦਕਾ ਉਹ ਸਭ ਚੁੱਪ ਨੇ। ਕ੍ਰਾਂਤੀ ਲਿਆਉਣ ਵਾਲੇ ਉਹੀ ਨੇ ਯੋਧੇ ਜਿਹੜੇ ਮੈਂ ਅੱਗੇ ਵੀ ਦੱਸ ਕੇ ਹਟਿਆ ਕਿ ਜਿਨ੍ਹਾਂ ਨੂੰ ਮੌਤ ਦਾ ਭੈ ਨਾ ਹੋਵੇ, ਜਿਹੜੇ ਚਮਤਕਾਰ ਦੇ ਵਿੱਚ ਨਾ ਖੜੇ ਹੋਣ, ਉਹੀ ਇੱਥੇ ਆ ਸਕਦੇ ਨੇ। ਹਾਂਜੀ, ਅੱਜ ਦੀ ਇਸ ਗੱਲਬਾਤ ਚੋਂ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਤ੍ਰਿਪਤੀ ਹੋਈ ਹੈ ਸੁਣ ਕੇ ਕਿ ਸਾਨੂੰ ਇੱਕ ਐਸੇ ਅਗਾਂਹ ਵਧੂ, ਇਹਨਾਂ ਸ਼ਾਹੀ ਘਰਾਣਿਆਂ ਤੋਂ ਦੂਰ, ਇਹਨਾਂ ਸਿਆਸੀ ਘਰਾਣਿਆਂ ਤੋਂ ਦੂਰ, ਇਹਨਾਂ ਜੋਕਾਂ ਤੋਂ ਦੂਰ ਇੱਕ ਅਜਿਹੀ ਪਾਰਟੀ ਦੀ ਜ਼ਰੂਰਤ ਹੈ ਜਿਹਦੇ 'ਚ ਬੀਬੀਆਂ ਵੀ ਹੋਣ, ਜਿਹਦੇ 'ਚ ਪੜ੍ਹੇ ਲਿਖੇ ਵੀ ਹੋਣ, ਜਿਨ੍ਹਾਂ ਦੇ ਕਿਰਦਾਰ ਹੋਣ, ਜਿਨ੍ਹਾਂ 'ਚ ਕਿਸੇ ਸਟੈਂਡ ਲੈਣ ਦੀ, ਸਾਡੇ ਗੁਰੂਆਂ ਤੋਂ ਲੈ ਕੇ ਜੋ ਸਾਨੂੰ ਉਪਦੇਸ਼ ਮਿਲੇ ਨੇ ਉਹਨਾਂ ਦੇ ਉਪਦੇਸ਼ਾਂ ਤੇ ਚੱਲਣ ਦੀ ਹੈਸੀਅਤ ਹੋਵੇ, ਜੁਰਤ ਹੋਵੇ, ਲੌਜਿਕ ਹੋਵੇ ਤੇ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਇਨਸਾਨੀਅਤ ਤੇ ਭਾਈਵਾਲਤਾ ਦਾ ਪਿਆਰ ਹੋਵੇ, ਭਾਈ ਕਨ੍ਹਈਆ ਜੀ ਵਾਲੇ ਕਿਰਦਾਰ ਹੋਣ। ਪਰ ਡੈਫੀਨੇਟਲੀ ਜਿਹੜੇ ਸੰਘਰਸ਼ ਚੋਂ ਕਿਸਾਨ ਹੁਣ ਲੰਘ ਰਹੇ ਨੇ ਜੀ, ਬੜਾ ਨਾਜ਼ੁਕ ਸਮਾਂ ਕਿ ਸਾਡੇ ਲਈ ਫਿਰ ਇੱਕ ਟੈਸਟ ਦਾ ਸਮਾਂ ਆਇਆ, ਸਾਨੂੰ ਫਿਰ ਸਾਰੇ ਇਨਸਾਨੀਅਤ ਲਈ। ਮੈਂ ਤਾਂ ਇੱਥੋਂ ਤੱਕ ਕਹਿ ਰਿਹਾ ਸੀ ਭੈਣ ਜੀ ਕਿ ਇਹ ਕਿਸਾਨੀ ਅੰਦੋਲਨ ਇੰਟਰਨੈਸ਼ਨਲ ਫਾਰਮਰਸ ਤੇ ਇੰਟਰਨੈਸ਼ਨਲ ਕਾਰਪੋਰੇਸ਼ਨ ਦੀ ਐਕਸਪਲੋਇਟੇਸ਼ਨ ਨਾਲ ਵੀ, ਕੋਸਟਾ ਰੀਕਾ ਦੇ ਫਾਰਮਰਸ ਨੇ ਜਿਨ੍ਹਾਂ ਨੂੰ 2 ਰੁਪਏ ਦੇ ਕਰੀਬ 50 ਪਾਉਂਡ ਕੇਲੇ ਦਾ ਬਾਕਸ ਵੇਚਦੇ ਨੇ, ਉਹ ਜਾ ਕੇ ਘੱਟੋ ਘੱਟ 25-30 ਰੁਪਏ ਦੇ ਡਾਲਰ ਦੇ ਕਰੀਬ ਉਹ ਵਿਕਦੇ ਨੇ। ਸੋ ਇਹ ਜਿਹੜੀ ਐਕਸਪਲੋਇਟੇਸ਼ਨ ਆ, ਜੇ ਅਸੀਂ ਭਾਈਵਾਲਤਾ ਦੀ, ਬ੍ਰਦਰਹੁੱਡ ਦੀ, ਵੰਡ ਕੇ ਛਕਣ ਦੀ ਤੇ ਏਕੇ ਦੀ ਅਗਰ ਗੱਲ ਕਰਦੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਹੋ ਜਿਹੇ ਪਲੇਟਫਾਰਮਸ ਤੇ ਆ ਕੇ ਅਸੀਂ ਯੂਨਿਟੀ ਦਿੰਦੇ ਹੋਏ ਸਾਰੇ ਆਪੋ ਆਪਣੇ ਕੰਫਰਟ ਜ਼ੋਨ ਚੋਂ ਨਿਕਲ ਕੇ, ਚਾਹੇ ਉਹ NRIs ਨੇ ਤੇ ਚਾਹੇ ਉਹ ਪੰਜਾਬ ਦੇ ਲੋਕ ਨੇ, ਉਹ ਆ ਕੇ ਇਸ ਸੰਘਰਸ਼ 'ਚ ਹਾਮੀ ਬਣਨ ਤੇ ਪਾਤਰ ਬਣਨ। ਤੁਹਾਡੇ ਵੱਲੋਂ ਕੋਈ ਗੱਲਾਂ ਜਿਹੜੀਆਂ ਮੈਂ ਨਾ ਕਰ ਸਕਿਆ ਹੋਵਾਂ ਪਰ ਤੁਹਾਡੇ ਮਨ ਵਿੱਚ ਹੋਣ? ਜੀ ਦੇਖੋ, ਜਿੰਨੀ ਵਾਰ ਪੰਜਾਬ ਤੇ ਭੀੜ ਪਈ ਹੈ, ਜਿੰਨੀ ਵੀ ਵਾਰ, ਮੈਂ ਹਮੇਸ਼ਾ ਦੀ ਗੱਲ ਕੀਤੀ ਹੈ ਕਿ ਵਤਨੋਂ ਪਾਰ ਤੋਂ ਬੜੀ ਜ਼ਬਰਦਸਤ ਸਪੋਰਟ ਇੱਥੇ ਪਹੁੰਚੀ। ਭਾਵੇਂ ਉਹ ਆਜ਼ਾਦੀ ਦੀ ਗੱਲ ਸੀ ਤਾਂ ਵੀ ਸਾਨੂੰ ਪਤਾ ਵੀ ਬਾਹਰੋਂ ਹੀ ਪੜ੍ਹਾਈ ਛੱਡ ਕੇ ਉਹ ਇੱਥੇ ਪਹੁੰਚਿਆ ਤੇ ਇੱਥੇ ਆ ਕੇ ਉਸਨੇ ਜੋ ਸ਼ਹਾਦਤ ਵੀ ਦਿੱਤੀ, ਆਜ਼ਾਦੀ ਦੀ ਜੰਗ ਵਿੱਚ ਪੂਰਾ ਹਿੱਸਾ, ਯੋਗਦਾਨ ਜੋ ਵੱਡੀ ਪੱਧਰ ਤੇ ਬਾਹਰੋਂ ਆ ਕੇ ਪਾਇਆ ਗਿਆ, ਉਹ ਸਭ ਨੂੰ ਪਤਾ ਜੀ। ਬਿਲਕੁਲ ਇਸੇ ਤਰ੍ਹਾਂ ਜਿੰਨੀ ਵਾਰ ਦਿਸਿਆ ਕਿ ਪੰਜਾਬ ਦੇ ਵਿੱਚ ਅੱਜ ਪੜ੍ਹਾਈ ਨਹੀਂ ਹੈ, ਅੱਜ ਗਰੀਬਾਂ ਦੇ ਵਾਸਤੇ ਖਾਣਾ ਨਹੀਂ ਹੈ, ਹਮੇਸ਼ਾ ਹੀ NRI ਵੀਰਾਂ ਵੱਲੋਂ ਨਾ ਸਿਰਫ ਸਕੂਲ ਖੋਲੇ ਗਏ, ਉਹਨਾਂ ਦੇ ਪਾਣੀ ਪੀਣ ਦਾ ਮੁਹੱਈਆ ਕਰਵਾਇਆ ਗਿਆ, ਉਹਨਾਂ ਦੇ ਵਿਆਹ ਗਰੀਬਾਂ ਦੇ ਕਰਾਏ ਗਏ, ਮਸ਼ੀਨਾਂ ਦਿੱਤੀਆਂ ਗਈਆਂ, ਯਾਨੀ ਕਿ ਖੇਡਾਂ ਕਰਾ ਕੇ ਉਹਨਾਂ ਨੂੰ ਨਸ਼ਿਆਂ ਤੋਂ ਬਾਹਰ ਲਿਆਉਣ ਦਾ ਯਤਨ ਕੀਤਾ ਗਿਆ। ਕੋਈ ਐਸੀ ਚੀਜ਼ ਨਹੀਂ ਜਿੱਥੇ ਯੋਗਦਾਨ
ਸਾਡੇ NRI ਵੀਰਾਂ ਵੱਲੋਂ ਨਾ ਪਿਆ ਹੋਏ। ਜਿੱਥੇ ਮੈਂ ਹੁਣ ਵੀ ਦੱਸ ਰਹੀ ਹਾਂ ਕਿ 1.5 ਲੱਖ ਰੋਜ਼ ਦਾ ਸਿਰਫ ਮਲ ਮੂਤਰ ਦਾ ਸਾਂਭਣਾ, ਉਹਨੂੰ ਰੱਖ ਕਿਸੇ ਪਾਸੇ ਜਾ ਕੇ ਡਿਪੋਜ਼ਿਟ ਕਰਕੇ ਆਣਾ, ਉਹ ਵੀ ਸਾਡੇ NRI ਵੀਰਾਂ ਵੱਲੋਂ। ਤੇ ਫਿਰ ਉਸ ਤੋਂ ਲੈ ਕੇ ਕੀ ਖਾਣਾ ਕੀ ਪਾਣੀ, ਕੋਈ ਅੰਤ ਹੀ ਨਹੀਂ ਜਿੱਥੇ ਤੱਕ ਉਹਨਾਂ ਨੇ ਮਦਦ ਨਹੀਂ ਕੀਤੀ ਹਰ ਥਾਈਂ। ਸੋ ਸਲੂਟ ਹੈ, ਸਲਾਮ ਹੈ ਕਿ ਇਸ ਵਤਨ ਤੋਂ ਦੂਰ ਹੁੰਦਿਆਂ ਹੋਇਆਂ ਜਿੰਨੀ ਪੀੜ ਤੁਸੀਂ ਮਨਾਂ ਵਿੱਚ ਵਸਾਈ ਹੋਈ ਹੈ, ਉਨੀ ਸ਼ਾਇਦ ਕਿਸੇ ਹੋਰ ਥਾਂ ਤੇ ਨਾ ਦਿਸੀ ਹੋਵੇ। ਪਰ ਇੱਥੋਂ ਦਾ ਪਰਚਮ ਜੋ ਤੁਸੀਂ ਲਹਿਰਾਇਆ ਦੁਨੀਆ ਭਰ ਵਿੱਚ, ਸਾਡਾ ਮਾਣ ਨਾਲ ਸਿਰ ਉੱਚਾ ਕੀਤਾ। ਮੈਂ ਸਿਜਦਾ ਕਰਦੀ ਹਾਂ ਤੁਹਾਨੂੰ ਸਭ ਨੂੰ, ਕਿਉਂਕਿ ਤੁਸੀਂ ਦੁਨੀਆ ਦੇ ਹਰ ਹਿੱਸੇ ਵਿੱਚ ਜਾ ਕੇ ਪੰਜਾਬੀਆਂ ਨੂੰ ਇੰਨਾ ਉੱਚਾ ਰੁਤਬਾ ਦਵਾ ਦਿੱਤਾ ਕਿ ਅੱਜ ਅਸੀਂ ਕਿਸੇ ਵੀ ਥਾਂ ਤੇ ਜਾਈਏ, ਲੋਕ ਬੜੇ ਮਾਣ ਫਖਰ ਨਾਲ ਪੁੱਛਦੇ ਨੇ ਤੁਸੀਂ ਪੰਜਾਬੀ ਹੋ। ਦਿਲ ਸੱਚੀ ਭਰ ਜਾਂਦਾ ਸਾਡਾ ਕਿ ਸਭ ਸਾਨੂੰ ਮਾਣ ਸਤਿਕਾਰ ਤੁਹਾਡੇ ਸਦਕਾ ਹੋ ਰਿਹਾ। ਪਰ ਮੈਨੂੰ ਪਤਾ ਜੇ ਵਕਤ ਖਤਮ ਹੁੰਦਾ ਪਿਆ, ਜਾਂਦੇ ਜਾਂਦੇ ਇੱਕ ਆਖਰੀ ਜ਼ਰੂਰ ਸਤਰ ਕਹਿਣਾ ਚਾਹੁੰਦੀ ਹਾਂ ਤੁਹਾਡੇ ਰਾਹੀਂ। ਦਿੱਲੀ ਵਾਸਤੇ ਹੀ ਫਿਰ ਸੁਨੇਹਾ ਹੈ, ਕਿਉਂਕਿ ਸੁਨੇਹਾ ਕਿਸਾਨਾਂ ਦਾ ਸੀ, ਉੱਥੋਂ ਹੀ ਗੱਲ ਸ਼ੁਰੂ ਹੋਈ ਸੀ, ਉੱਥੇ ਹੀ ਨਿਬੇੜਨਾ ਚਾਹੁੰਦੀ ਹਾਂ ਕਿ ਰੱਤ ਪੀਣੀ ਡਾਢੀ ਦਿੱਲੀਏ, ਨਾ ਹਵਾ ਹਵਾਵਾਂ ਤੱਤੀਆਂ। ਰੱਤ ਪੀਣੀ ਡਾਢੀ ਦਿੱਲੀਏ, ਨਾ ਵਗਾ ਹਵਾਵਾਂ ਤੱਤੀਆਂ। ਇਹ ਕਿਸਾਨੀ ਦਾ ਪਰਚਮ ਜੋ ਚੁੱਕ ਕੇ ਖੜੇ ਨੇ, ਇਹ ਗੁਰੂ ਦੀਆਂ ਫੌਜਾਂ ਨੇ ਮਾਣ ਮੱਤੀਆਂ। ਵਾਹ, ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਜਿੱਤ ਇਹ ਚੁੱਕੇ ਨੇ। ਤੁਹਾਨੂੰ ਜਾਂਦੇ ਜਾਂਦੇ ਨਾ ਮੈਨੂੰ ਇੱਕ ਹੋਰ ਗੱਲ ਜ਼ਰੂਰ ਯਾਦ ਆਈ ਹੈ ਜੀ। ਤੁਸੀਂ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਤੱਕ ਆਵਾਜ਼ ਉਠਾਈ ਆ ਪਹਿਲਾਂ, ਤੇ ਹੁਣ ਵੀ ਤੁਸੀਂ ਕੋਈ ਸਟੈਪ ਲੈਣਾ ਸ਼ੁਰੂ ਕਰੋ। ਸਾਰੇ NRIs ਵੀਰ ਤੁਹਾਡੇ ਨਾਲ ਨੇ, ਜਿੱਥੇ ਤੁਹਾਨੂੰ ਜ਼ਰੂਰਤ ਪਏਗੀ ਪਟੀਸ਼ਨਸ ਦੇ ਨੰਬਰਸ ਦੀ, ਤੇ ਜਿਸ ਤਰੀਕੇ ਨਾਲ ਵੀ ਤਨੋ ਮਨੋ ਤੁਹਾਨੂੰ ਖੜਨ ਦੀ, ਤੁਹਾਨੂੰ ਪਤਾ ਇਸ ਗੱਲ ਦਾ। ਤੇ ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ, ਕਿਉਂਕਿ ਪਿਛਲੇ ਪ੍ਰੋਗਰਾਮਾਂ ਵਿੱਚ ਅਸੀਂ ਇਹ ਪਲੈਜ ਲੈ ਚੁੱਕੇ ਹਾਂ ਕਿ ਅਸੀਂ ਸਾਰੇ ਤਨੋ ਮਨੋ ਤੁਹਾਨੂੰ ਇਸ ਕਾਜ਼ ਲਈ ਕਮਿਟਡ ਆ ਤੇ ਖੜੇ ਆ। ਸੋ ਇਸ ਕਰਕੇ ਤੁਸੀਂ ਕੋਈ ਅਗਲੇ ਸਟੈਪ ਇਹੋ ਜਿਹੇ ਲਓ, ਉਹਨਾਂ ਕਮੇਟੀਆਂ ਨੂੰ, ਉਹਨਾਂ ਕੰਟੈਕਟਸ ਨੂੰ ਬਰਕਰਾਰ ਕਰੋ। ਤੇ ਇੱਥੇ ਵੀ ਥਾਂ ਥਾਂ ਤੇ ਹਰ ਇੱਕ ਜਗ੍ਹਾ ਬਾਹਰਲੇ ਗੌਰਮੈਂਟਾਂ ਦੀਆਂ ਜਿੰਨੇ ਵੀ ਪੋਲੀਟੀਸ਼ੀਅਨਸ ਨੇ, ਲਾਅ ਮੇਕਰਸ ਨੇ, ਸਾਰੇ NRI ਵੀਰ, ਦੇਖੋ ਤੁਸੀਂ ਇੰਗਲੈਂਡ 'ਚ ਉਹ ਜਿਹੜੇ MP ਸੀਗੇ, ਉਹਨਾਂ ਨੇ ਕਿੰਨਾ ਸੋਹਣਾ ਰੋਲ ਅਦਾ ਕੀਤਾ। ਟੈਕਸਸ ਦੇ ਇੱਕ ਕਾਂਗਰਸਮੈਨ ਸੀਗੇ, ਕੈਨੇਡਾ ਦੀ ਪਾਰਲੀਮੈਂਟ ਨੇ, ਨਿਊਜ਼ੀਲੈਂਡ 'ਚ, ਆਸਟ੍ਰੇਲੀਆ 'ਚ, ਹਰ ਇੱਕ ਜਗ੍ਹਾ ਬਹੁਤ ਸਾਰੇ ਵੀਰ ਜਿੱਥੇ ਜਿੱਥੇ ਵਸਦੇ ਨੇ, ਜਿੱਥੇ ਜਿੱਥੇ ਕਿਸੇ ਦਾ ਵਸ ਚੱਲਦਾ, ਆਪੋ ਆਪਣੇ MPs ਨੂੰ, ਲੈਜਿਸਲੇਟਰਸ ਨੂੰ, ਮੇਅਰਸ ਨੂੰ, ਗਵਰਨਰਸ ਨੂੰ, ਕਾਂਗਰਸਮੈਨ ਨੂੰ, ਪ੍ਰੈਜ਼ੀਡੈਂਟਸ ਜਾਂ ਵਾਈਸ ਪ੍ਰੈਜ਼ੀਡੈਂਟਸ ਤੇ ਪ੍ਰਾਈਮ ਮਿਨਿਸਟਰ ਨੂੰ ਵੀ ਸੁਨੇਹਾ ਤਿਆਰ ਕਰ ਰਹੇ ਨੇ। ਸੋ ਆਓ ਸਾਰੇ ਰਲ ਕੇ ਉਪਰਾਲਾ ਇਹੋ ਜਿਹਾ ਕਰੀਏ, ਇੱਕ ਬੁਲੰਦ ਆਵਾਜ਼ ਉਠਾਈਏ ਕਿ ਇਸ ਕਰਪਸ਼ਨ ਦਾ ਐਕਸਪੋਜ਼ਰ ਸਾਰੇ ਵਰਲਡ ਲੈਵਲ ਤੇ ਲੈ ਕੇ ਆਈਏ, ਇਸ ਘਿਨੌਣੀ ਇਹਨਾਂ ਦੀ ਗੌਰਮੈਂਟ ਤੇ ਪੁਲਿਸ ਦੀਆਂ ਹਰਕਤਾਂ ਦਾ, ਤੇ ਨਾਲ ਦੀ ਨਾਲ ਅਸੀਂ ਇੱਕ ਚੰਗੇ ਮੰਚ ਵੱਲ ਵਧੀਏ ਤੇ ਚੰਗੀ ਸੋਚ ਤੇ ਚੰਗੇ ਭਵਿੱਖ ਵੱਲ ਆਪਣੇ ਮੁੜ ਰੰਗਲੇ ਪੰਜਾਬ ਤੇ ਸੋਨੇ ਦੀ ਚਿੜੀ ਨੂੰ ਆਪਾਂ ਬਰਕਰਾਰ ਕਰੀਏ। ਭੈਣ ਜੀ, ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਅੱਜ ਦੇ ਪ੍ਰੋਗਰਾਮ। ਤੁਸੀਂ ਜੋ ਬੋਲੇ ਉਸ ਚ ਇੰਨਾ ਕੁ ਲਹੂ ਗਰਮਾਉਣ ਵਾਲੀ ਚੀਜ਼ ਹੈ ਕਿ ਮੈਨੂੰ ਚੇਤੇ ਆ ਗਿਆ, ਗਗਨ ਦਮਾਮਾ ਬਾਜਿਓ। ਬਿਲਕੁਲ, ਤੁਸੀਂ ਸਾਰੇ ਗਗਨ ਤੇ ਨਗਾੜੇ ਵੱਜ ਰਹੇ ਨੇ ਅੱਜ ਦੁਨੀਆ ਭਰ ਵਿੱਚ। ਇਹ ਆਵਾਜ਼ ਤੁਸੀਂ ਚੁੱਕੀ ਹੈ। ਮੈਂ ਤੇ ਪਹਿਲਾਂ ਹੀ ਕਿਹਾ ਸੀ, ਸਿਜਦਾ ਤੁਸੀਂ ਸਾਰਿਆਂ ਸਦਕਾ ਅਸੀਂ ਇੱਥੇ ਵੀ ਮਾਣ ਨਾਲ ਸਿਰ ਉੱਚਾ ਕਰੀ ਬੈਠੇ ਹਾਂ। ਤੇ ਤੁਹਾਡਾ ਹੀ ਡਰ ਜੇ, ਮੈਂ ਫਿਰ ਦੁਹਰਾ ਦਿਆਂ, ਜੋ ਅੱਜ ਵੀ ਸਰਕਾਰ ਨੂੰ ਇਹ ਸਾਰੇ ਦੇ ਸਾਰੇ ਸੰਘਰਸ਼ ਨੂੰ ਕੁਚਲਣ ਵਿੱਚ ਅਜੇ ਵੀ ਉਹ ਹਿਚਕਿਚਾ ਰਹੇ ਨੇ, ਤੇ ਉਹ ਸਾਰਾ ਤੁਹਾਡਾ ਹੀ ਜੇ, ਜਿਹੜਾ ਦਮ ਖਮ ਜਿਸ ਸਦਕਾ ਪੂਰੀ ਦੁਨੀਆ ਦਾ ਡਰਾਵਾ ਉਹਨਾਂ ਦੇ ਉੱਤੇ ਅੱਜ ਵੀ ਬੈਠਾ। ਭੈਣ ਮੇਰੀ, ਮੇਰੇ ਕੋਲ ਲਫ਼ਜ਼ ਨਹੀਂ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਮੇਰੇ ਵੱਲੋਂ ਤੁਹਾਨੂੰ ਤੇ ਗੁਰਪਾਲ ਜੀ ਨੂੰ ਪਿਆਰ ਭਰੀ ਗੱਲ ਵੱਖਰੀ, ਤੇ ਛੇਤੀ ਬੇਨਤੀ ਕਰਾਂਗੇ ਕਿ ਦੁਬਾਰਾ ਫੇਰ ਸਾਡੇ ਨਾਲ ਕਦੇ ਨਾ ਕਦੇ ਰੂਬਰੂ ਹੋ ਕੇ ਸਾਨੂੰ ਫੇਰ ਸਮਾਂ ਬਖਸ਼ਿਓ। ਅੱਜ ਵਾਲਾ ਸਮਾਂ 60-65 ਮਿੰਟ ਦਾ ਨਹੀਂ ਸੀ, ਇਹ ਤਾਂ ਐਵੇਂ 2-4 ਗੱਲਾਂ ਹੀ ਹੋਈਆਂ, ਹਾਲੇ ਟਿਪ ਆਫ ਦਾ ਆਈਸਬਰਗ ਹੀ ਟੱਚ ਕੀਤਾ ਆਪਾਂ। ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਹਾਂ, ਤੇ ਆਪਾਂ ਸਾਰੇ ਰਲ ਕੇ ਕਿਸਾਨਾਂ, ਮਜ਼ਦੂਰਾਂ ਤੇ ਹਰੇਕ ਗਰੀਬ ਮਜ਼ਲੂਮ ਦੇ ਨਾਲ ਖੜੇ ਹਾਂ। ਮਾਣ ਹੈ ਕਿਸਾਨ ਤੇ, ਮਾਣ ਹੈ ਜਵਾਨ ਤੇ, ਜਾਂ ਜਿਹਨੂੰ ਕਹਿੰਦੇ ਹੁੰਦੇ ਸੀ ਜੈ ਜਵਾਨ ਜੈ ਕਿਸਾਨ। ਮੇਰੇ ਵੱਲੋਂ ਅੱਜ 61ਵੇਂ ਐਪੀਸੋਡ ਵਿੱਚ ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ। ਸਾਰੇ ਪਿਆਰੇ ਵੀਰਾਂ ਨੂੰ, ਦਰਸ਼ਕਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ, ਅਤੇ ਭੈਣ ਜੀ ਦਾ ਸਾਰੇ ਸਰੋਤਿਆਂ ਵੱਲੋਂ, ਦਰਸ਼ਕਾਂ ਵੱਲੋਂ ਧੰਨਵਾਦ। ਇਸ ਪ੍ਰੋਗਰਾਮ ਨੂੰ ਜ਼ਰੂਰ ਲਾਈਕ ਕਰਿਓ ਜੀ, ਕਮੈਂਟ ਕਰਿਓ, ਸਾਡੇ ਤੱਕ ਤੁਹਾਡੀ ਫੀਡਬੈਕ ਪਹੁੰਚੇ। ਅਸੀਂ ਅਗਲੇ ਕਦਮ 'ਚ
ਅਗਲੀ ਡਿਸਕਸ਼ਨਸ ਦੇ ਵਿੱਚ ਸ਼ਾਮਲ ਹੋਈਏ। ਸੋ ਮੇਰੇ ਵੱਲੋਂ ਕੋਈ ਬੋਲਦਿਆਂ ਕੋਈ ਗਲਤੀ ਹੋਈ ਹੋਵੇ ਦਾਸ ਖਿਮਾ ਦਾ ਜਾਚਕ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।